ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਭਾਈ ਬ੍ਰੈਨਮ ਦੇ ਸੰਦੇਸ਼ ਚੋਂ ਪੜਾਂਗੇ, ਧਰਮੀ ਲਈ ਬਹੁਤ ਸਾਰੀਆਂ ਪ੍ਰੀਖਿਆਵਾਂ ਹਨ, ਪਰ ਖੁਦਾ ਉਹਨਾਂ ਸਾਰੀਆਂ ਵਿੱਚੋਂ ਛੁਡਾ ਲੈਂਦਾ ਹੈ। ਕਿੰਨਾ ਅਦਭੁਤ ਹੈ, ਅਸੀਂ ਕਿਵੇਂ ਇਸ ਦੀ ਪ੍ਰਸ਼ੰਸਾ ਕਰੀਏ। ਮੁਸ਼ਕਲਾਂ, ਕਲੇਸ਼, ਪ੍ਰੀਖਿਆਵਾਂ ਸਾਰੇ ਭਲਾਈ ਲਈ ਹੁੰਦੇ ਹਨ। ਹੁਣ ਨਬੀ ਦਾ ਸੰਦੇਸ਼ ਕਹਿੰਦਾ ਆ, ਜੇ ਤੁਹਾਡੇ ਤੇ ਮੁਸ਼ਕਲਾਂ ਆ ਰਹੀਆਂ ਆ, ਕੋਈ ਵੀ ਦਿੱਕਤਾਂ ਆ ਰਹੀਆਂ, ਕੀ ਹੈ, ਸਭ ਭਲਾਈ ਦੇ ਲਈ ਹਨ। ਆਪਣਾ ਭਰੋਸਾ, ਕਹਿੰਦਾ ਤੁਸੀਂ ਆਪਣਾ ਭਰੋਸਾ ਉਸ ਤੇ ਰੱਖਿਓ। ਕਹਿੰਦਾ ਕਿੰਨਾ ਮਹਾਨ ਕੰਮ ਜਦੋਂ ਇੱਕ ਬੰਦਾ ਪ੍ਰਭੂ ਯੀਸ਼ੂ ਮਸੀਹ ਤੇ ਭਰੋਸਾ ਰੱਖਦਾ ਹੈ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪ੍ਰਭੂ ਯੀਸ਼ੂ ਮਸੀਹ। ਸੱਚਮੁੱਚ ਮੇਰੇ ਮਹਾਨ ਪਿਤਾ, ਬਿਮਾਰੀਆਂ, ਪਰੇਸ਼ਾਨੀਆਂ, ਕਲੇਸ਼, ਖੁਦਾਵੰਦ ਚਾਹੇ ਕੁਝ ਵੀ ਦਿੱਕਤ ਪਰੇਸ਼ਾਨੀ ਕਿਉਂ ਨਾ ਹੋਵੇ ਪ੍ਰਭੂ ਜੀ, ਤੇਰੇ ਲੋਕਾਂ ਨੂੰ ਪ੍ਰਭੂ ਜੀ ਇਹ ਦਿੱਕਤਾਂ ਪਰੇਸ਼ਾਨੀਆਂ ਪ੍ਰਭੂ ਜੀ ਹਰਾ ਨਹੀਂ ਸਕਦੀਆਂ, ਕਿਉਂਕਿ ਮੇਰੇ ਮਹਾਨ ਪਿਤਾ ਤੂੰ ਬਿਮਾਰੀਆਂ ਤੇ ਦਿੱਕਤਾਂ ਪਰੇਸ਼ਾਨੀਆਂ ਤੇ ਹਰੇਕ ਪ੍ਰਭੂ ਯੀਸ਼ੂ ਮਸੀਹ ਮੁਸੀਬਤ ਤੇ ਤੂੰ ਫਤਿਹ ਪਾਈ ਜਦੋਂ ਕਲਵਰੀ ਕਰੂਸ ਤੇ ਮੇਰੇ ਮਹਾਨ ਪਿਤਾ ਤੇਰੇ ਹੱਥਾਂ ਪੈਰਾਂ 'ਚ ਕੀਲ ਠੋਕੇ ਗਏ। ਖੁਦਾਵੰਦਾ ਤੂੰ ਸਾਰੀਆਂ ਬਿਮਾਰੀਆਂ ਤੇ ਕਲੇਸ਼ਾਂ ਤੇ ਪ੍ਰਭੂ ਜੀ ਜਿੱਤ ਪਾ ਲਈ। ਖੁਦਾਵੰਦ ਤੂੰ ਆਪਣੇ ਲੋਕਾਂ ਨੂੰ ਆਪਣਾ ਲਹੂ ਦੇ ਕੇ ਖੁਦਾਵੰਦ ਛਡਾਇਆ ਹੈ ਪ੍ਰਭੂ ਜੀ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ, ਤੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਯੀਸ਼ੂ ਮਸੀਹ ਤੂੰ ਬਹੁਤ ਜਲਦੀ ਆ ਰਿਹਾ ਹੈ। ਖੁਦਾਵੰਦਾ ਇਹ ਰੈਪਚਰ ਦਾ ਸਮਾਂ ਹੈ, ਉਠਾਏ ਜਾਣ ਦਾ ਸਮਾਂ ਹੈ। ਤੇਰਾ ਵਚਨ ਦੱਸਦਾ ਹੈ ਜੋ ਰੈਪਚਰ ਵਿੱਚ ਚਲਾ ਗਿਆ ਉਹ ਬਚਾਇਆ ਜਾਏਗਾ, ਜਿਹੜਾ ਰੈਪਚਰ ਵਿੱਚ ਨਹੀਂ ਜਾਏਗਾ ਖੁਦਾਵੰਦ ਉਹ ਮੇਰੇ ਮਹਾਨ ਪਿਤਾ ਪ੍ਰਭੂ ਜੀ ਸਜ਼ਾ ਦੇ ਲਈ ਖੜਾ ਕੀਤਾ ਜਾਵੇਗਾ ਖੁਦਾਵੰਦ। ਲੇਕਿਨ ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ, ਤੂੰ ਸਾਨੂੰ ਇਸ ਸੰਸਾਰ ਤੋਂ, ਇਸ ਗੰਦਗੀ ਤੋਂ ਅਲੱਗ ਕੀਤਾ ਹੈ ਪ੍ਰਭੂ ਜੀ, ਤੇ ਮੇਰੇ ਮਹਾਨ ਪਿਤਾ ਪ੍ਰਭੂ ਜੀ, ਤਾਂ ਕਿ ਅਸੀਂ ਤੇਰੇ ਨਾਲ ਉਸ ਰੈਪਚਰ ਵਿੱਚ ਜਾ ਸਕੀਏ ਪ੍ਰਭੂ ਜੀ। ਕੋਈ ਦੁੱਖ, ਪਰੇਸ਼ਾਨੀਆਂ, ਕਲੇਸ਼ ਸਾਨੂੰ ਤੇਰੇ ਪਿਆਰ ਤੋਂ ਅੱਡ ਨਹੀਂ ਕਰ ਸਕਦੇ ਖੁਦਾਵੰਦ, ਕਿਉਂਕਿ ਤੂੰ ਸਾਡਾ ਪ੍ਰਭੂ ਯੀਸ਼ੂ ਮਸੀਹ ਚਰਵਾਹਾ ਹੈ, ਸਾਡੀ ਅਗਵਾਈ ਕਰਨ ਵਾਲਾ ਤੂੰ ਹੈ ਮੇਰੇ ਮਹਾਨ ਪਿਤਾ। ਮੈਂ ਸਾਰਾ ਆਦਰ ਜਲਾਲ ਮਹਿਲ ਤੈਨੂੰ ਦਿੰਦਾ ਹਾਂ ਖੁਦਾਵੰਦਾ। ਇਸ ਥਾਂ 'ਚ ਬੋਲਣ ਵਾਲਾ ਕੋਈ ਮਾਸ, ਲਹੂ, ਕੋਈ ਹੱਡੀ ਨਾ ਹੋਵੇ ਖੁਦਾਵੰਦ। ਤੇਰਾ ਪਵਿੱਤਰ ਆਤਮਾ ਇਸ ਥਾਂ ਦੇ ਵਿੱਚ ਬੋਲੇ। ਤੂੰ ਦਇਆ ਕਰ, ਕਿਰਪਾ ਕਰ। ਜਿੰਨੇ ਭੈਣ ਭਾਈ ਆਏ ਹਨ ਸਭਨਾਂ ਨੂੰ ਪ੍ਰਭੂ ਜੀ ਸਮਝ ਔਰ ਬੁੱਧ ਦੇਣੀ ਹੈ। ਅੱਜ ਸਭਨਾਂ ਦੇ ਹਿਰਦੇ ਤੇਰੇ ਵਚਨ ਦੇ ਦੁਆਰਾ ਛਿਦ ਜਾਣ ਖੁਦਾਵੰਦ। ਦਇਆ ਕਰ, ਕਿਰਪਾ ਕਰ। ਤੇਰੇ ਨਾਮ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਬੈਠ ਜਾਗੇ ਸਾਰੇ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਹੁਣ ਦੇਖੋ ਵਚਨ ਦੇ ਵਿੱਚ ਕੀ ਲਿਖਿਆ, ਸੰਦੇਸ਼ 'ਚ ਲਿਖਿਆ, ਕਹਿੰਦਾ ਮੁਸ਼ਕਲਾਂ, ਪਰੇਸ਼ਾਨੀਆਂ, ਕਲੇਸ਼ ਇਹ ਤੁਹਾਡਾ ਕੁਝ ਨਹੀਂ ਕਰ ਸਕਦੀਆਂ। ਇਸ ਕਰਕੇ ਤੁਸੀਂ ਮੁਸ਼ਕਲਾਂ, ਪਰੇਸ਼ਾਨੀਆਂ, ਕਲੇਸ਼ਾਂ ਵੱਲ ਨਹੀਂ ਦੇਖਣਾ। ਕਿਹਦੇ ਵੱਲ ਦੇਖਣਾ? ਪਰਮੇਸ਼ਵਰ ਦੇ ਜਿਉਂਦੇ ਵਚਨ ਵੱਲ। ਜੇ ਰੈਪਚਰ ਦੇ ਵਿੱਚ ਜਾਣਾ ਆ, ਕਿਉਂਕਿ ਜਿਹੜੇ ਵੀ ਭੈਣ ਭਾਈ ਨੇ ਰੈਪਚਰ ਦੇ ਵਿੱਚ ਜਾਣਾ ਆ, ਅੱਜ ਦਾ ਜਿਹੜਾ ਪ੍ਰਚਾਰ ਹੋਊਗਾ ਉਹ ਰੈਪਚਰ ਦੇ ਉੱਪਰ ਪ੍ਰਚਾਰ ਆ। ਰੈਪਚਰ ਦੇ ਵਿੱਚ ਕਿਹੜੇ ਲੋਕ ਜਾਣਗੇ ਇਹ ਮੈਂ ਤੁਹਾਨੂੰ ਅੱਜ ਬਾਈਬਲ ਦੇ ਵਿੱਚੋਂ, ਸੰਦੇਸ਼ਾਂ ਦੇ ਵਿੱਚੋਂ ਸਿੱਧ ਕਰੂੰਗਾ। ਰੈਪਚਰ 'ਚ ਕੌਣ ਜਾਊਗਾ ਤੇ ਕੌਣ ਨਹੀਂ ਜਾਊਗਾ, ਇਸ ਸੰਦੇਸ਼ ਦੇ ਵਿੱਚੋਂ ਅਸੀਂ ਦੇਖਾਂਗੇ ਅੱਜ ਇਸ ਨੂੰ। ਹੁਣ ਇਸ ਤੋਂ ਪਹਿਲਾਂ ਕਿ ਤੁਸੀਂ ਜਿੱਤ ਹਾਸਲ ਕਰੋ, ਇੱਕ ਯੁੱਧ ਹੋਣਾ ਹੁੰਦਾ ਹੈ, ਅਤੇ ਜੇਕਰ ਯੁੱਧ ਨਹੀਂ ਤਾਂ ਕੋਈ ਵੀ ਜਿੱਤ ਨਹੀਂ। ਤੁਹਾਨੂੰ ਪਤਾ ਜਦੋਂ ਵੀ ਕੋਈ ਰਾਜਾ ਲੜਨ ਜਾਂਦਾ ਆ ਤੇ ਉਸ ਤੋਂ ਪਹਿਲੇ ਕਿ ਯੁੱਧ ਹੁੰਦਾ, ਜਿੱਤ ਪਹਿਲਾਂ ਨਹੀਂ ਮਿਲਦੀ। ਉਹ ਤਿਆਰੀ ਕਰਦੇ ਆ, ਤਲਵਾਰਬਾਜ਼ੀ ਸਿੱਖਦੇ, ਤੀਰ ਕਮਾਨ ਚਲਾਣਾ ਸਿੱਖਦੇ ਆ, ਉਹ ਹੋਰ ਵੀ ਜੋ ਕੁਝ ਉਹਨਾਂ ਨੇ ਲੜਾਈ ਦੇ ਮੈਦਾਨ 'ਚ ਕਰਨਾ ਹੁੰਦਾ, ਉਹ ਸਾਰੇ ਉਹ ਚੀਜ਼ਾਂ ਨੂੰ ਉਸ ਦੀ ਟ੍ਰੇਨਿੰਗ ਲੈਂਦੇ ਆ। ਜਿੱਤ ਹਾਸਲ ਕਰਨ ਤੋਂ ਪਹਿਲਾਂ ਟ੍ਰੇਨਿੰਗ ਹੁੰਦੀ ਹੈ। ਉਹਨਾਂ ਨੂੰ ਦੁੱਖਾਂ ਦੇ ਵਿੱਚੋਂ ਨਿਕਲਣਾ ਪੈਂਦਾ, ਫਿਰ ਜਾ ਕੇ ਉਹ ਮੈਦਾਨ ਦੇ ਵਿੱਚ ਜਾਂਦੇ। ਜਦੋਂ ਮੈਦਾਨ ਦੇ ਵਿੱਚ ਜਾਂਦੇ ਤਾਂ ਉਸ ਥਾਂ ਦੇ ਵਿੱਚ ਕੀ ਹੁੰਦਾ ਆ? ਯੁੱਧ ਹੁੰਦਾ ਹੈ। ਤੇ ਯੁੱਧ ਦੇ ਵਿੱਚ ਪਤਾ ਲੱਗਦਾ ਵੀ ਕੌਣ ਹਾਰੂਗਾ ਤੇ ਕੌਣ ਜਿੱਤੂਗਾ। ਜਿਹੜਾ ਹੌਸਲੇ ਦੇ ਨਾਲ ਲੜਦਾ ਆ ਉਹ ਜਿੱਤ ਨੂੰ ਪ੍ਰਾਪਤ ਕਰਦਾ ਆ। ਤੇ ਇਸ ਤਰ੍ਹਾਂ ਅਸੀਂ ਵੀ ਮਸੀਹ ਜੀਵਨ ਦੇ ਵਿੱਚ ਸ਼ੈਤਾਨ ਦੇ ਨਾਲ ਲੜਨਾ, ਬਿਮਾਰੀਆਂ ਦੇ ਨਾਲ ਲੜਨਾ, ਪਰੇਸ਼ਾਨੀਆਂ ਦੇ ਨਾਲ ਲੜਨਾ, ਇਸ ਸੰਸਾਰ ਅੰਧਕਾਰ ਦੇ ਦੁਸ਼ਟ ਆਤਮਿਆਂ ਦੇ ਨਾਲ ਲੜਨਾ ਆ। ਤੇ ਤੁਹਾਡੇ ਕੋਲ ਵੀ ਤਾਕਤ, ਤੁਹਾਡੇ ਕੋਲ ਵੀ ਹਥਿਆਰ ਹੋਣੇ ਚਾਹੀਦੇ। ਜੇ ਤੁਹਾਡੇ ਕੋਲ ਹਥਿਆਰ ਨਹੀਂ ਹੋਊਗੇ ਤੇ ਸ਼ੈਤਾਨ ਤੁਹਾਨੂੰ ਇੱਥੇ ਹਰਾ ਦੂਗਾ, ਤੇ ਰੈਪਚਰ 'ਚ ਕਿੱਦਾਂ ਜਾਓਗੇ? ਰੈਪਚਰ ਵਿੱਚ ਜਾਣ ਦੇ ਲਈ ਤੁਹਾਨੂੰ ਉਹਦੇ ਹਥਿਆਰ ਲੈਣੇ ਪੈਣੇ। ਉਹ ਵਚਨ ਦੇ ਹਥਿਆਰ ਆ। ਇਹ ਹਥਿਆਰ ਸੰਸਾਰਿਕ ਹਥਿਆਰ ਨਹੀਂ ਆ। ਇਹ ਹਥਿਆਰ ਕਿਹੜੇ ਆ? ਵਚਨ ਦੇ ਹਥਿਆਰ। ਇਸ ਕਰਕੇ ਲਿਖਿਆ ਆ, ਕਿਉਂਕਿ ਇਹ ਤਾਂ ਖੁਦਾ ਸਾਨੂੰ ਜਿੱਤ ਹਾਸਲ ਕਰਨ ਲਈ ਮੌਕਾ ਦੇ ਰਿਹਾ ਹੁੰਦਾ ਹੈ। ਜਦੋਂ ਤੁਸੀਂ ਤੰਗੀਆਂ 'ਚ ਪੈ ਰਹੇ, ਮੁਸੀਬਤਾਂ, ਤੁਹਾਨੂੰ ਖੁਦਾਵੰਦ ਜਿੱਤ ਹਾਸਲ ਕਰਨ ਦਾ ਮੌਕਾ ਦੇ ਰਿਹਾ। ਤੁਹਾਨੂੰ ਪਤਾ ਜਦੋਂ ਲੜਾਈ ਲੱਗਦੀ ਆ, ਦੇਸ਼ਾਂ 'ਚ ਲੜਾਈ ਲੱਗਦੀ ਆ, ਤੇ ਉਸ ਤੋਂ ਪਹਿਲਾਂ, ਜਿੱਤ ਹੋਣ ਤੋਂ ਪਹਿਲਾਂ ਖੁਦਾਵੰਦ ਕੀ ਕਰਦਾ ਆ? ਉਹ ਜਿਹੜੇ ਦੇਸ਼ ਹੁੰਦੇ ਆ, ਲੜਨ ਤੋਂ ਪਹਿਲਾਂ, ਜਿੱਤ ਹਾਸਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਲੜਨਾ ਪੈਂਦਾ ਹੈ। ਜਿੱਦ ਤੱਕ ਉਹ ਲੜਦੇ ਨਹੀਂ, ਜਿੱਤ ਨੂੰ ਹਾਸਲ ਨਹੀਂ ਕਰਦੇ। ਇਸ ਕਰਕੇ ਤੁਸੀਂ ਵੀ ਇਸ ਸੰਸਾਰ ਤੋਂ ਲੜਨਾ ਹੈ,
ਪਰੇਸ਼ਾਨੀਆਂ ਤੋਂ ਲੜਨਾ ਆ, ਇਹ ਚੀਜ਼ਾਂ ਤੋਂ ਲੜੋਗੇ ਤਾਂ ਤੁਹਾਨੂੰ ਜਿੱਤ ਹਾਸਲ ਹੋਵੇਗੀ। ਤਾਂ ਖੁਦਾਵੰਦ ਕਹੇਗਾ ਵੀ ਸੱਚਮੁੱਚ ਇਹਨਾਂ ਨੇ ਮੇਰੇ ਲਈ, ਮੇਰੇ ਵਚਨ ਦੇ ਲਈ ਇਹਨਾਂ ਲੋਕਾਂ ਨੇ ਸੰਸਾਰ ਨੂੰ ਤਿਆਗਿਆ, ਸੰਸਾਰ ਦੇ ਨਾਲ ਲੜਿਆ ਤੇ ਜਿੱਤ ਪ੍ਰਾਪਤ ਕੀਤੀ ਆ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਸੀਗਾ, ਮੈਂ ਜਿੱਤਿਆ ਅਤੇ ਆਪਣੇ ਪਿਤਾ ਦੇ ਸਿੰਘਾਸਨ ਤੇ ਬੈਠਿਆ। ਤੁਹਾਨੂੰ ਪਤਾ ਜੀ, ਯੀਸ਼ੂ ਮਸੀਹ ਧਰਤੀ ਤੇ ਨਾ ਆਂਦਾ, ਜੇ ਸਾਡੇ ਗੁਨਾਹਾਂ ਪਾਪਾਂ ਦੇ ਲਈ ਉਹ ਜਾਨ ਨਾ ਦਿੰਦਾ ਤੇ ਕਿਸੇ ਦਾ ਛੁਟਕਾਰਾ ਨਹੀਂ ਸੀ ਹੋਣਾ, ਕਿਉਂਕਿ ਕਿਸੇ ਦੂਤ ਦੇ ਦੁਆਰਾ ਛੁਟਕਾਰਾ ਨਹੀਂ ਸੀਗਾ, ਪਵਿੱਤਰ ਲਹੂ ਦੇ ਦੁਆਰਾ ਛੁਟਕਾਰਾ ਸੀਗਾ ਤੇ ਪਵਿੱਤਰ ਲਹੂ ਪ੍ਰਭੂ ਯੀਸ਼ੂ ਮਸੀਹ ਦਾ ਹੈ। ਕਿਉਂਕਿ ਜਦੋਂ ਕੋਈ ਪਵਿੱਤਰ ਹੋਵੇ ਤਾਂ ਹੀ ਦੂਜੇ ਨੂੰ ਪਵਿੱਤਰ ਕਰ ਸਕਦਾ ਹੈ। ਯੀਸ਼ੂ ਮਸੀਹ ਪਵਿੱਤਰ ਸੀਗਾ ਤੇ ਉਹਨੇ ਆਪਣੇ ਲੋਕਾਂ ਨੂੰ ਵੀ ਪਵਿੱਤਰ ਕੀਤਾ, ਲੇਕਿਨ ਪਵਿੱਤਰ ਕਰਨ ਤੋਂ ਪਹਿਲਾਂ ਉਹਨੂੰ ਵੀ ਮੁੱਲ ਤਾਰਨਾ ਪਿਆ। ਤੁਹਾਡੀ ਜਾਨਾਂ ਦਾ ਮੁੱਲ ਤਾਰਨਾ ਪਿਆ, ਤੁਹਾਡੇ ਪ੍ਰਾਣਾਂ ਦਾ ਮੁੱਲ ਤਾਰਨਾ ਪਿਆ। ਉਹਨੂੰ ਮਾਰ ਪਈ, ਕੁੱਟਿਆ ਗਿਆ, ਕਲਵਰੀ ਕਰੂਸ ਤੇ ਉਹਦੀ ਇਨਸਲਟ ਕੀਤੀ ਗਈ। ਤੁਹਾਨੂੰ ਪਤਾ ਜਦੋਂ ਕੋੜੇ ਮਾਰੇ ਗਏ ਤੇ ਉਹਦੀ ਹੱਡੀਆਂ ਵੀ ਦਿਸਣ ਲੱਗ ਪਈਆਂ ਸੀ। ਇੰਨੀ ਬੁਰੀ ਤਰ੍ਹਾਂ ਸਾਡੇ ਪ੍ਰਭੂ ਯੀਸ਼ੂ ਮਸੀਹ ਨੂੰ ਮਾਰਿਆ ਗਿਆ। ਉਹ ਕਿਉਂ ਧਰਤੀ ਤੇ ਆਇਆ, ਕਿਉਂ ਇੰਨਾ ਦੁੱਖ ਚੱਲਿਆ? ਅੱਜ ਲੋਕੀ ਸੋਚਦੇ ਵੀ ਯੀਸ਼ੂ ਮਸੀਹ ਚੰਗਿਆਈ ਦੇਣ ਵਾਲਾ, ਬਰਕਤਾਂ ਦੇਣ ਵਾਲਾ, ਕੋਠੀਆਂ ਦੇਣ ਵਾਲਾ। ਇਹ ਚੰਗਿਆਈ ਬਰਕਤਾਂ ਤਾਂ ਉਹ ਵੈਸੇ ਹੀ ਦੇ ਦਿੰਦਾ ਆ, ਲੇਕਿਨ ਯੀਸ਼ੂ ਮਸੀਹ ਧਰਤੀ ਤੇ ਕਿਉਂ ਆਇਆ? ਉਹ ਜੀਵਨ ਦੇਣ ਆਇਆ। ਉਹ ਤੁਹਾਨੂੰ ਸਿਖਾਉਣ ਆਇਆ ਵੀ ਤੁਸੀਂ ਸੰਸਾਰ 'ਚ ਰਹਿੰਦੇ ਹੋਏ ਇਸ ਸੰਸਾਰ ਦੇ ਦੁਸ਼ਟ ਆਤਮਿਆਂ ਦੇ ਨਾਲ ਕਿੱਦਾਂ ਲੜਨਾ ਆ, ਕਿੱਦਾਂ ਤੁਸੀਂ ਉਹਨਾਂ ਤੋਂ ਬਚਣਾ ਆ। ਉਹੀ ਮਨੁੱਖ ਸੰਸਾਰ ਦੇ ਦੁਸ਼ਟ ਆਤਮਿਆਂ ਤੇ ਸੰਸਾਰ ਦੇ ਪਾਣੀ ਤੋਂ ਬਚ ਸਕਦਾ ਜਿਹਦੇ ਉੱਪਰ ਪਵਿੱਤਰ ਆਤਮਾ ਦੀ ਮੋਹਰ ਆ। ਤੇ ਪਵਿੱਤਰ ਆਤਮਾ ਦੀ ਮੋਹਰ ਕੱਲਾ ਬਸਮਾ ਲੈਣ ਦੇ ਨਾਲ ਨਹੀਂ ਲੱਗਦੀ ਵੀ ਤੁਸੀਂ ਕਹੋਗੇ ਅਸੀਂ ਤਾਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲੈ ਲਿਆ, ਸ਼ਾਇਦ ਅਸੀਂ ਬਚ ਗਏ ਆ। ਬੈਪਟਾਈਜ਼ ਲੈਣਾ ਬਚਾਵ ਨੂੰ ਨਹੀਂ ਦਰਸਾਉਂਦਾ। ਤੁਹਾਡੇ ਕੰਮਾਂ ਦੁਆਰਾ ਪਤਾ ਲੱਗਣਾ ਜਦੋਂ ਤੁਸੀਂ ਜੀਵਨ ਬਤੀਤ ਕਰਨਾ। ਜਦੋਂ ਇੱਕ ਬੱਚਾ ਸਕੂਲ 'ਚ ਐਡਮਿਸ਼ਨ ਲੈਂਦਾ ਆ, ਜਦੋਂ ਨਰਸਰੀ ਸਕੂਲ 'ਚ ਕਿਸੇ ਨਰਸਰੀ ਦੇ ਵਿੱਚ ਐਡਮਿਸ਼ਨ ਲੈਂਦਾ ਆ, ਉਹਦੀ ਪਹਿਲੀ ਕਲਾਸ ਹੁੰਦੀ ਹੈ ਨਰਸਰੀ, LKG, UKG। ਉਹ ਫਿਰ ਕਰਦੇ 10ਵੀਂ ਕਰਦਾ, 12ਵੀਂ ਕਰਦਾ, ਫਿਰ ਅੱਗੇ ਸਟੱਡੀ ਕਰਦਾ, ਫਿਰ ਜਾ ਕੇ ਕਿਸੇ ਮੁਕਾਮ ਤੇ ਪਹੁੰਚਦਾ। ਲੇਕਿਨ ਐਡਮਿਸ਼ਨ ਹੋਣ ਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਬਚ ਗਏ, ਜਾਂ ਬੱਚੇ ਦੀ ਐਡਮਿਸ਼ਨ ਸਕੂਲ 'ਚ ਕਰਾਤੀ ਤੇ ਸਮਝ ਲਓ ਵੀ ਬੱਚਾ ਤਾਂ ਜੀ ਪੜ ਗਿਆ। ਪੜਿਆ ਨਹੀਂ ਆ, ਉਹਨੂੰ ਕਈ ਦਿੱਕਤਾਂ 'ਚੋਂ ਨਿਕਲਣਾ ਪੈਂਦਾ, ਕਈ ਪਰੇਸ਼ਾਨੀਆਂ 'ਚੋਂ ਨਿਕਲਣਾ ਪੈਂਦਾ ਆ। ਕੁਝ ਔਖੇ ਸਵਾਲ ਉਹਦੇ ਅੱਗੇ ਆਂਦੇ, ਕੁਝ ਸੌਖੇ ਸਵਾਲ ਉਹਦੇ ਅੱਗੇ ਆਂਦੇ। ਉਹਨਾਂ ਕੰਡੀਸ਼ਨਾਂ ਦੇ ਵਿੱਚੋਂ ਨਿਕਲਣਾ ਪੈਂਦਾ। ਉਹ ਸਕੂਲ ਜਾਂਦਾ ਬਿਮਾਰ ਹੁੰਦਾ ਆ, ਕਈ ਵਾਰੀ ਉਹਦੇ ਉੱਪਰ ਸਟ੍ਰੈਸ ਪੈਂਦਾ ਪੜ੍ਹਾਈ ਦਾ, ਫਿਰ ਜਾ ਕੇ ਉਹ ਹੌਲੀ ਹੌਲੀ ਅੱਗੇ ਤੋਂ ਅੱਗੇ ਵੱਧਦਾ ਆ, ਇੱਕ ਦਿਨ ਉਸ ਮੁਕਾਮ ਨੂੰ ਹਾਸਲ ਕਰਦਾ ਆ। ਇਸੇ ਤਰ੍ਹਾਂ ਜਦੋਂ ਤੁਹਾਡਾ ਬੈਪਟਾਈਜ਼ ਹੁੰਦਾ ਆ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ, ਤੁਹਾਡੀ ਐਡਮਿਸ਼ਨ ਹੁੰਦੀ ਆ ਮਸੀਹ ਦੇ ਵਿੱਚ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਬਚਾ ਲਏ ਗਏ, ਤੁਸੀਂ ਉਹਦੇ ਥੱਲੇ ਆ ਜਾਂਦੇ ਹੋ, ਉਹਦੇ ਲਹੂ ਦੇ ਥੱਲੇ, ਉਹਦੀ ਸੇਫਟੀ ਵਿੱਚ ਆ ਜਾਂਦੇ ਹੋ। ਲੇਕਿਨ ਸੇਫਟੀ 'ਚ ਰਹਿਣਾ ਵੀ ਪੈਣਾ ਆ। ਉਹਦੀ ਕਿਸ਼ਤੀ ਦੇ ਵਿੱਚੋਂ, ਉਹਦੇ ਵਚਨ ਦੇ ਦਾਇਰੇ ਵਿੱਚੋਂ ਕੋਈ ਮਨੁੱਖ ਫਿਰ ਬਾਹਰ ਨਹੀਂ ਜਾ ਸਕਦਾ। ਜੇ ਜਾਂਦਾ ਆ ਤੇ ਉਹਦੇ ਘਰਾਂ ਦੇ ਉੱਪਰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ, ਉਹ ਬਚਦਾ ਨਹੀਂ ਆ ਫਿਰ। ਕਿਉਂਕਿ ਇਹ ਤੁਹਾਨੂੰ ਪਤਾ ਇੱਕ ਰੂਲ ਹੁੰਦਾ ਆ, ਦੇਸ਼ਾਂ ਦਾ ਵੀ ਰੂਲ ਹੈ। ਇੱਕ ਬਾਰਡਰ ਬਣਾਏ ਗਏ ਹੁੰਦੇ ਆ, ਬਾਰਡਰ ਤੋਂ ਬਾਹਰ ਜਦੋਂ ਕੋਈ ਉਸ ਦੇਸ਼ ਦਾ ਵਸਨੀਕ ਦੂਜੇ ਬਾਰਡਰ ਵਿੱਚ ਜਾਂਦਾ, ਉਹਨੂੰ ਫੜ ਲਿਆ ਜਾਂਦਾ ਜਾਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ। ਇਸੇ ਤਰ੍ਹਾਂ ਵਚਨ ਦਾ ਵੀ ਇੱਕ ਦਾਇਰਾ, ਇੱਕ ਬਾਰਡਰ ਆ। ਜਦੋਂ ਕੋਈ ਮਨੁੱਖ ਉਸ ਤੋਂ ਬਾਹਰ ਜਾਂਦਾ ਆ ਤੇ ਕੀ ਹੁੰਦਾ? ਸ਼ੈਤਾਨ ਹੁੰਦਾ ਆ। ਫਿਰ ਤੁਹਾਨੂੰ ਪਤਾ ਜਦੋਂ ਸ਼ੈਤਾਨ ਆਂਦਾ ਆ ਤੇ ਸ਼ੈਤਾਨ ਫਿਰ ਰਗੜ ਕੇ ਰੱਖ ਦਿੰਦਾ ਬੰਦੇ ਨੂੰ। ਇਸ ਕਰਕੇ ਜਿਹੜਾ ਮਨੁੱਖ ਉਹਦੇ ਦਾਇਰੇ ਵਿੱਚ ਰਹਿੰਦਾ ਆ, ਸ਼ੈਤਾਨ ਫਿਰ ਉਹਨੂੰ ਛੂੰਹਦਾ ਨਹੀਂ। ਜੇ ਉਹਦੇ ਉੱਪਰ ਦਿੱਕਤ ਪਰੇਸ਼ਾਨੀ ਵੀ ਆ ਜਾਏ ਤਾਂ ਯਹੋਵਾ ਯਿਰੇ ਖੁਦ ਮੁਹੱਈਆ ਕਰਨ ਲਈ ਥੱਲੇ ਉਤਰ ਜਾਂਦਾ। ਇਸ ਕਰਕੇ ਹਮੇਸ਼ਾ ਉਹਦੇ ਦਾਇਰੇ ਵਿੱਚ ਰਹਿਣਾ ਹੈ। ਇਹ ਨਾ ਸੋਚੋ ਤੰਗੀਆਂ ਮੁਸੀਬਤਾਂ ਆ ਗਈਆਂ, ਜੇ ਤੰਗੀਆਂ ਆ ਗਈਆਂ ਕਹੋ ਪ੍ਰਭੂ ਜੀ ਤੇਰਾ ਧੰਨਵਾਦ, ਇਹ ਮੁਸੀਬਤਾਂ ਲਈ, ਇਹਨਾਂ ਬਿਮਾਰੀਆਂ ਲਈ, ਇਹਨਾਂ ਤਕਲੀਫਾਂ ਦੇ ਲਈ ਤੇਰਾ ਧੰਨਵਾਦ। ਤੂੰ ਮੇਰੀ ਰਗੜਾਈ ਕਰ ਰਿਹਾ। ਬਿਨਾਂ ਰਗੜਾਈ ਤੋਂ ਇੱਟ ਨੂੰ ਮਿਸਤਰੀ ਦੀਵਾਰ 'ਚ ਨਹੀਂ ਲਗਾਉਂਦਾ, ਉਹਨੂੰ ਕੱਟਦਾ ਵੱਧਦਾ, ਉਹਨੂੰ ਫਿੱਟ ਕਰਕੇ ਦੀਵਾਰ 'ਚ ਲਾਉਂਦਾ ਹੈ। ਇਸੇ ਤਰ੍ਹਾਂ ਇੱਕ ਮਸੀਹ ਜੀਵਨ ਹੈ। ਜਦੋਂ ਤੁਹਾਡੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਆ, ਪਰੇਸ਼ਾਨੀ ਨਹੀਂ ਆ, ਤੇ ਤੁਸੀਂ ਸੋਚ ਰਹੇ ਹੋ ਵੀ ਬਹੁਤ ਵਧੀਆ ਜੀਵਨ ਆ, ਪ੍ਰਭੂ ਦੇ ਵਿੱਚ ਬਰਕਤਾਂ ਮਿਲ ਗਈਆਂ, ਆਸ਼ੀਸ਼ਾਂ ਮਿਲ ਗਈਆਂ, ਭਾਈ ਬ੍ਰੈਨਮ ਨੇ ਕਿਹਾ, ਫਿਰ ਸ਼ੈਤਾਨ ਨੇ ਤੁਹਾਨੂੰ ਫੜਿਆ ਹੋਇਆ ਹੈ। ਜੇ ਤੁਹਾਡੇ ਜੀਵਨ 'ਚ ਦੁੱਖਾਂ ਮੁਸੀਬਤਾਂ ਨਹੀਂ ਆ, ਪਰੇਸ਼ਾਨੀਆਂ, ਜੇ ਤੁਹਾਡੇ ਜੀਵਨ 'ਚ ਦੁੱਖ ਮੁਸੀਬਤ ਪਰੇਸ਼ਾਨੀ ਆ, ਤੇ ਸਮਝ ਲਓ ਤੁਸੀਂ ਸ਼ੈਤਾਨ ਦੇ ਹੱਥਾਂ ਦੇ ਵਿੱਚ ਨਹੀਂ, ਤੁਸੀਂ ਖੁਦਾ ਦੇ ਹੱਥਾਂ ਦੇ ਵਿੱਚ ਹੋ। ਕਿਉਂਕਿ ਖੁਦਾਵੰਦ ਕੀ ਕਰ ਰਿਹਾ? ਤੁਹਾਨੂੰ ਟ੍ਰੇਨਿੰਗ ਦੇ ਰਿਹਾ ਆ ਵੀ ਸੰਸਾਰ ਦੇ ਪਾਣੀ ਵਿੱਚ ਕਿੱਦਾਂ ਤੈਰਨਾ ਆ। ਜਿਹੜਾ ਮਨੁੱਖ ਪਾਣੀ 'ਚ ਤੈਰਨਾ ਨਹੀਂ ਨਾ ਜਾਣਦਾ,
ਉਹ ਡੁੱਬ ਜਾਂਦਾ ਹੈ। ਤੁਹਾਨੂੰ ਪਤਾ ਜਿਹੜੇ ਤੈਰਾਕੂ ਜਿਹਨੂੰ ਤੈਰਨਾ ਆਉਂਦਾ ਉਹ ਜਿੱਥੇ ਮਰਜ਼ੀ ਚਲਾ ਜਾਵੇ, ਉਹਨੂੰ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ, ਲੇਕਿਨ ਉਹਦੇ ਕੋਲ ਟ੍ਰੇਨਿੰਗ ਹੁੰਦੀ ਆ। ਕਿਹੜੀ ਟ੍ਰੇਨਿੰਗ ਹੁੰਦੀ ਆ? ਤੈਰਨ ਦੀ ਟ੍ਰੇਨਿੰਗ ਹੁੰਦੀ। ਉਹ ਤੈਰਦਾ, ਹੱਥ ਪੈਰ ਮਾਰਦਾ, ਉਹਨੂੰ ਪਤਾ ਵੀ ਆਪਣਾ ਸਾਹ ਰੋਕ ਕੇ ਮੈਂ 5 ਮਿੰਟ 10 ਮਿੰਟ ਗੋਤਾ ਨੀਚੇ ਚਲਾ ਵੀ ਜਾਵਾਂ, ਗੋਤਾ ਵੀ ਲੈ ਲਵਾਂ, ਮੈਨੂੰ ਤਾਂ ਵੀ ਕੋਈ ਟੈਨਸ਼ਨ ਨਹੀਂ ਹੈ, ਕਿਉਂਕਿ ਉਹਦੇ ਵਿੱਚ ਟ੍ਰੇਨਿੰਗ, ਉਹਨੂੰ ਤਜਰਬਾ ਹੁੰਦਾ। ਇਸੇ ਤਰ੍ਹਾਂ ਖੁਦਾਵੰਦ ਜਦੋਂ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਵਿੱਚ ਪਾਉਂਦਾ, ਤੁਹਾਨੂੰ ਤਜਰਬੇਕਾਰੀ ਕਰਾਉਂਦਾ ਹੈ, ਤਜਰਬਾ ਕਰਾਉਂਦਾ ਤੁਹਾਨੂੰ। ਉਹ ਬਿਨਾਂ ਤਜਰਬੇ ਤੋਂ ਰੈਪਚਰ ਵਿੱਚ ਨਹੀਂ ਲੈ ਕੇ ਜਾਵੇਗਾ। ਇਹ ਗੱਲ ਯਾਦ ਰੱਖਿਓ। ਇਹ ਨਹੀਂ ਆ ਸੰਦੇਸ਼ ਵਾਲੇ ਚਰਚ ਆ ਗਏ ਜੀ, ਭਾਈ ਬ੍ਰੈਨਮ ਹੀ ਨਬੀ ਆ, ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲੈ ਲਿਆ, ਚੰਦਾ ਪਾਤਾ ਤੇ ਤੁਸੀਂ ਕਹੋਗੇ ਹੁਣ ਸਾਡਾ ਰੈਪਚਰ ਆ, ਬਾਹਰ ਭਾਵੇਂ ਹਰਾਮਕਾਰੀਆਂ ਕਰੀ ਜਾਓ। ਏਦਾਂ ਨਹੀਂ ਆ। ਤੁਹਾਨੂੰ ਉਹਨੇ ਪਰਖਣਾ ਆ, ਤੁਹਾਨੂੰ ਰਗੜਨਾ ਆ ਪੂਰੀ ਤਰ੍ਹਾਂ। ਜਦੋਂ ਤੁਸੀਂ ਉਸ ਪਰਖ 'ਚੋਂ ਪਾਸ ਹੋਵੋਗੇ, ਠੀਕ ਆ, ਫਿਰ ਪਤਾ ਲੱਗਣਾ ਵੀ ਹਾਂ ਤੁਸੀਂ ਅੱਡ ਕੀਤੇ ਹੋਏ ਲੋਕ। ਸ਼ਰਦਕ ਮੇਸ਼ਕ ਅਬਦਨਗੋ ਨੂੰ ਨਹੀਂ ਪਰਖਿਆ ਗਿਆ, ਰਗੜੇ ਨਹੀਂ ਗਏ ਉਹ ਲੋਕ, ਮੁਸੀਬਤ ਵਿੱਚ ਗਏ। ਦਾਨੀਏਲ ਸ਼ੇਰਾਂ ਦੇ ਘੁਰਨੇ ਵਿੱਚ ਗਿਆ, ਕੀ ਕੁਛ ਨਹੀਂ ਹੋਇਆ ਨਬੀਆਂ ਰਸੂਲਾਂ ਦੇ ਨਾਲ। ਪਤਰਸ ਨੂੰ ਕਿੱਦਾਂ ਮਾਰਿਆ ਗਿਆ, ਸੰਤ ਪੌਲੁਸ ਨੂੰ 5 ਵਾਰੀ ਕੋੜੇ ਮਾਰੇ ਗਏ, ਉਹ ਵੀ ਤਾਂ ਬੰਦਾ ਸੀਗਾ। 5 ਵਾਰੀ ਕੋੜੇ ਮਾਰੇ ਗਏ, ਕੁੱਟਿਆ ਗਿਆ, ਬੇਇੱਜ਼ਤੀ ਕੀਤੀ ਗਈ, ਲੇਕਿਨ ਉਹ ਪਾਪ ਵੱਲ ਨਹੀਂ ਗਿਆ, ਕਿਉਂਕਿ ਉਹਦੇ ਅੰਦਰ ਵਚਨ ਆ ਗਿਆ ਸੀਗਾ। ਜਦੋਂ ਤੁਹਾਡੇ ਅੰਦਰ ਵਚਨ ਆਵੇਗਾ ਤੇ ਤੁਸੀਂ ਇਸ ਸੰਸਾਰ ਦੇ ਪਾਣੀ 'ਚ ਤੈਰਨਾ ਸਿੱਖ ਜਾਓਗੇ। ਤੁਹਾਨੂੰ ਪਤਾ ਹੋਊਗਾ ਵੀ ਹੁਣ ਛਲ ਵੱਡੀ ਆ ਰਹੀ ਆ ਤੇ ਹੁਣ ਕਿੱਦਾਂ ਬਚਾਵ ਕਰਨਾ ਆ, ਲੇਕਿਨ ਤੁਹਾਨੂੰ ਰਹਿਣਾ ਸੰਸਾਰ ਦੇ ਵਿੱਚ ਹੀ ਪੈਣਾ ਆ। ਇਹ ਨਹੀਂ ਹੈ ਵੀ ਸੰਸਾਰ ਤੋਂ ਤੁਸੀਂ ਬਾਹਰ ਚੱਲ ਜਾਓਗੇ ਜਾਂ ਤੁਸੀਂ ਕਿਸੇ ਜੰਗਲ 'ਚ ਚੱਲ ਜਾਓਗੇ, ਤੁਹਾਨੂੰ ਰਹਿਣਾ ਇਸ ਸੰਸਾਰ 'ਚ ਪੈਣਾ, ਲੇਕਿਨ ਤੁਹਾਨੂੰ ਸਿੱਖਣਾ ਪੈਣਾ ਵੀ ਸੰਸਾਰ ਦੇ ਵਿੱਚ ਕਿੱਦਾਂ ਜੀਵਨ ਬਤੀਤ ਕਰਨਾ। ਇਹ ਤੁਹਾਨੂੰ ਜੀਣਾ ਨਹੀਂ ਆਵੇਗਾ, ਇਹ ਸੰਸਾਰ ਦਾ ਪਾਣੀ ਤੁਹਾਨੂੰ ਡੁਬਾ ਦੇਵੇਗਾ। ਤੇ ਤੁਹਾਨੂੰ ਪਤਾ ਕਿਹੜੇ ਰੈਪਚਰ 'ਚ ਜਾਣਗੇ? ਜਿਹੜੇ ਤੈਰਨਾ ਜਾਣਦੇ ਆ, ਜਿਨ੍ਹਾਂ ਨੂੰ ਪਤਾ ਆ ਜਿੰਨੀ ਮਰਜ਼ੀ ਛਲ ਉੱਚੀ ਆਵੇ, ਜਿੰਨੀ ਮਰਜ਼ੀ ਵੱਡੀ ਮੁਸੀਬਤ ਆਵੇ, ਅਸੀਂ ਘੁਟਨੇ ਟੇਕ ਲੈਣੇ ਯੀਸ਼ੂ ਮਸੀਹ ਦੇ ਅੱਗੇ। ਖੁਦਾਵੰਦ ਮੇਰੀ ਅਗਵਾਈ ਕਰ। ਜੇ ਤੂੰ ਸ਼ਰਦਕ ਮੇਸ਼ਕ ਅਬਦੇਨਗੋ ਦੀ ਅਗਵਾਈ ਕਰ ਸਕਦਾ ਸੀ, ਦਾਨੀਏਲ ਦੀ ਅਗਵਾਈ ਕਰ ਸਕਦਾ ਸੀ, ਸੰਤ ਪੌਲੁਸ ਦੀ ਅਗਵਾਈ ਕਰ ਸਕਦਾ ਸੀ, ਪਤਰਸ ਦੀ ਅਗਵਾਈ ਕਰ ਸਕਦਾ ਸੀਗਾ, ਯਿਰਮੀਆ ਨਬੀ ਦੀ ਅਗਵਾਈ ਕਰ ਸਕਦਾ ਸੀ, ਏਲੀਆ ਨਬੀ ਦੀ ਅਗਵਾਈ ਕਰ ਸਕਦਾ ਸੀ, ਐਲੀਸ਼ਾ ਦੀ ਅਗਵਾਈ ਕਰ ਸਕਦਾ ਸੀ, ਤੇ ਮੇਰੀ ਵੀ ਅਗਵਾਈ ਕਰ, ਮੇਰੇ ਤੇ ਵੀ ਦਇਆ ਕਰ। ਫਿਰ ਖੁਦਾਵੰਦ ਆਂਦਾ ਹੈ, ਉਹਨੂੰ ਪਤਾ ਵੀ ਇਹ ਬੰਦਾ ਹਿੰਮਤ ਨਹੀਂ ਹਾਰੂਗਾ, ਛਲ ਜਿੰਨੀ ਮਰਜ਼ੀ ਵੱਡੀ ਆ, ਇਹ ਹਿੰਮਤ ਨਹੀਂ ਹਾਰਦਾ। ਜੁਨਾ ਨਬੀ ਮੱਛੀ ਦੇ ਪੇਟ ਵਿੱਚ ਚਲਾ ਗਿਆ, ਉਹਨੇ ਹਿੰਮਤ ਨਹੀਂ ਹਾਰੀ। ਜਦੋਂ ਉਹਨੇ ਦੇਖਿਆ ਮੇਰੇ ਤੋਂ ਗਲਤੀ ਹੋਈ ਆ, ਉਹਨੇ ਪੁਕਾਰਿਆ, ਹੇ ਪਿਤਾ ਮੈਨੂੰ ਮਾਫ ਕਰ। ਤੇ ਖੁਦਾਵੰਦ ਨੇ ਮੱਛੀ ਨੂੰ ਕਿਹਾ, ਜਾ ਇਹਨੂੰ ਸਮੁੰਦਰ ਦੇ ਪਾਰ ਜਾ ਕੇ ਹਲ ਦੇ ਉੱਪਰ ਉਗਲ ਦੇ। ਤੇ ਉਹ ਬਾਹਰ ਆ ਗਿਆ। ਖੁਦਾਵੰਦ ਪਤਾਲ ਦੇ ਵਿੱਚੋਂ ਵੀ ਆਪਣੇ ਲੋਕਾਂ ਦੀ ਪ੍ਰਾਰਥਨਾ ਸੁਣ ਲੈਂਦਾ। ਲੇਕਿਨ ਹੁਣ ਵਿਸ਼ਵਾਸੀ, ਇਸ ਕਰਕੇ ਸੰਸਾਰ ਇੱਕ ਪਾਣੀ ਆ, ਸੰਸਾਰ ਦੇ ਵਿੱਚ ਜੇ ਰਹਿਣਾ ਆ ਬਹੁਤ ਜ਼ਰੂਰੀ ਆ ਵੀ ਤੁਸੀਂ ਅੱਡ ਕੀਤੇ ਗਏ ਹੋਵੋ। ਜੇ ਤੁਸੀਂ ਅੱਡ ਨਹੀਂ ਹੋਵੋਗੇ ਤੇ ਫਿਰ ਮੁਸ਼ਕਲ ਖੜੀ ਹੋ ਜਾਵੇਗੀ। ਆਓ ਅਸੀਂ ਕੱਢਦੇ ਆ ਪਹਿਲਾ ਕੁਰਿੰਥੀਆਂ 15 ਦੀ 51 52 53 ਪੜਾਂਗੇ। ਪਹਿਲਾ ਕੁਰਿੰਥੀਆਂ ਪਹਿਲਾ ਕੁਰਿੰਥੀਆਂ 15 ਦੀ 51 52 53। ਵੇਖੋ ਮੈਂ ਇੱਕ ਭੇਦ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਸਭੇ ਛਿਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕਣ ਦੀ ਤੁਰੀ ਫੂਕਦੇ ਸਾਰ ਹੋਰ ਤੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਕਿਉਂ ਜੋ ਜ਼ਰੂਰ ਹੈ ਕਿ ਨਾਸ਼ਵਾਨ ਅਵਿਨਾਸ਼ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ। ਪਰ ਜਾਂ ਇਹ ਨਾਸ਼ਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ, ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ। ਮੌਤ ਦੀ ਫਤਿਹ ਦੀ ਬੁਰਕੀ ਹੋ ਗਈ। ਹੇ ਮੌਤ ਤੇਰੀ ਫਤਿਹ ਕਿੱਥੇ ਹੈ? ਹੇ ਮੌਤ ਤੇਰਾ ਡੰਗ ਕਿੱਥੇ ਹੈ? ਹੁਣ ਬਾਈਬਲ ਬਿਆਨ ਕਰਦੀ ਆ ਵੀ ਅਸੀਂ ਹੋਰ ਤੇ ਹੋਰ ਹੋ ਜਾਵਾਂਗੇ। ਅੱਖ ਚਮਕਦੇ ਸਾਰ ਹੀ ਰੈਪਚਰ ਹੋਵੇਗਾ। ਤੁਹਾਨੂੰ ਪਤਾ ਜਿਹੜੇ ਪ੍ਰਭੂ ਵਿੱਚ ਸੋ ਗਏ ਆ, ਕਿਉਂਕਿ ਖੁਦਾ ਦੇ ਲੋਕ ਕਦੇ ਮਰਦੇ ਨਹੀਂ। ਇੱਥੇ ਲਿਖਿਆ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ। ਅਮਰਤਾ
ਤੁਹਾਨੂੰ ਪਤਾ ਜਿਨ੍ਹਾਂ ਦੇ ਰੈਪਚਰ ਦੇ ਵਿੱਚ ਜਾਣਾ, ਚਾਹੇ ਸੰਸਾਰ ਦੀ ਨਜ਼ਰਾਂ 'ਚ ਉਹਨਾਂ ਦਾ ਜਨਾਜ਼ਾ ਪੜਿਆ ਜਾ ਚੁੱਕਿਆ ਆ, ਉਹਨਾਂ ਦੇ ਜਿਹੜੀ ਹੱਡੀਆਂ ਦੇ ਉੱਪਰੋਂ ਮਾਸ ਕੀੜਿਆਂ ਨੇ ਖਾ ਲਿਆ ਆ, ਚਾਹੇ ਕੁਝ ਵੀ ਕਿਉਂ ਨਹੀਂ ਹੋ ਗਿਆ। ਭਾਈ ਬ੍ਰੈਨਮ ਨੇ ਕਿਹਾ ਚਾਹੇ ਤੁਹਾਡੀ ਥੋੜੀ ਜਿਹੀ ਸਥਾਨ ਦੇ ਵਿੱਚ ਰਾਖ, ਤੁਹਾਡੀ ਥੋੜੀ ਜਿਹੀ ਮਿੱਟੀ ਵੀ ਕਿਉਂ ਨਾ ਬਚੀ ਹੋਵੇ, ਜਦੋਂ ਯੀਸ਼ੂ ਮਸੀਹ ਨੇ ਆਣਾ ਆ ਉਹ ਤੁਹਾਨੂੰ ਰੈਪਚਰ ਦੇ ਲਈ ਫਿਰ ਖੜਾ ਕਰ ਦੇਵੇਗਾ। ਅੱਜ ਲੋਕ ਸੋਚਦੇ ਆ ਵੀ ਇਹ ਭਾਈ ਸੰਦੇਸ਼ 'ਚ ਸੀ, ਇਹ ਭੈਣ ਸੰਦੇਸ਼ 'ਚ ਸੀ, ਇਹ ਤਾਂ ਖਤਮ ਹੋ ਗਿਆ, ਕੰਮ ਖਤਮ ਹੋ ਗਿਆ। ਕੰਮ ਨਹੀਂ ਖਤਮ ਹੋਇਆ, ਕੰਮ ਸ਼ੁਰੂ ਹੋਇਆ ਆ। ਜਦੋਂ ਯੀਸ਼ੂ ਮਸੀਹ ਨੇ ਆਣਾ ਆ, ਜਿੰਨੇ ਲੋਕ ਸੁੱਤੇ ਆ ਉਹਨਾਂ ਨੇ ਖੜੇ ਹੋ ਜਾਣਾ ਤਾਂ ਕਿ ਜਿਉਂਦਿਆਂ ਦੇ ਨਾਲ ਉਹ ਰੈਪਚਰ ਦੇ ਵਿੱਚ ਜਾ ਸਕਣ। ਤੇ ਰੈਪਚਰ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਇਸ ਸੰਸਾਰ ਦੇ ਪਾਣੀ ਨੂੰ ਪਾਰ ਕਰਨਾ ਪਵੇਗਾ, ਕਿਉਂਕਿ ਰੈਪਚਰ ਕੋਈ ਸੌਖੀ ਗੱਲ ਨਹੀਂ ਹੈ ਤੇ ਕੋਈ ਔਖੀ ਗੱਲ ਵੀ ਨਹੀਂ ਹੈ। ਜਿਹਨੇ ਚੱਲਣਾ ਆ ਉਹਦੇ ਵਾਸਤੇ ਰੈਪਚਰ 'ਚ ਜਾਣਾ ਕੋਈ ਔਖਾ ਨਹੀਂ ਹੈ। ਬਹੁਤ ਸਿੰਪਲ ਗੱਲ ਆ, ਸੰਸਾਰ ਦਾ ਤਿਆਗ ਕਰ ਦਿਓ। ਜੋ ਯੀਸ਼ੂ ਮਸੀਹ ਦਾ ਵਚਨ ਕਹਿੰਦਾ ਆ ਉਹ ਕਰੋ। ਕਿੱਦਾਂ ਰਸੂਲਾਂ ਨਬੀਆਂ ਨੇ ਆਪਣੀ ਖਵਾਇਸ਼ਾਂ ਨੂੰ ਮਾਰਿਆ, ਆਪਣੇ ਉਦੇਸ਼ਾਂ ਨੂੰ ਮਾਰਿਆ ਤੇ ਕਿੱਦਾਂ ਜੀਵਨ 'ਚ ਉਹਨਾਂ ਨੇ ਪ੍ਰਵੇਸ਼ ਕੀਤਾ। ਹੁਣ ਨਬੀ ਕਹਿੰਦਾ ਤੁਹਾਡੇ ਜੀਵਨ 'ਚ ਉਦੇਸ਼ ਹੋਣਾ ਚਾਹੀਦਾ ਹੈ। ਜੇ ਤੁਹਾਡੇ ਜੀਵਨ 'ਚ ਉਦੇਸ਼ ਨਹੀਂ ਆ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਅੱਜ ਲੋਕਾਂ ਦੇ ਜੀਵਨਾਂ ਦੇ ਵਿੱਚ ਉਦੇਸ਼ ਨਹੀਂ ਆ। ਹੁਣ ਤੁਹਾਨੂੰ ਪਤਾ ਜਦੋਂ ਨਬੀ ਭਾਈ ਵਿਲੀਅਮ ਬ੍ਰੈਨਮ ਛੋਟਾ ਬੱਚਾ ਸੀ ਤੇ ਦੂਤ ਉਹਦੇ ਕੋਲ ਆਇਆ ਤੇ ਦੂਤ ਨੇ ਕੀ ਕਿਹਾ? ਦੂਤ ਕਹਿੰਦਾ ਤੂੰ ਆਪਣੇ ਆਪ ਨੂੰ ਦੂਸ਼ਿਤ ਨਹੀਂ ਕਰਨਾ, ਕਿਉਂਕਿ ਤੁਹਾਨੂੰ ਪਤਾ ਆ ਜਿਹੜੇ ਖੁਦਾ ਦੇ ਲੋਕ ਹੁੰਦੇ ਆ ਉਹ ਆਪਣੇ ਆਪ ਨੂੰ ਸੰਸਾਰ ਤੋਂ ਦੂਸ਼ਿਤ ਨਹੀਂ ਕਰਦੇ। ਉਹ ਕਹਿੰਦਾ ਤੂੰ ਸ਼ਰਾਬ ਨਹੀਂ ਪੀਣੀ, ਤੂੰ ਸਿਗਰਟ ਨਹੀਂ ਪੀਣੀ, ਤੂੰ ਔਰਤਾਂ ਦੇ ਨਾਲ ਆਪਣੇ ਆਪ ਨੂੰ ਦੂਸ਼ਿਤ ਨਹੀਂ ਕਰਨਾ। ਉਹ ਕਹਿੰਦਾ ਤੁਸੀਂ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ। ਜਿਹੜੇ ਖੁਦਾ ਦੇ ਪਵਿੱਤਰ ਲੋਕ ਆ, ਉਹਦੇ ਸੰਤ ਲੋਕ ਆ, ਜਿਨ੍ਹਾਂ ਨੇ ਰੈਪਚਰ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ, ਤੁਹਾਨੂੰ ਪਤਾ ਉਹਨਾਂ ਨੇ ਸੰਸਾਰ ਨੂੰ ਤਿਆਗਿਆ ਹੈ। ਉਹ ਔਰਤਾਂ ਨੂੰ ਬੁਰੀ ਨਜ਼ਰਾਂ ਨਾਲ ਨਹੀਂ ਦੇਖਦੇ, ਉਹ ਸਿਗਰਟਾਂ ਨਹੀਂ ਪੀਂਦੇ, ਉਹ ਸ਼ਰਾਬ ਨਹੀਂ ਪੀਂਦੇ। ਇਸੇ ਤਰ੍ਹਾਂ ਦੂਤ ਨੇ ਭਾਈ ਬ੍ਰੈਨਮ ਨੂੰ ਕਿਹਾ ਸੀਗਾ ਤੂੰ ਆਪਣੇ ਆਪ ਨੂੰ ਦੂਸ਼ਿਤ ਨਹੀਂ ਕਰਨਾ, ਤੈਨੂੰ ਖਾਸ ਕੰਮ ਦੇ ਲਈ ਸਥਾਪਿਤ ਕੀਤਾ ਗਿਆ ਹੈ, ਕਿਉਂਕਿ ਭਾਈ ਬ੍ਰੈਨਮ ਦੇ ਦੁਆਰਾ ਸੰਦੇਸ਼ ਹੋਣਾ ਸੀਗਾ। ਇਸ ਕਰਕੇ ਉਹ ਆਪਣੇ ਲੋਕਾਂ ਨੂੰ ਪਵਿੱਤਰਤਾਈ ਦੇ ਵਿੱਚ ਰੱਖਦਾ ਆ। ਯੀਸ਼ੂ ਮਸੀਹ ਪਵਿੱਤਰ ਸੀ, ਉਹਦਾ ਨਬੀ ਪਵਿੱਤਰ ਸੀ, ਉਹਦੀ ਦੁਲਹਨ ਵੀ ਪਵਿੱਤਰ ਹੈ। ਇਸ ਕਰਕੇ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ, ਸੰਸਾਰ ਤੋਂ ਅਲੱਗ ਤੁਸੀਂ ਰੱਖਣਾ ਹੈ, ਆਪਣੇ ਆਪ ਨੂੰ ਪਵਿੱਤਰਤਾਈ ਦੇ ਵਿੱਚ ਲੈ ਕੇ ਆਣਾ ਹੈ। ਸਮਰਪਿਤ ਜੀਵਨ ਉਦੇਸ਼ ਕੋ ਪੂਰਾ ਕਰਤਾ ਹੈ। ਜੇ ਤੁਹਾਡਾ ਜੀਵਨ ਸਮਰਪਿਤ ਆ ਫਿਰ ਤੁਹਾਡਾ ਜਿਹੜਾ ਵਚਨ ਦੇ ਪ੍ਰਤੀ ਉਦੇਸ਼ ਆ ਉਹ ਉਦੇਸ਼ ਤਾਂ ਹੀ ਪੂਰਾ ਹੋਣਾ ਜਦੋਂ ਤੁਹਾਡਾ ਜੀਵਨ ਸਮਰਪਿਤ ਹੋਵੇਗਾ। ਹੁਣ ਤੁਹਾਨੂੰ ਪਤਾ ਅਲੀਸ਼ਾ ਨੇ ਕਿਹਾ ਸੀ ਔਰਤ ਨੂੰ, ਜਦੋਂ ਗਿਆ ਤੇ ਔਰਤ ਦੇ ਘਰ ਕੁਝ ਨਹੀਂ ਸੀ, ਉਹ ਕਹਿੰਦਾ ਵੀ ਤੇਲ ਦੇ ਨਾਲ ਤੇਰੇ ਭਾਂਡੇ ਭਰ ਜਾਣਗੇ। ਤੇ ਕੀ ਹੋਇਆ? ਉਹ ਕਹਿੰਦਾ ਜੋ ਭਰ ਗਿਆ ਆ ਅਲੀਸ਼ਾ ਹੀ ਸੀਗਾ। ਉਹ ਤੁਸੀਂ ਬਾਈਬਲਾਂ ਵਿੱਚ ਪੜਿਆ ਆ। ਉਹ ਕਹਿੰਦਾ ਜਿਹੜੇ ਭਾਂਡੇ ਭਰ ਕੇ ਉਹਨੂੰ ਅਲੱਗ ਕਰ ਦੇ। ਹੁਣ ਤੁਹਾਨੂੰ ਪਤਾ ਭਰਿਆ ਹੋਇਆ ਖਾਲੀ ਦੇ ਨਾਲ ਨਹੀਂ ਰੱਖਿਆ ਜਾਂਦਾ ਕਦੇ ਵੀ। ਜਿਹੜਾ ਬੰਦਾ ਭਰਿਆ ਆ ਉਹ ਖਾਲੀ ਦੇ ਨਾਲ ਨਹੀਂ ਰਹਿੰਦਾ। ਜਿਹੜਾ ਵਚਨ ਦੇ ਨਾਲ ਭਰਿਆ ਹੋਇਆ ਬੰਦਾ, ਜਿਹੜਾ ਆਤਮਿਕ ਪਰਸਨ ਆ, ਉਹ ਸਰੀਰਕ ਬੰਦਿਆਂ ਦੇ ਨਾਲ ਉਹ ਸਹਿਮਤੀ ਨਹੀਂ ਕਦੇ ਵੀ ਕਰ ਸਕਦਾ। ਉਹਨੂੰ ਅੱਡ ਹੋਣਾ ਪੈਂਦਾ, ਕਿਉਂਕਿ ਉਹਦੇ ਵਿਚਾਰ ਅਲੱਗ ਹੁੰਦੇ ਆ। ਉਹਦੇ ਵਿਚਾਰ ਵਚਨ ਦੇ ਵਿਚਾਰ ਹੁੰਦੇ, ਲੇਕਿਨ ਇੱਕ ਜਿਹੜਾ ਸਰੀਰਕ ਬੰਦਾ ਹੁੰਦਾ, ਖਾਲੀ ਹੁੰਦਾ, ਉਹ ਸੰਸਾਰ ਦੀਆਂ ਗੱਲਾਂ ਕਰਦਾ ਹੈ। ਲੇਕਿਨ ਜਿਹੜਾ ਆਤਮਿਕ ਮਨੁੱਖ ਹੁੰਦਾ ਹੈ ਉਹ ਸੰਸਾਰਿਕ ਗੱਲਾਂ ਨਹੀਂ ਕਰਦਾ, ਉਹ ਹਮੇਸ਼ਾ ਉੱਪਰ ਦੀਆਂ ਗੱਲਾਂ ਕਰਦਾ ਹੈ, ਕਿਉਂਕਿ ਉੱਪਰਲਾ ਮਨੁੱਖ ਹੀ ਉੱਪਰਲੀਆਂ ਗੱਲਾਂ ਕਰ ਸਕਦਾ ਹੈ। ਹੁਣ ਕਹਿੰਦਾ ਤੁਹਾਨੂੰ ਦੁਨੀਆਦਾਰੀ ਤੋਂ ਅਲੱਗ ਰਹਿਣਾ ਪੈਣਾ ਹੈ। ਜਿੱਦਾਂ ਉਹ ਭਰੇ ਹੋਏ ਭਾਂਡੇ ਅਲੱਗ ਕਰ ਦਿੱਤੇ ਗਏ, ਤੁਹਾਨੂੰ ਵੀ ਦੁਨੀਆਦਾਰੀ ਤੋਂ ਅਲੱਗ ਰਹਿਣਾ ਪੈਣਾ, ਕਿਉਂਕਿ ਤੁਸੀਂ ਵਚਨ ਦੇ ਨਾਲ ਭਰੇ ਹੋਏ ਹੋ। ਖਾਲੀ ਔਰ ਭਰਿਆ ਇਕੱਠੇ ਨਹੀਂ ਰਹਿ ਸਕਦੇ। ਜੇ ਤੁਸੀਂ ਭਰੇ ਹੋ, ਤੁਸੀਂ ਖਾਲੀ ਦੇ ਨਾਲ ਨਹੀਂ ਰਹਿ ਸਕਦੇ ਕਦੇ ਵੀ। ਜੇ ਖਾਲੀ ਦੇ ਨਾਲ ਰਹੋਗੇ ਤੇ ਗੜਬੜ ਪੈਦਾ ਹੋ ਜੂਗੀ। ਇਸ ਕਰਕੇ ਵਚਨ ਵੀ ਦੱਸਦਾ ਆ ਵੀ ਜਿਹੜਾ ਆਤਮਿਕ ਮਨੁੱਖ ਤੇ ਸਰੀਰਕ ਮਨੁੱਖ ਇਕੱਠੇ ਨਹੀਂ ਰਹਿ ਸਕਦੇ। ਉਹਨਾਂ ਦੇ ਵਿਚਾਰ ਹੀ ਨਹੀਂ ਮੇਲ ਜੋਲ ਕਰਨੇ। ਇੱਕ ਨੇ ਸਰੀਰ ਦੀ ਗੱਲਾਂ ਕਰੀ ਜਾਣੀਆਂ, ਮੈਂ ਮੇਕਅਪ ਕਰਨਾ, ਮੈਂ ਲਿਪਸਟਿਕ ਲਗਾਣੀ ਆ। ਇੱਕ ਨੇ ਕਹਿਣਾ ਮੈਂ ਰੈਪਚਰ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ, ਮੈਂ ਵਚਨ ਦਾ ਸ਼ਿੰਗਾਰ ਕਰਨਾ। ਕਿੰਨਾ ਫਰਕ ਆ ਇੱਕ ਆਤਮਿਕ ਭੈਣ ਦੇ ਵਿੱਚ ਤੇ ਇੱਕ ਸਰੀਰਕ ਭੈਣ ਦੇ ਵਿੱਚ। ਕਿਉਂਕਿ ਰੈਪਚਰ ਦੇ ਵਿੱਚ ਤਿਆਗ ਕਰਨ ਵਾਲਿਆਂ ਨੇ ਜਾਣਾ, ਜਿਨ੍ਹਾਂ ਨੇ ਵਚਨ ਦੇ ਲਈ ਤਿਆਗ ਕਰਨੇ ਆ, ਇਸ ਸੰਸਾਰ ਦੇ ਪਾਣੀ ਨੂੰ ਪਾਰ ਕਰਨਾ, ਉਹ ਲੋਕ रैप्चर ਚ जाएंगे। कहता आपको दुनियादारी से अलग रहना है, खाली और भरा इकट्ठे नहीं रह सकते।
ਹੁਣ ਤੁਹਾਨੂੰ ਪਤਾ ਖਾਲੀ ਤੇ ਭਰੇ ਇਕੱਠੇ ਨਹੀਂ ਰਹਿ ਸਕਦੇ। ਮਿਕਾਇਲ ਦੂਤ ਵਚਨ ਦੇ ਨਾਲ ਭਰਿਆ ਹੋਇਆ ਸੀਗਾ, ਲੂਸੀਫਰ ਖਾਲੀ ਸੀ, ਕੀ ਹੋਇਆ? ਅਲੱਗ ਕਰ ਦਿੱਤਾ ਗਿਆ। ਲੂਸੀਫਰ ਖਾਲੀ ਸੀ, ਥੱਲੇ ਸਿੱਟ ਦਿੱਤਾ ਗਿਆ। ਮਿਕਾਇਲ ਦੂਤ ਵਚਨ ਨਾਲ ਭਰਿਆ ਸੀ। ਹਾਬਲ ਭਰਿਆ ਹੋਇਆ ਸੀਗਾ ਤੇ ਕੈਨ ਖਾਲੀ ਸੀ ਤੇ ਕੀ ਹੋਇਆ? ਅਲੱਗ ਕਰ ਦਿੱਤਾ ਗਿਆ। ਯਾਕੂਬ ਭਰਿਆ ਸੀਗਾ, ਏਸਾਓ ਖਾਲੀ ਸੀ ਤੇ ਕੀ ਹੋਇਆ? ਅੱਡ ਕਰ ਦਿੱਤਾ ਗਿਆ, ਅਲੱਗ ਕਰ ਦਿੱਤਾ ਗਿਆ। ਯੀਸ਼ੂ ਮਸੀਹ ਭਰਿਆ ਹੋਇਆ ਸੀਗਾ, ਯਹੂਦਾ ਖਾਲੀ ਸੀ ਤੇ ਅੱਡ ਕਰ ਦਿੱਤਾ ਗਿਆ। ਤੁਹਾਨੂੰ ਪਤਾ ਖੁਦਾ ਅੱਡ ਕਰ ਦਿੰਦਾ ਹੈ। ਜਿਹੜੇ ਉਹਦੇ ਪਾਕ ਪਵਿੱਤਰ ਲੋਕ ਹੁੰਦੇ ਆ, ਪ੍ਰਭੂ ਉਹਨਾਂ ਨੂੰ ਸਰੀਰਕ ਰਿਸ਼ਤੇਦਾਰੀਆਂ ਚੋਂ ਵੀ ਬਾਹਰ ਕੱਢ ਦਿੰਦਾ ਆ। ਕਈ ਵਾਰ ਉਹਨਾਂ ਨੂੰ ਤਕਲੀਫ ਹੁੰਦੀ, ਦੁੱਖ ਹੁੰਦਾ, ਲੇਕਿਨ ਪ੍ਰਭੂ ਕਹਿੰਦਾ ਬਾਹਰ ਆ ਜਾ, ਤੂੰ ਇਹਨਾਂ ਵਿੱਚ ਨਹੀਂ ਰਹਿ ਸਕਦੀ, ਤੂੰ ਇਹਨਾਂ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਤੂੰ ਭਰਿਆ ਹੋਇਆ ਆ, ਤੇਰਾ ਸਥਾਨ ਅਲੱਗ ਆ। ਇਸ ਕਰਕੇ ਭਰਿਆ ਹੋਇਆ ਦਾ ਸਥਾਨ ਅਲੱਗ ਹੋਵੇਗਾ ਤੇ ਜਿਹੜੇ ਖਾਲੀ ਆ ਉਹਨਾਂ ਦਾ ਵੀ ਸਥਾਨ ਹੋਵੇਗਾ। ਤੁਹਾਨੂੰ ਪਤਾ ਭਰੇ ਹੋਏ ਹੋਣ ਚਾਹੇ ਖਾਲੀ ਹੋਣ, ਪ੍ਰਭੂ ਨੇ ਇਨਾਮ ਤਾਂ ਦੋਨਾਂ ਨੂੰ ਹੀ ਦੇਣਾ ਆ। ਇੱਕ ਨੂੰ ਸਿੰਘਾਸਨ ਤੇ ਬਿਠਾ ਦੇਣਾ, ਇੱਕ ਨੂੰ ਕਹਿਣਾ ਚੱਲ ਨਰਕ ਦੇ ਵਿੱਚ ਚੀਕਾਂ ਮਾਰ ਜਾ ਕੇ। ਬੜੀ ਲਿਪਸਟਿਕਾਂ ਲਗਾ ਲੀਆਂ, ਬੜੇ ਬਾਲ ਕਾਲੇ ਪੀਲੇ ਕਰਵਾ ਲਏ। ਭਾਈ ਬ੍ਰੈਨਮ ਨੇ ਕਿਹਾ ਆ, ਕਹਿੰਦੇ ਇੱਕ ਜਗ੍ਹਾ ਤੇ ਭਾਈ ਬ੍ਰੈਨਮ ਗਏ, ਉੱਥੇ ਉਹਨੇ ਔਰਤਾਂ ਨੂੰ ਦੇਖਿਆ, ਉਹ ਕਹਿ ਰਹੀਆਂ ਹਾਏ ਹੈਲੋ, ਉਹ ਇਦਾਂ ਗੱਲ ਕਹਿ ਰਹੀਆਂ ਇੱਕ ਦੂਜੇ ਨੂੰ, ਹਾਏ ਹੈਲੋ, ਬਾਲ ਰੰਗੇ ਹੋਏ। ਤੇ ਭਾਈ ਬ੍ਰੈਨਮ ਨੂੰ ਉਹ ਦ੍ਰਿਸ਼ ਯਾਦ ਆ ਗਿਆ ਵੀ ਇਹ ਔਰਤਾਂ ਨੂੰ ਮੈਂ ਨਰਕ ਦੇ ਵਿੱਚ ਦੇਖਿਆ ਸੀ, ਜਿਨ੍ਹਾਂ ਨੇ ਬਾਲ ਰੰਗੇ ਹੋਏ ਆ, ਬਾਲ ਕਟਾਏ ਹੋਏ ਆ, ਲਿਪਸਟਿਕਾਂ ਲਗਾਈਆਂ ਹੋਈਆਂ, ਉਹ ਨਰਕ ਵਿੱਚ ਦੇਖਿਆ ਉਹਨੇ। ਤੁਹਾਨੂੰ ਪਤਾ ਜਿਹੜੇ ਲੋਕ ਵਚਨ ਦੇ ਦਾਇਰੇ ਤੋਂ ਬਾਹਰ ਆ, ਜਿਨ੍ਹਾਂ ਨੇ ਵਚਨ ਨਾਲ ਸ਼ਿੰਗਾਰ ਨਹੀਂ ਕੀਤਾ, ਜਿਨ੍ਹਾਂ ਨੇ ਦੁਨਿਆਵੀ ਚੀਜ਼ਾਂ ਦੇ ਨਾਲ ਸ਼ਿੰਗਾਰ ਕੀਤਾ, ਭਾਈ ਬ੍ਰੈਨਮ ਨੇ ਕਿਹਾ ਅੱਜ ਤੁਹਾਡੇ ਗੱਲ ਬੜੇ ਗੁਲਾਬੀ ਗੁਲਾਬੀ ਆ, ਇੱਕ ਦਿਨ ਇਹ ਸਵਾਹ ਹੋ ਜਾਣਗੇ ਨਰਕ ਦੀ ਅੱਗ ਦੇ ਵਿੱਚ। ਅੱਜ ਬਹੁਤ ਲੋਕਾਂ ਨੇ ਦੇਖਿਆ ਨਹੀਂ, ਗੱਲ ਵੈਸੇ ਗੁਲਾਬੀ ਹੁੰਦੇ, ਕਈ ਭੈਣ ਭਾਈ ਬੜੇ ਗੋਰੇ ਹੁੰਦੇ ਆ, ਉੱਪਰੋਂ ਮੇਕਅਪ ਪੋਤ ਲੈਂਦੇ ਕਿਲੋ ਕਿਲੋ। ਫਿਰ ਦੇਖੋ ਤੁਸੀਂ ਕੀ ਹੁੰਦਾ ਆ, ਜਿਨ੍ਹਾਂ ਦੇ ਗੁਲਾਬੀ ਹੁੰਦੇ ਉਹ ਵੀ ਫੇਰ ਲੈਂਦੇ, ਜਿਹੜੇ ਤਾਂ ਕਾਲੇ ਪੀਲੇ ਹੁੰਦੇ ਉਹਨਾਂ ਨੇ ਤਾਂ ਮੇਕਅਪ ਕਰਨਾ ਹੀ ਹੁੰਦਾ ਚਿੱਟੇ ਹੋਣ ਲਈ। ਜਿਹੜੇ ਹੁੰਦੇ ਗੋਰੇ ਆ ਉਹ ਵੀ ਕਿਲੋ ਕਿਲੋ ਮੇਕਅਪ, ਆਈਬ੍ਰੋ, ਬਾਲ, ਦੁਸ਼ਟ ਆਤਮਿਆਂ ਵਰਗੇ ਕਰ ਲੈਂਦੇ। ਸਭ ਤੁਹਾਨੂੰ ਨਰਕ ਦੀ ਅੱਗ ਦੇ ਵਿੱਚ ਮਿਲਣਗੇ, ਕਿਉਂਕਿ ਸਥਾਨ ਦੇ ਵਿੱਚ ਕੋਈ ਮਨੁੱਖ ਨਹੀਂ ਬੋਲਦਾ, ਪਵਿੱਤਰ ਆਤਮਾ ਬੋਲਦਾ। ਜੋ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਆ, ਇਹ ਇੱਕ ਦਿਨ ਪੂਰੀਆਂ ਹੋਣੀਆਂ ਆ, ਤੁਹਾਨੂੰ ਇਹ ਸਭ ਨਰਕ ਦੇ ਵਿੱਚ ਮਿਲਣੇ ਆ। ਇਹ ਵੀ ਲੋਕ ਦਾਵਾ ਨਹੀਂ ਕਰਦੇ। ਮਸੀਹ ਲੋਕ ਬਹੁਤ ਆ ਜਿਹੜੇ ਦਾਵਾ ਕਰਦੇ ਆ ਅਸੀਂ ਰੈਪਚਰ 'ਚ ਜਾਵਾਂਗੇ। ਮਿਸ਼ਨਾਂ ਜਥੇਬੰਦੀਆਂ ਦਾਵਾ ਨਹੀਂ ਕਰਦੀਆਂ, ਕਿਲੋ ਕਿਲੋ ਮੇਕਅਪ ਲਾਇਆ ਹੁੰਦਾ ਉਹਨਾਂ ਦੇ ਚਰਚ ਦੇ ਵਿੱਚ ਭੈਣ ਭਾਈਆਂ ਨੇ, ਉਹ ਦਾਵਾ ਕਰਦੇ ਅਸੀਂ ਤਾਂ ਰੈਪਚਰ ਜਾਣਾ, ਯੀਸ਼ੂ ਆने ਵਾਲਾ ਹੈ। ਹੁਣ ਯੀਸ਼ੂ ਤਾਂ ਆਉਣ ਵਾਲਾ ਆ, ਲੇਕਿਨ ਯੀਸ਼ੂ ਮਸੀਹ ਇੱਕ ਨੂੰ ਉੱਪਰ ਲੈ ਜਾਵੇਗਾ, ਇੱਕ ਨੂੰ ਕਹੇਗਾ ਤੈਨੂੰ ਵੀ ਖਾਲੀ ਨਹੀਂ ਛੱਡ ਰਿਹਾ ਮੈਂ, ਕਿਉਂਕਿ ਪ੍ਰਭੂ ਨੇ ਇਨਾਮ ਦੋਨਾਂ ਨੂੰ ਦੇਣਾ, ਭਰੇ ਨੂੰ ਵੀ ਇਨਾਮ ਦੇਣਾ ਤੇ ਖਾਲੀ ਨੂੰ ਵੀ ਇਨਾਮ ਦੇਣਾ। ਭਰਿਆ ਰੈਪਚਰ ਦੇ ਵਿੱਚ, ਖਾਲੀ ਨਰਕ ਦੇ ਵਿੱਚ ਜਾਵੇਗਾ, ਇਹ ਯਾਦ ਰੱਖੋ। ਇਸ ਕਰਕੇ ਯੀਸ਼ੂ ਮਸੀਹ ਭਰਿਆ ਸੀ, ਯਹੂਦਾ ਇਸਕਰੋਤੀ ਖਾਲੀ ਸੀ ਤੇ ਅੱਡ ਕਰ ਦਿੱਤਾ ਗਿਆ। ਇਸ ਕਰਕੇ ਅੱਡ ਕਰ ਦਿੱਤੇ ਗਏ ਉਹ ਲੋਕ। ਦੁਲਹਨ ਭਰੀ ਹੋਈ ਆ, ਮਿਸ਼ਨਾਂ ਜਥੇਬੰਦੀਆਂ, ਇਹ ਸੰਸਾਰ ਖਾਲੀ ਆ, ਅੱਡ ਕਰ ਦਿੱਤੇ ਗਏ ਆ। ਕੀ ਅੱਜ ਅੱਡ ਨਹੀਂ ਆ? ਲੋਕ ਕਹਿੰਦੇ ਨਹੀਂ ਆ ਸੰਦੇਸ਼ ਵਾਲਿਆਂ ਦਾ ਜੀਵਨ ਦੇਖ ਲਓ, ਸਿੰਪਲ ਤੇ ਸਧਾਰਨ, ਨਾ ਚਿਹਰੇ ਤੇ ਰੌਣਕਾਂ। ਲੇਕਿਨ ਮੈਂ ਤੁਹਾਨੂੰ ਦੱਸਿਆ ਜਾਂਦਾ, ਚਿਹਰੇ ਤੇ ਭਾਵੇਂ ਰੌਣਕਾਂ ਨਾ ਹੋਣ, ਲੇਕਿਨ ਦਿਲ ਹਮੇਸ਼ਾ ਖੁਸ਼ ਰਹਿੰਦਾ ਆ। ਜਿਨ੍ਹਾਂ ਦੇ ਅੰਦਰ ਸੰਦੇਸ਼ ਆ, ਚਾਹੇ ਚਿਹਰੇ ਮਰਜਾਏ ਹੋਏ ਆ ਤੰਗੀਆਂ ਮੁਸੀਬਤਾਂ ਪਰੇਸ਼ਾਨੀਆਂ ਕਰਕੇ, ਲੇਕਿਨ ਦਿਲ ਦੇ ਵਿੱਚ ਉਜਿਆਲਾ ਭਰਿਆ, ਰੌਣਕਾਂ ਹੀ ਰੌਣਕਾਂ ਆ ਅੰਦਰ। ਲੋਕੀ ਚਿਹਰੇ ਤੋਂ ਉੱਪਰਲਾ ਦੇਖਦੇ ਆ, ਲੇਕਿਨ ਪ੍ਰਭੂ ਯੀਸ਼ੂ ਮਸੀਹ ਅੰਦਰਲਾ ਵੇਖਦਾ ਆ, ਉਹ ਅੰਦਰਲਾ ਵੇਖਦਾ ਆ। ਤੁਹਾਡੇ ਅੰਦਰ ਉਜਿਆਲਾ ਹੋਣਾ ਚਾਹੀਦਾ, ਚਾਹੇ ਤੁਸੀਂ ਕਾਲੇ ਹੋ, ਕੋਈ ਫਰਕ ਨਹੀਂ ਪੈਂਦਾ। ਕਿ ਕਾਲਿਆਂ ਦਾ ਰੈਪਚਰ ਨਹੀਂ ਹੋਣਾ? ਕਾਲਿਆਂ ਦਾ, ਪੀਲਿਆਂ ਦਾ, ਭਾਈ ਬ੍ਰੈਨਮ ਨੇ ਕਿਹਾ ਰੰਗ ਜਿੱਦਾਂ ਦਾ ਮਰਜ਼ੀ ਹੋਵੇ, ਉਹਦੇ ਅੰਦਰ ਵਚਨ ਹੋਣਾ ਚਾਹੀਦਾ, ਪਵਿੱਤਰ ਆਤਮਾ ਹੋਣਾ ਚਾਹੀਦਾ, ਰੈਪਚਰ ਹੋਵੇਗਾ। ਰੰਗ ਦੇ ਨਾਲ ਰੈਪਚਰ ਨਹੀਂ ਹੁੰਦਾ। ਵੀ ਕੋਈ ਕਹੇ ਜੀ ਬੜਾ ਉੱਚਾ ਲੰਬਾ ਪਾਸਟਰ ਆ, ਬੜਾ ਸੋਹਣਾ ਆ, ਘਰ ਵਾਲੀ ਕਿਲੋ ਲਿਪਸਟਿਕ ਲਗਾਉਂਦੀ ਆ, 2 ਲੱਖ ਬੰਦਾ ਆਂਦਾ, ਇਹ ਆ ਅਸਲੀ। ਇਹਨਾਂ ਕੋ 10 ਬੰਦੇ ਆਂਦੇ, ਅਸਲੀ ਥੋੜੀ ਆ। ਲੇਕਿਨ ਫਰਕ ਕਿੱਥੋਂ ਪਤਾ ਲੱਗਦਾ? ਫਰਕ ਪਤਾ ਲੱਗਦਾ ਵੀ ਕਿਹੜਾ ਬੰਦਾ ਸੰਸਾਰ ਤੋਂ ਮਰਿਆ ਹੋਇਆ ਆ, ਜਿਹਦਾ ਬੈਪਟਾਈਜ਼ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਹੋਇਆ। ਜਿਹੜਾ ਭੈਣ ਭਾਈ, ਜਿਹੜੀ ਭੈਣ ਲਿਪਸਟਿਕ ਨਹੀਂ ਲਗਾਉਂਦੀ, ਬਾਲ ਨਹੀਂ ਕਟਾਉਂਦੀ, ਹਰਾਮਕਾਰੀ ਨਹੀਂ ਕਰਦੀ, ਉਹਨੇ ਸੰਸਾਰ ਨੂੰ ਛੱਡਿਆ ਹੋਇਆ, ਉਹ ਰੈਪਚਰ ਵਿੱਚ ਜਾਵੇਗੀ। ਉਹਦੇ ਰੈਪਚਰ ਨੂੰ ਕੋਈ ਨਹੀਂ ਰੋਕ ਸਕਦਾ। ਲੇਕਿਨ ਅੱਜ ਬਹੁਤ ਭੈਣ ਭਾਈ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਆ,
ਲਿਪਸਟਿਕਾਂ, ਫੈਸ਼ਨ ਸਭ ਕੁਝ ਕਰਕੇ। ਤੁਹਾਨੂੰ ਪਤਾ ਕਿੰਨਾ ਨਬੀ ਕਹਿੰਦਾ ਮੈਂ ਨਰਕ ਨੂੰ ਦੇਖਿਆ ਉਸ ਥਾਨ ਦੇ ਵਿੱਚ। ਤੁਸੀਂ ਜਾਓ ਅੱਜ ਮੌਲਾਂ ਦੇ ਵਿੱਚ ਦੇਖੋ, ਔਰਤਾਂ ਦੇ ਹਾਲ ਪੈਂਟਾਂ ਪਾਈਆਂ, ਲਿਪਸਟਿਕ, ਆਈਬ੍ਰੋ, ਵਾਲ ਭੂਤਨੀਆਂ ਵਰਗੇ ਕੀਤੇ ਹੋਏ ਆ, ਚੜੇਲਾਂ ਵਰਗੀਆਂ ਸ਼ਕਲਾਂ ਕੀਤੀਆਂ ਆ। ਇਹ ਕੀ ਆ? ਖੁਦਾ ਦੇ ਜਿਹੜਾ ਖੁਦਾ ਨੇ ਇੱਕ ਦੇਹ ਬਣਾਈ ਆ ਉਹਦੇ ਨਾਲ ਛੇੜਛਾੜ ਆ, ਕਿਉਂਕਿ ਖੁਦਾ ਦੇ ਮੰਦਰ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ। ਕੀ ਇਹੋ ਜਿਹੇ ਲੋਕ ਰੈਪਚਰ 'ਚ ਜਾਣਗੇ? ਅੱਜ ਮਸੀਹ ਲੋਕਾਂ ਦਾ ਇਹ ਹਾਲ ਆ, ਉਹ ਕਹਿੰਦੇ ਅਸੀਂ ਜੀ ਚਰਚ ਜਾਂਦੇ ਆ, ਅਸੀਂ ਪਿਤਾ ਪੁੱਤਰ ਪਵਿੱਤਰ ਆਤਮਾ ਵਾਲਾ ਬਸਮਾ ਲਿਆ, ਸਾਡੇ ਅੰਦਰ ਪਵਿੱਤਰ ਆਤਮਾ ਆਉਂਦੀ ਆ, ਲਾ 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 ਸ਼ੀਲਾ ਵਾਲਾ। ਉਹ ਗੈਰ ਭਾਸ਼ਾ ਬੋਲਦੇ ਆ, ਲੇਕਿਨ ਗੈਰ ਭਾਸ਼ਾ ਪਵਿੱਤਰ ਆਤਮਾ ਦਾ ਪ੍ਰਤੀਕ ਨਹੀਂ ਆ। ਪਵਿੱਤਰ ਆਤਮਾ ਜਿਹੜੇ ਮਨੁੱਖ ਦੇ ਅੰਦਰ ਆਂਦਾ, ਉਹ ਮਨੁੱਖ ਆਪਣੀ ਮਰਜ਼ੀ ਦੇ ਨਾਲ ਜੀਵਨ ਬਤੀਤ ਨਹੀਂ ਕਰ ਸਕਦਾ। ਇਹ ਯਾਦ ਰੱਖਿਓ ਮੇਰੀ ਗੱਲ ਨੂੰ, ਜਿਹਦੇ ਅੰਦਰ ਪਵਿੱਤਰ ਆਤਮਾ ਹੁੰਦਾ। ਕਿਉਂਕਿ ਜਦੋਂ ਤੁਹਾਨੂੰ ਪਤਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਕਿਸੇ ਭੈਣ ਭਾਈ ਦੇ ਅੰਦਰ ਦੁਸ਼ਟ ਆਤਮਾ ਆ ਜਾਂਦਾ। ਜਦੋਂ ਦੁਸ਼ਟ ਆਤਮਾ ਆਂਦਾ, ਉਹ ਭੈਣ ਭਾਈ ਆਪਣੇ ਵਾਸ 'ਚ ਨਹੀਂ ਰਹਿੰਦਾ, ਫਿਰ ਦੁਸ਼ਟ ਉਹਦੇ ਮੂੰਹ 'ਚੋਂ ਗਾਲਾਂ ਕਢਾਉਂਦਾ, ਉਹ ਹਰਕਤਾਂ ਕਰਦਾ, ਥੱਲੇ ਲੰਮੇ ਪੈ ਜਾਂਦਾ ਆ, ਬਹੁਤ ਕੁਝ ਹੁੰਦਾ ਜਿਹਦੇ ਅੰਦਰ ਦੁਸ਼ਟ ਆਤਮਾ ਆਉਂਦਾ। ਫਿਰ ਸਰੀਰ ਕਿਹਦੇ ਵਾਸ 'ਚ ਹੁੰਦਾ? ਦੁਸ਼ਟ ਆਤਮਾ ਦੇ ਵਾਸ 'ਚ। ਫਿਰ ਬੰਦਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਦਾ। ਫਿਰ ਲੋਕ ਕਹਿੰਦੇ ਤੂੰ ਚਰਚ ਵਿੱਚ ਲੈ ਜਾਓ, ਇਹਦੀ ਹਰਕਤਾਂ ਬੜੀਆਂ ਅਜੀਬ ਆ, ਇਹਦੇ ਅੰਦਰ ਦੁਸ਼ਟ ਆਤਮਾ ਆ। ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ? ਕਿਉਂਕਿ ਉਹਦਾ ਸਰੀਰ ਉਹਦੇ ਵਾਸ 'ਚ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਕਿਸੇ ਦੇ ਅੰਦਰ ਪਵਿੱਤਰ ਆਤਮਾ ਆਂਦਾ ਆ, ਉਹਦੀ ਵੀ ਹਰਕਤਾਂ ਬਦਲ ਜਾਂਦੀਆਂ, ਉਹ ਸੰਸਾਰ ਨੂੰ ਛੱਡ ਦਿੰਦਾ। ਉਹ ਕਹਿੰਦੇ ਹੈ ਇਹ ਬੰਦਾ ਤਾਂ, ਇਹ ਭੈਣ ਤਾਂ ਕਿਲੋ ਲਿਪਸਟਿਕ ਲਾਉਂਦੀ ਸੀਗੀ, ਪੈਂਟਾਂ ਪਾਉਂਦੀ ਸੀ, ਇਹਨੂੰ ਕੀ ਹੋ ਗਿਆ? ਇਹਨੇ ਬਾੜ ਰੰਗਣੇ ਛੱਡ ਦਿੱਤੇ। ਤੁਹਾਨੂੰ ਪਤਾ ਜਿਹੜੀ ਰਹਾਬ ਵੈਸ਼ਿਆ ਸੀਗੀ, ਇੱਕ ਕਵੀ ਨੇ ਕਿਹਾ ਰਾਤ ਦੀ ਰਾਣੀ ਦੱਸਿਆ ਉਹਨੂੰ। ਰਾਤ ਦੀ ਰਾਣੀ ਤਾਂ ਦੱਸਿਆ, ਉਹ ਵੈਸ਼ਿਆ ਸੀ, ਗਲਤ ਕੰਮ ਕਰਦੀ ਸੀਗੀ, ਠੀਕ ਹੈ, ਉਹ ਬਹੁਤ ਮੇਕਅਪ ਮੁਕਅਪ ਸਭ ਕੁਝ ਕਰਦੀ ਹੋਣੀ ਆਪਣੇ ਸਮੇਂ ਦੇ ਵਿੱਚ। ਲੇਕਿਨ ਕਹਿੰਦੇ ਜਦੋਂ ਉੱਤੇ ਕਿਰਪਾ ਹੋਈ, ਉਹ ਦਿਨ ਦੀ ਰਾਣੀ ਬਣ ਗਈ। ਇਸੇ ਤਰ੍ਹਾਂ ਅੱਜ ਮਸੀਹ ਭੈਣਾਂ ਜਿਹੜੀਆਂ ਫੈਸ਼ਨ ਕਰਦੀਆਂ ਸੀ, ਗਲਤੀ ਦੇ ਵਿੱਚ ਸੀਗੀਆਂ, ਜਦੋਂ ਖੁਦਾ ਦਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਆਇਆ, ਉਹਨਾਂ ਨੇ ਆਪਣੀ ਔਕਾਬ ਮਾਂ ਨੂੰ ਪਛਾਣਿਆ, ਸੰਦੇਸ਼ ਨੂੰ ਗ੍ਰਹਿਣ ਕੀਤਾ। ਉਹ ਕਹਿੰਦੇ ਮੇਕਅਪ ਚੱਲ ਦਫਾ ਹੋ, ਸੰਸਾਰ ਚਲਾ ਜਾਏ ਸਥਾਨ ਦੇ ਵਿੱਚੋਂ। ਸੰਸਾਰ ਨੂੰ ਤਿਆਗਤਾ, ਮੇਕਅਪ ਨੂੰ ਤਿਆਗਤਾ, ਹਰ ਇੱਕ ਗੰਦਗੀ ਨੂੰ ਉਹਨਾਂ ਨੇ ਤਿਆਗ ਕੇ ਵਚਨ ਦੇ ਨਾਲ ਸ਼ਿੰਗਾਰ ਕੀਤਾ। ਤੇ ਤੁਹਾਨੂੰ ਪਤਾ ਵਚਨ ਨਾਲ ਸ਼ਿੰਗਾਰੇ ਹੋਏ ਭੈਣ ਭਾਈ ਹੀ ਰੈਪਚਰ ਦੇ ਵਿੱਚ ਜਾਣਗੇ। ਇਸ ਕਰਕੇ ਵਚਨ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਆ। ਹੁਣ ਦੁਲਹਨ ਭਰੀ ਹੋਈ ਆ, ਮਿਸ਼ਨਾਂ ਜਥੇਬੰਦੀਆਂ ਖਾਲੀ ਆ, ਦਾਵਾ ਤੇ ਦੋਨੋਂ ਹੀ ਪੇਸ਼ ਕਰ ਰਹੀਆਂ, ਦੋਵੇਂ ਦਾਵਾ ਪੇਸ਼ ਕਰ ਰਹੀਆਂ। ਹੁਣ ਇੱਕ ਵਿਆਹ ਹੁੰਦਾ ਆ, ਵਿਆਹ ਦੇ ਵਿੱਚ ਲੋਕੀ ਕਿੱਦਾਂ ਪਛਾਣਨਗੇ ਵੀ ਵਿਆਹ ਵਾਲੀ ਕੁੜੀ ਕੌਣ ਆ, ਵਿਆਹ ਵਾਲਾ ਮੁੰਡਾ ਕੌਣ ਆ? ਵਿਆਹ ਵਾਲੇ ਮੁੰਡੇ ਦੇ ਕੋਟ ਪੈਂਟ ਪਾਇਆ ਹੁੰਦਾ ਆ, ਕੁੜੀ ਦੇ ਮੇਕਅਪ ਕੀਤਾ ਹੁੰਦਾ, ਤਾਂ ਹੀ ਪਛਾਣ ਹੁੰਦੀ। ਜੇ ਸਿੰਪਲ ਹੀ ਹੁਣ ਆਮ ਕੁੜੀਆਂ ਵਰਗੀ ਪਛਾਣ ਨਹੀਂ ਹੋਵੇਗੀ। ਇਸੇ ਤਰ੍ਹਾਂ ਯੀਸ਼ੂ ਮਸੀਹ ਪਛਾਣਦਾ ਆ ਵੀ ਉਹਦੀ ਦੁਲਹਨ ਨੇ ਵਚਨ ਦੇ ਨਾਲ ਸ਼ਿੰਗਾਰ ਕੀਤਾ। ਉਹਨੂੰ ਪਤਾ ਹੈ ਵੀ ਮੇਰੀ ਦੁਲਹਨ ਕੌਣ ਆ। ਚਾਹੇ ਕੋਈ ਜਿੰਨੇ ਮਰਜ਼ੀ ਐਕਟਿੰਗ ਕਰਕੇ ਖੁਦਾ ਦੇ ਸਾਹਮਣੇ ਕਵੇ ਵੀ ਪ੍ਰਭੂ ਮੈਂ ਤਾਂ ਜੀਵਨ ਤਿਆਗਿਆ ਆ, ਮੈਂ ਵੀ ਉਠਾਈ ਜਾਵਾਂਗੀ, ਮੈਂ ਵੀ ਉਠਾਏ ਜਾਵਾਂਗਾ, ਲੇਕਿਨ ਉਹਨੇ ਸ਼ਿੰਗਾਰ ਦੇਖਣਾ ਆ, ਕਿਉਂਕਿ ਉਹਦੀ ਦੁਲਹਨ ਦਾ ਸ਼ਿੰਗਾਰ ਵਚਨ ਦੇ ਨਾਲ ਹੋਣਾ। ਉਹਨੇ ਦੇਖਣਾ ਵੀ ਇਹ ਮੇਰਾ ਭੈਣ ਭਾਈ, ਇਹ ਮੇਰਾ ਬੱਚਾ ਵਚਨ ਨਾਲ ਸ਼ਿੰਗਾਰਿਆ ਹੋਇਆ। ਉਹ ਪਛਾਣਦਾ ਆ, ਉਹਨੇ ਪਛਾਣ ਕੇ ਲੈ ਕੇ ਜਾਣੇ ਉੱਪਰ। ਐਵੇਂ ਰੈਪਚਰ ਨਹੀਂ ਹੋ ਜਾਣਾ ਕਿਸੇ ਦਾ ਵੀ। ਕੋਈ ਖੁਦਾ ਵੱਲੋਂ ਧੋਖਾ ਨਹੀਂ ਦੇ ਸਕਦਾ। ਤੁਸੀਂ ਆਪਣੇ ਪਾਸਟਰ ਨੂੰ ਧੋਖਾ ਦੇ ਸਕਦੇ ਹੋ, ਆਪਣੇ ਕਲੀਸਿਆ ਦੇ ਭੈਣ ਭਾਈਆਂ ਨੂੰ ਧੋਖਾ ਦੇ ਸਕਦੇ, ਲੇਕਿਨ ਤੁਸੀਂ ਪਰਮੇਸ਼ਵਰ ਨੂੰ ਧੋਖਾ ਨਹੀਂ ਦੇ ਸਕਦੇ। ਕਿਉਂਕਿ ਉਹਦੇ ਜਿਹੜਾ ਕੈਮਰਾ ਆ 24 ਘੰਟੇ ਤੁਹਾਨੂੰ ਦੇਖਦਾ, ਇੱਕ ਇੱਕ ਸੈਕਿੰਡ ਤੁਹਾਨੂੰ ਦੇਖਦਾ ਵੀ ਤੁਸੀਂ ਬਾਹਰ ਜਾ ਕੇ ਕੀ ਕਰ ਰਹੇ ਹੋ, ਚਰਚ ਤੋਂ ਤੁਸੀਂ ਆਪਣੇ ਫੋਨ ਦੇ ਨਾਲ ਕੀ ਕਰ ਰਹੇ ਹੋ। ਤੁਹਾਨੂੰ ਪਤਾ ਜੇ ਲੋਕਾਂ ਨੇ ਆਪਣੇ ਆਪ ਨੂੰ ਦੂਸ਼ਿਤ ਕੀਤਾ ਹੋਇਆ, ਕਾਹਦੇ ਨਾਲ? ਫੋਨਾਂ ਦੇ ਨਾਲ ਦੂਸ਼ਿਤ ਕੀਤਾ ਹੋਇਆ। ਫੋਨਾਂ ਦੇ ਨਾਲ ਕਿੱਦਾਂ ਦੂਸ਼ਿਤ ਕੀਤਾ? ਫੋਨਾਂ ਦੇ ਵਿੱਚ ਤੁਹਾਨੂੰ ਪਤਾ ਬਹੁਤ ਗੰਦਗੀ ਆਉਂਦੀ ਹੈ, ਅੱਜ ਬਹੁਤ ਗੰਦਗੀ। ਭੈਣ ਭਾਈ ਬਹੁਤ ਨੇ ਮਸੀਹ ਰਜਾਈ 'ਚ ਲੋਕੇ ਦੇਖਦੇ ਆ ਕਿ ਬਹੁਤ ਵਧੀਆ ਕੁੜੀ ਲੱਗ ਰਹੀ ਆ, ਬਹੁਤ ਵਧੀਆ। ਇਹ ਸਭ ਗੰਦਗੀ ਇਹੋ ਜਿਹੇ ਲੋਕਾਂ ਨੂੰ ਨਾਸ਼ ਕਰੂਗਾ। ਇਹੋ ਜਿਹੇ ਲੋਕਾਂ ਦਾ ਕੋਈ ਬਚਾਅ ਨਹੀਂ ਹੈ। ਕਿਉਂਕਿ ਮੈਂ ਇੱਥੇ ਕਿਸੇ ਨੂੰ ਟੋਪੀ ਪਾਉਣ ਲਈ ਨਹੀਂ ਬਚਾਉਂਦਾ, ਇੱਥੇ ਬੁਲਾਉਂਦਾ, ਮੈਂ ਸਾਫ਼ ਤੇ ਸਪਸ਼ਟ ਗੱਲ ਕਰਦਾ ਆ। ਜਿਨ੍ਹਾਂ ਨੇ ਆਪਣੇ ਆਪ ਨੂੰ ਗਲਤ ਸਿਸਟਮ ਦੇ ਵਿੱਚ ਲਿਆਂਦਾ, ਆਪਣੇ ਆਪ ਨੂੰ ਗੰਦਗੀ ਵਿੱਚ ਲਿਆਂਦਾ ਹੋਇਆ ਆ, ਉਹ ਲੋਕ ਬਚਣਗੇ ਨਹੀਂ, ਕਿਉਂਕਿ ਖੁਦਾਵੰਦ ਨੇ ਪਵਿੱਤਰਤਾਈ ਵਾਲੇ ਲੋਕਾਂ ਨੂੰ ਲੈ ਕੇ ਜਾਣਾ ਉੱਪਰ। ਇਸ ਕਰਕੇ ਦੁਲਹਨ ਭਰੀ ਆ ਤੇ ਮਿਸ਼ਨਾ ਖਾਲੀ ਆ, ਲੇਕਿਨ ਦੋਨੋਂ ਇਕੱਠੇ ਨਹੀਂ ਚੱਲ ਸਕਦੇ, ਦੋਨੋਂ ਇਕੱਠੇ ਨਹੀਂ ਚੱਲ ਸਕਦੇ। ਅੱਜ ਦੇਖਿਆ ਸੰਦੇਸ਼ ਵਾਲੇ ਭੈਣ ਭਾਈਆਂ ਦਾ ਜੀਵਨ ਅਲੱਗ ਆ, ਮਿਸ਼ਨਾ ਦਾ ਜੀਵਨ ਅਲੱਗ ਆ, ਫਰਕ ਆ ਦੋਨਾਂ ਦੇ ਵਿੱਚ। हमने उद्देश्य को पूरा करना है। ਉਹ ਕਹਿੰਦਾ, ਨਬੀ ਕਹਿੰਦਾ ਅਸੀਂ ਉਦੇਸ਼ ਨੂੰ ਪੂਰਾ ਕਰਨਾ ਹੈ। ਕਿ ਉਦੇਸ਼ ਕੀ ਆ?
ਅਸੀਂ ਉਸ ਉਦੇਸ਼ ਨੂੰ ਪੂਰਾ ਕਰਨਾ ਜੋ ਖੁਦਾ ਨੇ ਤੁਹਾਨੂੰ ਕਰਨ ਵਾਸਤੇ ਭੇਜਿਆ ਹੈ। आज का फर्क ही ऊपर का फर्क पैदा करेगा। ਤੁਹਾਨੂੰ ਪਤਾ ਅੱਜ ਫਰਕ ਨਹੀਂ ਆ, ਅੱਜ ਧਰਤੀ ਤੇ ਫਰਕ ਆ ਨਾ। ਜਿਹੜੇ ਸੰਦੇਸ਼ ਵਾਲੇ ਲੋਕ ਆ ਸਿੰਪਲ ਤੇ ਸਧਾਰਨ ਆ, ਭੈਣ ਭਾਈ ਸਿੰਪਲ ਸਧਾਰਨ ਕੱਪੜੇ ਪਾਉਂਦੇ, ਪਜਾਮੀਆਂ ਪਜੂਮੀਆਂ ਨਹੀਂ ਪਾਉਂਦੀਆਂ ਭੈਣਾਂ, ਲਿਪਸਟਿਕ ਨਹੀਂ ਲਗਾਉਂਦੀਆਂ, ਬਾਲ ਨਹੀਂ ਕਟਾਉਂਦੀਆਂ, ਠੀਕ ਆ। ਫਰਕ ਆ, ਇਹ ਫਰਕ ਹੀ ਉੱਪਰ ਵੀ ਫਰਕ ਪੈਦਾ ਕਰ ਦੇਵੇਗਾ। ਜੇ ਇੱਥੇ ਫਰਕ ਨਹੀਂ ਹੋਇਆ ਤੇ ਉੱਪਰ ਫਰਕ ਕਿੱਦਾਂ ਹੋਊਗਾ? ਫਿਰ ਜੇ ਇੱਥੇ ਫਰਕ ਹੋਊਗਾ ਤਾਂ ਹੀ ਉੱਪਰ ਫਰਕ ਹੋਊਗਾ। ਜੇ ਇੱਥੇ ਮਿਕਸ ਹੋਇਆ ਤੇ ਉੱਪਰ ਵੀ ਮਿਕਸ ਹੋ ਜਾਣਾ। ਇਸ ਕਰਕੇ ਇੱਥੇ ਜਿਹੜੇ ਖੁਦਾ ਦੇ ਲੋਕ ਆ ਉਹ ਇੱਥੇ ਹੀ ਅਲੱਗ ਹੋ ਗਏ ਆ, ਸੰਸਾਰ ਤੋਂ ਇੱਥੇ ਹੀ ਅੱਡ ਹੋਏ ਪਏ ਆ। ਦੁਨੀਆ ਦੇਖ ਰਹੀ ਆ ਵੀ ਇਹਨਾਂ ਨੇ ਆਪਣੇ ਜੀਵਨ ਤਿਆਗੇ ਹੋਏ ਆ, ਤੇ ਅੱਜ ਜਿਹੜਾ ਇੱਥੇ ਦਾ ਫਰਕ ਆ ਉੱਥੇ ਵੀ ਫਰਕ ਪੈਦਾ ਕਰੇਗਾ ਉਸ ਚੀਜ਼। ਕਿਉਂਕਿ ਜੇ ਤੁਸੀਂ ਅੱਜ ਅੱਡ ਹੋ ਸੰਸਾਰ ਤੋਂ ਤਾਂ ਤੁਸੀਂ ਉੱਥੇ ਵੀ ਫਿਰ ਅੱਡ ਹੀ ਹੋਵੋਗੇ ਉਹਨਾਂ ਲੋਕਾਂ ਤੋਂ। ਖੁਦਾ ਦੇ ਲੋਕਾਂ ਨੇ ਰੈਪਚਰ ਵਿੱਚ ਜਾਣਾ ਹੈ, ਅੱਡ ਕੀਤੇ ਹੋਏ ਲੋਕਾਂ ਨੇ ਰੈਪਚਰ 'ਚ ਜਾਣਾ ਹੈ। ਜਿਹੜੇ ਸੰਸਾਰ ਦੇ ਨਾਲ ਮਿਕਸ ਨਹੀਂ ਹੁੰਦੇ, ਸੰਸਾਰ ਦੇ ਪਾਣੀ ਦੇ ਨਾਲ ਮਿਕਸ ਨਹੀਂ ਹੁੰਦੇ, ਉਹ ਲੋਕਾਂ ਨੇ ਅਲੱਗ ਹੋ ਜਾਣਾ ਹੈ। ਹੁਣ ਅਸੀਂ ਕੱਢਾਂਗੇ ਮੱਤੀ 23:27। ਮੱਤੀ 23:27। ਹੁਣ ਦੇਖੋ ਮੱਤੀ 23:27 ਚ ਲਿਖਿਆ ਆ, हे कपटी ग्रंथियो ਅਤੇ हे फरीसियो ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ। ਕੀ ਅੱਜ ਲੋਕੀ ਕਲੀਆਂ ਫੇਰੀਆਂ ਹੋਈਆਂ ਕਬਰਾਂ ਵਰਗੇ ਨਹੀਂ? ਅੰਦਰੋਂ ਖਰਾਬ, ਅੰਦਰੋਂ ਸੜੇ ਹੋਏ, ਸੰਸਾਰ ਨਾਲ ਭਰੇ ਹੋਏ, ਉੱਪਰ ਵਧੀਆ ਬਹੁਤ ਸੋਹਣੇ ਲੱਗ ਰਹੇ ਆ। ਦੇਖੋ ਕਿੱਦਾਂ ਲੱਗਦਾ ਜੇ ਤੁਸੀਂ ਸੰਸਾਰ 'ਚ ਜਾਂਦੇ ਹੋ, ਕਿੱਦਾਂ ਦੇ ਲੋਕ ਆ, ਬੜੇ ਸੋਹਣੇ ਸੋਹਣੇ ਲੱਗਦੇ ਆ, ਲੇਕਿਨ ਸਭ ਦੇ ਸਭ ਚੂਨਿਆਂ ਫੇਰੀਆਂ ਹੋਈਆਂ ਕਬਰਾਂ ਵਰਗੇ ਆ। ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪ੍ਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ। ਹੁਣ ਪ੍ਰਭੂ ਯੀਸ਼ੂ ਮਸੀਹ ਇੱਥੇ ਉਸ ਸਮੇਂ ਦੇ ਵਿੱਚ ਜਿਹੜੇ ਉੱਥੇ ਦੇ ਗ੍ਰੰਥੀ ਸੀ, ਪਾਸਟਰ ਸੀ, ਉਹਨਾਂ ਨੂੰ ਵੀ ਕਹਿ ਰਿਹਾ ਸੀਗਾ ਵੀ ਤੁਸੀਂ ਬਾਹਰੋਂ ਤਾਂ ਬੜੇ ਵਧੀਆ ਲੱਗ ਰਹੇ ਹੋ, ਚੋੜੇ ਪਾਏ ਆ, ਸਲੀਬਾਂ ਗਲ 'ਚ ਪਾਈਆਂ ਆ, ਬੜੇ ਧਰਮੀ ਦਿਖਾਈ ਦੇ ਰਹੇ ਹੋ, ਲੇਕਿਨ ਅੰਦਰੋਂ ਕੀ ਹੋ? ਚੂਨਾ ਪੂਤੀਆਂ ਹੋਈਆਂ ਕਬਰਾਂ। ਕਿ ਅੱਜ ਵੀ ਮਸੀਹ ਲੋਕਾਂ ਦਾ ਜੀਵਨ ਇਦਾਂ ਦਾ ਨਹੀਂ ਹੈ। ਬਾਹਰੋਂ ਤੁਹਾਨੂੰ ਧਾਰਮਿਕ ਦਿਖਦੇ ਆ, ਤੁਸੀਂ ਜਾਓ ਵੱਡੇ ਵੱਡੇ ਚਰਚਾਂ ਦੇ ਵਿੱਚ ਜਾਓ, ਉੱਥੇ ਚੰਗਿਆਈਆਂ ਹੁੰਦੀਆਂ ਆ, ਸਭ ਕੁਝ ਹੁੰਦਾ ਆ, ਲੋਕੀ ਕਹਿੰਦੇ ਦੇਖਿਆ ਕਿੰਨੇ ਧਾਰਮਿਕ ਆ, ਸੰਦੇਸ਼ 'ਚ ਤਾਂ ਚੰਗਿਆਈ ਨਹੀਂ ਹੋ ਰਹੀ। ਆਹ ਤਾਂ ਪਾਸਟਰ ਇੱਕੋ ਹੱਥ ਮਾਰਦਾ ਬੰਦਾ ਥੱਲੇ, ਲੇਕਿਨ ਇਹ ਸਭ ਚੂਨਾ ਪੂਤੀਆਂ ਹੋਈਆਂ ਕਬਰਾਂ ਆ। ਇਹਨਾਂ ਚੀਜ਼ਾਂ ਵੱਲ ਨਹੀਂ ਦੇਖਣਾ, ਪਰਮੇਸ਼ਵਰ ਦੇ ਬਚਨ ਵੱਲ ਦੇਖਣਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਭੈਣ ਭਾਈਓ ਜੀਜੋ, ਖੁਦਾ ਦਾ ਬਚਨ ਕਹਿੰਦਾ ਜੇ ਤੁਸੀਂ ਸੌਂ ਵੀ ਜਾਂਦੇ ਹੋ ਤੁਹਾਨੂੰ ਫਿਰ ਖੜਾ ਕਰ ਦਿੱਤਾ ਜਾਵੇਗਾ। ਖੁਦਾ ਦੇ ਲੋਕਾਂ ਦੇ ਲਈ ਆਸ ਆ, ਲੇਕਿਨ ਜਿਹੜੇ ਖੁਦਾ ਦੇ ਬਚਨ ਤੋਂ ਬਾਹਰ ਆ ਉਹਨਾਂ ਦੇ ਲਈ ਕੋਈ ਵੀ ਆਸ ਨਹੀਂ ਆ। ਇਸ ਕਰਕੇ ਕਦੇ ਡਰਨਾ ਘਬਰਾਣਾ ਨਹੀਂ ਆ ਵੀ ਕੋਈ ਸੋਚੇ ਵੀ ਆਸਤਾ ਜੀ ਇਹ ਭੈਣ ਭਾਈ ਸੰਦੇਸ਼ 'ਚ ਆਂਦਾ ਸੀਗਾ, ਇਹਦੀ ਡੈਥ ਹੋ ਗਈ, ਇਹ ਖਤਮ ਹੋ ਗਿਆ, ਇਹਦਾ ਜਨਾਜ਼ਾ ਪੜਿਆ ਗਿਆ, ਹੁਣ ਇਹਨੇ ਕਿੱਥੋਂ ਜਿੰਦਾ ਹੋਣਾ। ਲੇਕਿਨ ਜਿਹੜੇ ਭੈਣ ਭਾਈਆਂ ਦੇ ਅੰਦਰ ਇਹ ਸ਼ੱਕ ਆ, ਮੈਂ ਉਹਨਾਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਆ, ਰੈਪਚਰ ਜਦੋਂ ਹੋਣਾ ਆ ਤੇ ਉਹ ਰੈਪਚਰ ਦੇ ਵਿੱਚ ਜਿਹੜੇ ਭੈਣ ਭਾਈ ਸੁੱਤੇ ਹੋਏ ਆ, ਜਿਨ੍ਹਾਂ ਨੇ ਸੰਦੇਸ਼ ਦੇ ਵਿੱਚ ਜੀਵਨ ਬਤੀਤ ਕੀਤਾ ਆ, ਉਹ ਵੀ ਇਕੱਠੇ ਆਪਣੇ ਨਾਲ ਜਾਣਗੇ। ਇਕੱਠਿਆਂ ਦਾ ਹੀ ਰੈਪਚਰ ਹੋਣਾ, ਸਾਰਿਆਂ ਦਾ ਇਕੱਠਿਆਂ ਨੇ ਉੱਪਰ ਜਾਣਾ ਆ। ਇਸ ਕਰਕੇ ਸੰਤ ਪੌਲੁਸ ਨੇ ਕਿਹਾ, ਹੇ ਮੌਤ ਤੇਰਾ ਡੰਗ ਕਿੱਥੇ ਚਲਾ ਗਿਆ, ਹੇ ਮੌਤ ਤੇਰੀ ਫਤਿਹ ਕਿੱਥੇ ਆ। ਜੇ ਯੀਸ਼ੂ ਮਸੀਹ ਮੁਰਦਿਆਂ ਵਿੱਚ ਜਿਉਂਦਾ ਹੋਇਆ ਤੇ ਕੀ ਜਿਹੜੇ ਅਸੀਂ ਉਹਦੇ ਬੱਚੇ ਆ, ਕਿ ਅਸੀਂ ਉਹਦੇ ਨਾਲ ਜਿਉਂਦੇ ਨਹੀਂ ਹੋਏ? ਅਸੀਂ ਉਹਦੇ ਨਾਲ ਮਰੇ ਵੀ ਆ ਤੇ ਅਸੀਂ ਉਹਦੇ ਨਾਲ ਜਿਉਂਦੇ ਵੀ ਹੋਏ ਆ। ਜੇ ਸਾਡਾ ਪ੍ਰਭੂ ਯੀਸ਼ੂ ਮਸੀਹ ਯੁਗਾਂ ਨੂੰ ਯੁਗ ਜਿਉਂਦਾ ਆ ਤੇ ਅਸੀਂ ਵੀ ਜਿਉਂਦੇ ਆ। ਮੈਂ ਤੁਹਾਨੂੰ ਦੱਸਣਾ ਚਾਹਨਾ, ਜੇ ਤੁਸੀਂ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਦੇ ਸੰਦੇਸ਼ ਨੂੰ ਕਬੂਲ ਕੀਤਾ, ਉਹਦੇ ਅਨੁਸਾਰ ਜੀਵਨ ਬਤੀਤ ਕਰਦੇ ਹੋ ਤੇ ਤੁਸੀਂ ਅਮਰ ਹੋ। ਤੁਸੀਂ ਅਮਰ ਹੋ, ਤੁਹਾਨੂੰ ਕੋਈ ਨਹੀਂ ਮਾਰ ਸਕਦਾ। ਇਹ ਯਾਦ ਰੱਖੋ, ਕਿੰਨਾ ਪਤਾ ਕਿੰਨੀ ਵੱਡੀ ਤੇ ਮਹਾਨ ਗੱਲ ਆ ਅਮਰ ਹੋਣਾ। ਚਾਹੇ ਸਰੀਰ ਖਤਮ ਹੋ ਜਾਵੇ, ਹੋ ਸਕਦਾ ਜਿਸ ਥਾਂ 'ਚ ਮੈਂ ਪ੍ਰਚਾਰ ਕਰ ਰਿਹਾ ਹਾਂ ਕੱਲ ਨੂੰ ਮੈਂ ਨਾ ਹੋਵਾਂ, ਹੋ ਸਕਦਾ ਤੁਸੀਂ ਇਸ ਥਾਂ 'ਚ ਸੁਣ ਰਹੇ ਹੋ ਕੱਲ ਨੂੰ ਤੁਸੀਂ ਸੰਸਾਰ ਨੂੰ ਛੱਡ ਕੇ ਚਲੇ ਜਾਵੋ, ਲੇਕਿਨ ਫਿਰ ਵੀ ਤੁਸੀਂ ਜਿਉਂਦੇ ਹੀ ਹੋ। ਇਹ ਭੁਲੇਖਾ ਆ ਬੰਦਾ ਮਰ ਗਿਆ,
ਉਹ ਮਰਦੇ ਉਹ ਆ ਜਿਹੜੇ ਵਚਨ ਦੇ ਬਾਹਰ ਆ, ਲੇਕਿਨ ਜਿਹੜੇ ਵਚਨ ਦੇ ਦਾਇਰੇ ਦੇ ਵਿੱਚ ਆ ਉਹ ਕਦੇ ਮਰਦੇ ਨਹੀਂ ਆ। ਇਹ ਤੁਹਾਨੂੰ ਕਲੀਅਰ ਕਰਨਾ ਚਾਹਨਾ, ਉਹ ਅਮਰ ਹੋ ਜਾਂਦੇ ਆ। ਸਰੀਰ ਕਬਰ 'ਚ ਚਲਾ ਗਿਆ ਤਾਂ ਫਿਰ ਕੀ ਹੋਇਆ, ਫਿਰ ਉਠਾ ਲਿਆ ਜਾਵੇਗਾ। ਤੁਹਾਨੂੰ ਪਤਾ ਜਦੋਂ ਅਲੀਸ਼ਾ ਨਬੀ ਦੀ ਕਬਰ ਦੇ ਵਿੱਚ ਇੱਕ ਮੁਰਦੇ ਨੂੰ ਰੱਖ ਦਿੱਤਾ ਗਿਆ ਗਲਤੀ ਦੇ ਨਾਲ, ਤੇ ਕੀ ਹੋਇਆ, ਮੁਰਦਾ ਜਿਉਂਦਾ ਹੋ ਗਿਆ। ਇਹਦਾ ਮਤਲਬ ਹੱਡੀਆਂ ਦੇ ਵਿੱਚ ਵੀ ਸਾਮਰਥ ਸੀ। ਇਸ ਕਰਕੇ ਤੁਹਾਡੀ ਹੱਡੀਆਂ ਪਾਪ ਨਾ ਕਰੇ, ਤੁਹਾਡੀਆਂ ਅੱਖਾਂ ਪਾਪ ਨਾ ਕਰਨ, ਤੁਹਾਡੇ ਸੋਚ ਵਿਚਾਰ ਪਾਪ ਨਾ ਕਰਨ। ਤੁਸੀਂ ਆਪਣੇ ਆਪ ਨੂੰ ਪਵਿੱਤਰ ਰੱਖਣਾ ਆ। ਹੁਣ ਇਸ ਕਰਕੇ ਦੂਤ ਨੇ ਭਾਈ ਬ੍ਰੈਨਮ ਨੂੰ ਕਿਹਾ ਸੀ, ਆਪਣੇ ਆਪ ਨੂੰ ਪਵਿੱਤਰ ਰੱਖਣਾ ਤੇਰੇ ਵਾਸਤੇ ਬਹੁਤ ਵੱਡਾ ਕੰਮ ਰੱਖਿਆ ਗਿਆ ਹੈ। ਤੂੰ ਸਿਗਰਟ ਸ਼ਰਾਬ ਨਹੀਂ ਪੀਣੀ, ਗਲਤ ਕੰਮ ਨਹੀਂ ਕਰਨੇ, ਔਰਤਾਂ ਤੋਂ ਆਪਣੇ ਆਪ ਨੂੰ ਦੂਸ਼ਿਤ ਨਹੀਂ ਕਰਨਾ। ਅੱਜ ਕਿਉਂ ਸੰਦੇਸ਼ ਦੇ ਭੈਣ ਭਾਈਆਂ ਨੂੰ ਕਿਹਾ ਜਾਂਦਾ ਆ, ਅੱਜ ਕਿਉਂ ਸੰਦੇਸ਼ ਦੀ ਭੈਣਾਂ ਵਧੀਆ ਪੂਰੇ ਕੱਪੜੇ ਪਾਉਂਦੀਆਂ, ਉੱਪਰ ਬੰਦ ਗਲੇ ਤੱਕ ਸੂਟ ਪਾਉਂਦੀਆਂ, ਲੇਕਿਨ ਜੇ ਬਾਹਰ ਦੇਖੋ ਸੰਸਾਰ ਦੇ ਵਿੱਚ ਸੂਟ ਪਾਏ ਹੁੰਦੇ ਅੱਧਾ ਪਿੰਡਾ ਹੀ ਦਿਖੀ ਜਾਂਦਾ ਪਿੱਛੋਂ, ਚੁੰਨੀ ਲੈਣ ਦਾ ਤੌਰ ਤਰੀਕਾ ਨਹੀਂ ਆ। ਲੇਕਿਨ ਸੰਦੇਸ਼ ਵਾਲੀਆਂ ਭੈਣਾਂ ਅੱਜ ਕਿਉਂ ਇੱਕ ਅਲੱਗ ਜੀਵਨ ਬਤੀਤ ਕਰ ਰਹੀਆਂ, ਕਿਉਂਕਿ ਅੱਡ ਕੀਤੀਆਂ ਹੋਈਆਂ ਆ ਵਚਨ ਦੇ ਨਾਲ, ਭਰੀਆਂ ਹੋਈਆਂ ਆ, ਸਮਝਦਾਰ। ਇਸ ਕਰਕੇ ਉਹਨਾਂ ਦੇ ਜੀਵਨ ਦੇਖੋ ਕਿੱਦਾਂ ਦੇ ਆ। ਜਿਹੜੇ ਸੰਦੇਸ਼ ਦੇ ਵਿੱਚ ਭੈਣ ਭਾਈ ਉਹਨਾਂ ਦੇ ਜੀਵਨ ਕਿੰਨੇ ਵਧੀਆ ਹੈ। ਸੰਦੇਸ਼ ਦੇ ਵਿੱਚ ਜਿਹੜੇ ਭੈਣ ਭਾਈ ਆ, ਜਿਹੜੇ ਭਾਈ ਨੇ, ਉਹ ਆਪਣੇ ਬਾਲ ਨਹੀਂ ਖੜੇ ਕਰਦੇ, ਜੈਲ ਨਹੀਂ ਲਗਾਉਂਦੇ। ਤੁਹਾਨੂੰ ਪਤਾ ਜਿਹੜਾ ਭੈਣ ਭਾਈ ਜੈਲ ਲਗਾਉਂਦਾ, ਬਾਲ ਖੜੇ ਕਰਦਾ, ਬਾਲ ਕਟਾਉਂਦਾ, ਉਹਦੇ ਅੰਦਰ ਸ਼ੈਤਾਨ ਹੁੰਦਾ ਹੈ, ਦੁਸ਼ਟ ਆਤਮਾ ਨੇ ਉਹਨੂੰ ਫੜਿਆ ਹੁੰਦਾ। ਦੁਸ਼ਟ ਆਤਮਾ ਉਹਦੇ ਅੰਦਰ ਰਹਿ ਕੇ ਕਹਿੰਦਾ ਚੱਲ ਹਰਾਮਕਾਰੀ ਕਰ, ਚੱਲ ਬਾਲ ਖੜੇ ਕਰ ਲਾ, ਬਾਲ ਕਟਾ ਲਾ। ਇਹ ਸਭ ਕੀ ਹੈ, ਸ਼ੈਤਾਨੀ ਕੰਮ। ਲੇਕਿਨ ਜਿਹਦੇ ਅੰਦਰ ਪਵਿੱਤਰ ਆਤਮਾ ਹੁੰਦਾ, ਉਹ ਕਹਿੰਦਾ ਬਾਹਰ ਗੰਦਗੀ 'ਚ ਨਹੀਂ ਜਾਣਾ, ਅੰਦਰ ਬੈਠ ਕੇ ਪ੍ਰਾਰਥਨਾ ਕਰ, ਖੁਦਾ ਦੇ ਕੰਮਾਂ ਨੂੰ ਕਰ। ਮਸੀਹ ਭੈਣ ਭਾਈ ਜਿਹਦੇ ਅੰਦਰ ਪਵਿੱਤਰ ਆਤਮਾ ਹੁੰਦਾ, ਫਿਲਮਾਂ ਟੀਵੀਆਂ ਨਹੀਂ ਦੇਖਦੇ, ਕਿਉਂਕਿ ਬਾਈਬਲ 'ਚ ਸਾਫ਼ ਲਿਖਿਆ ਹੈ ਨਾਚ ਰੰਗ ਗੰਦਗੀਆਂ ਤੁਸੀਂ ਕੁਝ ਨਹੀਂ ਦੇਖ ਸਕਦੇ। ਫਿਰ ਪਤਾ ਲੱਗਦਾ ਕਿ ਨਹੀਂ ਲੱਗਦਾ। ਹੁਣ ਲੋਕੀ ਕਿੱਦਾਂ ਕਹਿ ਦਿੰਦੇ ਆ ਜੀ, ਉਹ ਭਾਈ ਭੈਣ ਬੜਾ ਆਤਮਿਕ ਆ ਜੀ, ਉਹ ਸੰਸਾਰ ਦਾ ਮਤਲਬ ਨਹੀਂ ਰੱਖਦਾ। ਇਹਦਾ ਮਤਲਬ ਵੀ ਲੋਕਾਂ ਨੂੰ ਪਤਾ ਲੱਗਦਾ ਹੈ ਵੀ ਇਹ ਭੈਣ ਭਾਈ ਆਤਮਿਕ ਆ, ਉਹਦੇ ਕੰਮਾਂ ਤੋਂ ਪਤਾ ਲੱਗਦਾ। ਇਸੇ ਤਰ੍ਹਾਂ ਤੁਹਾਡੇ ਕੰਮਾਂ ਦੁਆਰਾ ਪਤਾ ਲੱਗਦਾ ਤੁਸੀਂ ਆਤਮਿਕ ਹੋ ਕਿ ਸਰੀਰਕ ਹੋ। ਤੁਹਾਡੀ ਗੱਲਾਂ ਦੁਆਰਾ, ਤੁਹਾਡੇ ਕੰਮਾਂ ਦੁਆਰਾ, ਹਰ ਇੱਕ ਚੀਜ਼ ਦੁਆਰਾ ਪਤਾ ਲੱਗਦਾ। ਭਾਈ ਵਿਲੀਅਮ ਬ੍ਰੈਨਮ ਨੇ ਕਿਹਾ, ਜੇ ਤੁਸੀਂ ਕਿਸੇ ਮਨੁੱਖ ਦਾ ਜੀਵਨ ਦੇਖਣਾ, ਉਹਦੇ ਬੈੱਡਰੂਮ 'ਚ ਚਲੇ ਜਾਓ, ਦੇਖੋ ਉਹਦੇ ਬੈੱਡਰੂਮ 'ਚ ਕਿੱਦਾਂ ਦੀ ਤਸਵੀਰਾਂ ਲੱਗੀਆਂ ਹੈ। ਅੱਜ ਤੁਸੀਂ ਦੇਖੋ ਬਹੁਤ ਭੈਣ ਭਾਈ ਜਿਹੜੇ ਮਸੀਹ ਭੈਣ ਭਾਈ ਆਪਣੇ ਆਪ ਨੂੰ ਕਹਿੰਦੇ, ਉਹਨਾਂ ਦੇ ਬੈੱਡਰੂਮ 'ਚ ਹੀਰੋ ਹੀਰੋਇਨਾਂ ਦੀ ਫੋਟੋਆਂ ਲੱਗੀਆਂ। ਮੈਂ ਆਲੀਆ ਭੱਟ, ਮੈਂ ਸ਼੍ਰੀ ਦੇਵੀ, 4-4 ਵਿਆਹ ਕਰਵਾਏ ਹੋਇਆ। ਤੁਸੀਂ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹੋ, ਤੁਹਾਡੇ ਅੰਦਰ ਸ਼ੈਤਾਨ। ਜੇ ਆਪਣਾ ਆਦਰਸ਼ ਮੰਨਣਾ ਆ ਤੇ ਮੰਨੋ ਨਬੀਆਂ ਰਸੂਲਾਂ ਨੂੰ ਵੀ, ਕਿੱਦਾਂ ਮੇਰੇ ਨਬੀਆਂ ਨੇ, ਮੇਰੇ ਰਸੂਲਾਂ ਨੇ ਜੀਵਨ ਬਤੀਤ ਕੀਤਾ। ਪ੍ਰਭੂ ਜੀ ਮੇਰਾ ਜੀਵਨ ਵੀ ਇਦਾਂ ਦਾ ਬਣਾ ਦੇ। ਜੇ ਸੰਤ ਪੌਲੁਸ ਦੇ 5 ਵਾਰੀ 39 ਕੋੜੇ ਖਾਦੇ ਸੀ, ਪ੍ਰਭੂ ਮੇਰਾ ਵੀ ਜੀਵਨ ਇਹੋ ਜਿਹਾ ਬਣਾ, ਜੇ ਮੈਨੂੰ ਵੀ ਕੋੜੇ ਖਾਣੇ ਪੈ ਜਾਣ ਤੇ ਮੈਂ ਪਿੱਛੇ ਨਾ ਹਟਾਂ। ਇਹੋ ਜਿਹੀ ਹੋਣਾ ਚਾਹੀਦਾ। ਨਾਮ ਰੱਖਣ ਦੇ ਨਾਲ ਕੁਝ ਨਹੀਂ ਹੁੰਦਾ ਵੀ ਅਸੀਂ ਮਸੀਹ ਨਾਮ ਰੱਖ ਲੇ, ਚਰਚ ਚਲੇ ਗਏ, ਜੀਵਨ ਬਤੀਤ ਕਰਨਾ ਪਵੇਗਾ। ਤੇ ਜੀਵਨ ਕਿੱਥੋਂ ਸ਼ੁਰੂ ਹੁੰਦਾ, ਜਦੋਂ ਤੁਸੀਂ ਚਰਚ ਤੇ ਬਾਹਰ ਜਾਂਦੇ ਹੋ, ਕਿਉਂਕਿ ਚਰਚ ਦੇ ਵਿੱਚ ਬਹੁਤ ਭੈਣ ਭਾਈ ਦੂਤ ਤੇ ਬਾਹਰ ਭੂਤ ਬਣ ਜਾਂਦੇ ਆ। ਇਸ ਕਰਕੇ ਜੀਵਨ ਕਿੱਥੇ ਸ਼ੁਰੂ ਹੁੰਦਾ, ਜੀਵਨ ਸ਼ੁਰੂ ਹੁੰਦਾ ਚਰਚ ਤੋਂ। ਤੁਸੀਂ ਬਾਹਰ ਜਾਂਦੇ ਹੋ, ਫਿਰ ਪਤਾ ਲੱਗਦਾ ਜੀ ਸੰਸਾਰ 'ਚ ਤੁਹਾਨੂੰ ਛੱਡਿਆ ਜਾਂਦਾ, ਫਿਰ ਪਤਾ ਲੱਗਦਾ ਵੀ ਕਿਹੜਾ ਭੈਣ ਭਾਈ ਕਿਸ ਪਾਸੇ ਨੂੰ ਜਾ ਰਿਹਾ, ਖੁੱਲੇ ਦਰਵਾਜ਼ੇ ਵੱਲ ਜਾ ਰਿਹਾ ਕਿ ਭੀੜੇ ਵੱਲ ਜਾ ਰਿਹਾ। ਤੇ ਅੱਜ ਲੋਕੀ ਕਰਦੇ ਨੇ ਰੈਪਚਰ ਹੋ ਜਾਣਾ ਜੀ, ਰੈਪਚਰ ਰੁਕ ਜਾਣਾ। ਨਾ ਤਾਂ ਕਿਸ ਦਾ ਰੈਪਚਰ ਹੋਣਾ ਆ ਤੇ ਨਾ ਕਿਸ ਦਾ ਰੁਕਣਾ ਆ। ਰੈਪਚਰ ਉਹਦਾ ਹੀ ਹੋਣਾ ਆ ਜਿਹਨੇ ਜੀਵਨ ਬਤੀਤ ਕਰਨਾ ਆ। ਕਿਸੇ ਦੇ ਕਹਿਣ ਨਾਲ ਕਿਸ ਦਾ ਰੈਪਚਰ ਨਹੀਂ ਰੁਕਣਾ, ਨਾ ਕਿਸੇ ਦੇ ਕਹਿਣ ਨਾਲ ਕਿਸ ਦਾ ਰੈਪਚਰ ਹੋ ਜਾਣਾ ਹੈ। ਰੈਪਚਰ ਉਹਦਾ ਹੀ ਹੋਣਾ ਆ ਜਿਹੜਾ ਆਪਣੇ ਆਪ ਨੂੰ ਖੁਦਾ ਦੇ ਅੱਗੇ ਸਮਰਪਿਤ ਕਰੇਗਾ। ਇਹ ਗੱਲ ਯਾਦ ਰੱਖਿਓ। ਅੱਜ ਲੋਕੀ ਕਹਿ ਦਿੰਦੇ ਆ ਉਹ ਭੈਣ ਭਾਈ ਕੱਟਿਆ ਗਿਆ, ਉਹਦਾ ਰੈਪਚਰ ਨਹੀਂ ਹੋਣਾ, ਵੀ ਤੇਰਾ ਹੋ ਜਾਣਾ। ਤੈਨੂੰ ਪਤਾ ਤੇਰਾ ਜੀਵਨ ਸਹੀ ਹੈ ਕਿਤੇ ਬੜਾ। ਰੈਪਚਰ ਉਹਦਾ ਹੀ ਹੋਣਾ ਜਿਹੜਾ ਸੰਸਾਰ ਤੋਂ ਮਰਿਆ ਹੋਇਆ। ਪਹਿਲਾਂ ਚੈੱਕ ਕਰ ਲਓ ਜਾ ਕੇ ਵੀ ਜਿਹੜੇ ਭੈਣ ਭਾਈਆਂ ਨਾਲ ਤੁਸੀਂ ਸੰਗਤੀ ਕਰਦੇ ਹੋ ਸੰਸਾਰ ਤੋਂ ਮਰਿਆ ਆ, ਮਰੀ ਆ ਕਿ ਜਿਉਂਦੇ ਹੀ ਫਿਰਦੇ ਆ। ਕਿਉਂਕਿ ਤੁਹਾਨੂੰ ਪਤਾ ਜਦੋਂ ਕਣਕ ਦੇ ਦਾਣੇ ਨੂੰ ਇੱਕ ਕਿਸਾਨ ਬੀਜਦਾ ਆ, ਉਹ ਦਾਣਾ ਮਰਦਾ ਆ, ਜਦੋਂ ਮਰਦਾ ਆ ਤੇ ਫਿਰ ਪੁੰਗਰਦਾ ਆ। ਜਦੋਂ ਤੱਕ ਤੁਸੀਂ ਸੰਸਾਰ ਤੋਂ ਮਰੋਗੇ ਨਹੀਂ ਤੇ ਪੁੰਗਰੋਗੇ ਕਿੱਥੋਂ। ਤੇ ਦਾਵਾ ਕਿੱਦਾਂ ਲੋਕੀ ਕਰੀ ਜਾਂਦੇ ਆ ਵੀ ਅਸੀਂ ਮਰੇ ਹੋਏ ਆ। ਪੁੰਗਰੇ ਦਾ ਤੁਸੀਂ ਹੈ ਨਹੀਂ, ਮਰੇ ਹੀ ਨਹੀਂ ਤਾਂ ਪੁੰਗਰੋਗੇ ਕਿੱਥੋਂ। ਜੇ ਮਰੋਗੇ ਤਾਂ ਹੀ ਪੁੰਗਰੋਗੇ।
ਪੁੰਗਰੇ ਤਾਂ ਹੈ ਨਹੀਂ ਗਏ ਤੇ ਕਹੀ ਜਾਂਦੇ ਸੀ ਸੰਸਾਰ ਤੋਂ ਮਰੇ ਆ। ਇਹ ਕਿੱਦਾਂ ਹੋ ਸਕਦਾ? ਮੈਂ ਬੜੀ ਵਾਰ ਹੈਰਾਨ ਹੁੰਦਾ ਦੇਖ ਕੇ, ਲੋਕੀ ਕਹਿੰਦੇ ਅਸੀਂ ਜੀ ਰੈਪਚਰ 'ਚ, ਸਾਡਾ ਤਾਂ ਰੈਪਚਰ ਹੋਣ ਵਾਲਾ ਹੈ, ਅਸੀਂ ਸੰਸਾਰ ਤੋਂ ਮਰੇ ਆ। ਜੇ ਸੰਸਾਰ ਤੋਂ ਮਰੇ ਹੋ, ਤੁਹਾਡੇ ਛਿੱਟੇ ਨਹੀਂ ਦਿਖ ਰਹੇ ਬਾਹਰ, ਤੁਹਾਡੇ ਬਾਹਰ ਕੁਝ ਹੱਥ ਪੈਰ ਹੀ ਨਹੀਂ ਦਿਖ ਰਹੇ, ਤੁਹਾਡੇ ਫਲ ਹੀ ਨਹੀਂ ਦਿਖ ਰਹੇ, ਤੇ ਕਿੱਥੋਂ ਪਤਾ ਲੱਗੂ ਤੁਸੀਂ ਸੰਸਾਰ ਤੋਂ ਮਰੇ ਹੋ? ਗੰਦਗੀ ਦੇ ਨਾਲ ਭਰੇ ਹੋਏ ਲੋਕ ਨੇ ਅੱਜ। ਫਿਰ ਦਾਵਾ ਕਰਦੇ ਰੈਪਚਰ ਵਿੱਚ ਜਾਣ ਦਾ। ਰੈਪਚਰ ਵਿੱਚ ਸਮਰਪਿਤ ਬੰਦਾ ਜਾਵੇਗਾ, ਜਿਹੜਾ ਇਸ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਚੁਣਿਆ ਗਿਆ ਆ, ਉਹੀ ਰੈਪਚਰ ਦੇ ਵਿੱਚ ਜਾਵੇਗਾ। ਹੋਰ ਕੋਈ ਰੈਪਚਰ 'ਚ ਨਹੀਂ ਜਾਵੇਗਾ। ਬੜੇ ਲੋਕ ਦਾਵਾ ਕਰ ਰਹੇ ਰੈਪਚਰ 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 ਰੈਪਚਰ, ਮਰੇ ਤਾਂ ਹੈ ਨਹੀਂ। ਪ੍ਰਭੂ ਲਈ ਧਰਤੀ ਤੇ ਤਾਂ ਕੁਝ ਕੀਤਾ ਨਹੀਂ, ਉੱਪਰ ਕੀ ਕਰੋਗੇ? ਧਰਤੀ ਤੇ ਤਾਂ ਤਿਆਗ ਨਹੀਂ ਕਰ ਪਾਏ। ਇਸ ਕਰਕੇ ਲਿਖਿਆ, ਤੁਸੀਂ ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਦਿਖਾਈ ਦਿੰਦੇ ਹੋ, ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ। ਅੱਜ ਦੇਖੋ ਕਿੰਨਾ ਲੋਕੀ ਚਰਚਾਂ 'ਚ ਜਾਂਦੇ, ਵੱਡੇ ਵੱਡੇ ਚਰਚਾਂ 'ਚ ਪ੍ਰਾਰਥਨਾ ਕਰਾਣੀ, 50,000 ਰੁਪਏ ਦੇ ਦੇ, 30,000 ਰੁਪਏ ਦੇ ਦੇ ਤਾਂ ਪ੍ਰਾਰਥਨਾ ਕਰੂੰਗਾ। ਕਿੱਥੇ ਲਿਖਿਆ ਬਾਈਬਲ ਦੇ ਵਿੱਚ 30,000 ਜਾਂ 50,000 ਦੇ ਵਿੱਚ ਪ੍ਰਾਰਥਨਾ ਹੋਊਗੀ? ਇੱਕ ਸੇਵਕ ਦਾ ਕੰਮ ਹੁੰਦਾ ਵੀ ਮਹਾਰਾਜ ਦੇ ਲਈ ਫਾਸਟ ਰੱਖ ਕੇ ਪ੍ਰਾਰਥਨਾ ਕਰੇ। ਫਰੀ ਦਿੱਤਾ, ਮੁਫਤ ਦਿੱਤਾ ਗਿਆ ਤੇ ਮੁਫਤ ਹੀ ਤੁਸੀਂ ਦੇਣਾ। ਤੁਹਾਨੂੰ ਵੀ ਮੁਫਤ ਮਿਲਿਆ, ਮੁਕਤੀ ਮੁਫਤ ਆ। ਮੁਕਤੀ ਦਾ ਕੋਈ ਪੈਸਾ ਨਹੀਂ ਆ, ਚੰਗਿਆਈ ਦਾ ਕੋਈ ਪੈਸਾ ਨਹੀਂ ਆ। ਉਹ ਕਹਿੰਦਾ ਮੁਫਤ ਤੁਹਾਨੂੰ ਦਿੱਤਾ, ਤੁਸੀਂ ਮੁਫਤ ਹੀ ਲੋਕਾਂ ਨੂੰ ਦਿਓ, ਕੋਈ ਪੈਸਾ ਨਹੀਂ ਲੈਣਾ ਕਿਸੇ ਚੀਜ਼ ਦਾ ਵੀ। ਇਹ ਸਭ ਕੁਝ ਰੋਂਗ। ਰੋਮੀਆਂ ਕੱਢਾਂਗੇ 12 ਦੀ 1। ਰੋਮੀਆਂ 12 ਦੀ 1। ਸੋ हे ਭਰਾਵੋ, ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਓ। ਹੁਣ ਵਚਨ ਕੀ ਕਹਿ ਰਿਹਾ ਹੈ? ਕਹਿੰਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਓ। ਆਪਣੇ ਆਪ ਨੂੰ ਪਵਿੱਤਰ ਰੱਖੋ, ਇਸ ਸੰਸਾਰ ਤੋਂ ਅੱਡ ਰੱਖੋ, ਤਾਂ ਖੁਦਾ ਨੇ ਤੁਹਾਨੂੰ ਐਕਸੈਪਟ ਕਰਨਾ, ਕਿਉਂਕਿ ਖੁਦਾਵੰਦ ਵੱਧ ਚੀਜ਼ ਨੂੰ ਕਦੇ ਐਕਸੈਪਟ ਨਹੀਂ ਕਰਦਾ। ਇਹ ਯਾਦ ਰੱਖਿਓ। ਜੇ ਕਿਸੇ ਕੋਈ ਖੋਟ ਹੋਵੇ, ਕੋਈ ਬੱਜ ਹੋਵੇ, ਉਹ ਖੁਦਾ ਦੇ ਹਜ਼ੂਰ 'ਚ ਉਹ ਖੁਦਾ ਉਹਨੂੰ ਪਸੰਦ ਨਹੀਂ ਕਰਦਾ। ਉਹ ਖੁਦਾ ਦੇ ਹਜ਼ੂਰ 'ਚ ਨਹੀਂ ਚੜਦੀ ਇਹੋ ਜਿਹੀ ਚੀਜ਼। ਜੇ ਤੁਸੀਂ ਆਪਣਾ ਜੀਵਨ ਕਹਿੰਦੇ ਹੋ ਸਮਰਪਿਤ ਕੀਤਾ, ਤੁਹਾਡੇ ਅੰਦਰ ਕੋਈ ਬੱਜ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਅੰਦਰ ਛੋਟਾ ਜਿਹਾ ਵੀ ਬੱਜ ਹੋਊਗਾ, ਤੁਸੀਂ ਰਿਜੈਕਟ ਕਰ ਦਿੱਤੇ ਜਾਓਗੇ। ਤੁਹਾਨੂੰ ਪਤਾ, ਮੈਂ ਐਗਜ਼ਾਮਪਲ ਦਿੰਦਾ, ਇੱਕ ਮੈਂ ਤੁਹਾਨੂੰ ਸਰੀਰਕ ਐਗਜ਼ਾਮਪਲ ਦੇ ਰਿਹਾ। ਇੱਕ ਫੈਕਟਰੀ ਦੇ ਵਿੱਚ ਕੋਈ ਵੀ ਚੀਜ਼ ਬਣ ਰਹੀ ਹੈ, ਲਗਾ ਲਓ, ਚਲੋ ਕੋਈ ਕਿਸ਼ਤੀ ਬਣ ਰਹੀ ਹੈ ਫੈਕਟਰੀ ਵਿੱਚ, ਕੋਈ ਜਹਾਜ਼ ਬਣ ਰਿਹਾ, ਸਮੁੰਦਰੀ ਜਹਾਜ਼ ਬਣ ਰਿਹਾ। ਉਹ ਜਹਾਜ਼ ਬਣਨ ਤੋਂ ਬਾਅਦ ਉਹਨੂੰ ਚੈੱਕ ਕੀਤਾ ਜਾਂਦਾ, ਜੇ ਉੱਚ ਮਾੜਾ ਜਿਹਾ ਵੀ ਸਰਾਖ ਹੋਵੇ ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ। ਉਹਨੂੰ ਕਿਹਾ ਜਾਂਦਾ ਜੀ ਰਿਪੇਅਰ ਕਰੋ ਪਹਿਲਾਂ, ਇਹ ਪਾਣੀ 'ਚ ਨਹੀਂ ਜਾ ਸਕਦਾ, ਕਿਉਂਕਿ ਇਹਦੇ ਵਿੱਚ ਜੇ ਕੋਈ ਬੈਠੂਗਾ ਤੇ ਉਹਨੂੰ ਵੀ ਡੁਬਾ ਦੂਗਾ ਇਹ। ਇਸ ਕਰਕੇ ਖੁਦਾ ਦੇ ਹਜ਼ੂਰ ਦੇ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਜੀਵਨ ਨੂੰ ਸਮਰਪਿਤ ਨਹੀਂ ਕਰਦੇ ਤੇ ਖੁਦਾਵੰਦ ਤੁਹਾਨੂੰ ਕਦੇ ਕਬੂਲ ਨਹੀਂ ਕਰੇਗਾ। ਉਹ ਕਬੂਲ ਤਾਂ ਹੀ ਕਰੇਗਾ ਜੇ ਤੁਹਾਡਾ ਜੀਵਨ ਸਮਰਪਿਤ ਹੋਵੇਗਾ, ਤੁਹਾਡੇ ਅੰਦਰ ਕੋਈ ਬੱਜ ਨਹੀਂ ਹੋਵੇਗਾ। ਇਸ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਕੇ ਚੜਾਉਣਾ ਹੈ ਖੁਦਾ ਦੇ ਅੱਗੇ। ਇਹ ਨਾ ਸੋਚੋ ਵੀ ਚਰਚ ਆ ਕੇ ਤਾਂ ਆਪਣੇ ਆਪ ਨੂੰ ਚੜਾਤਾ, ਇਹ ਚੜਾਉਣਾ ਨਹੀਂ ਹੁੰਦਾ। ਤੁਹਾਨੂੰ ਆਪਣਾ ਜੀਵਨ ਸਮਰਪਿਤ ਕਰਨਾ ਪਵੇਗਾ। ਉਹ ਵੀ ਕਿਸ ਨੂੰ ਦਿਖਾਵੇ ਦੇ ਤੌਰ ਨਹੀਂ ਵੀ ਕਿਸ ਨੂੰ ਦਿਖਾਵਾ ਕਰਨ ਨੂੰ ਜੀਵਨ ਸਮਰਪਿਤ ਕਰਨਾ। ਪਰਮੇਸ਼ਵਰ ਦੇ ਨਾਮ ਨੇ ਤੋਬਾ ਕੀਤਾ ਹੋਇਆ ਹਿਰਦਾ, ਟੁੱਟਿਆ ਹੋਇਆ ਹਿਰਦਾ ਤੁਸੀਂ ਲੈ ਕੇ ਜਾਣਾ ਹੈ। ਇਹੋ ਜਿਹਾ ਜੀਵਨ ਖੁਦਾ ਪਸੰਦ ਕਰਦਾ ਹੈ। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਇਹ ਸੰਸਾਰ ਵਰਗੇ ਨਹੀਂ ਬਣਨਾ। ਤੁਸੀਂ ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਤੁਸੀਂ ਉਦਾਂ ਦੇ ਢਲਦੇ ਜਾਣਾ, ਉਦਾਂ ਦੇ ਤੁਸੀਂ ਬਣਦੇ ਜਾਣਾ ਹੈ। ਇਸ ਕਰਕੇ ਆਪਣੀ ਦੇਹੀ को पवित्र बलिदान करके चढ़ाओ। अपनी देहियां ਨੂੰ पवित्र बलिदान करके ਤੁਸੀਂ ਚੜਾਓ। ਤੁਹਾਨੂੰ ਪਤਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਆ? ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਸਰੀਰ ਆ, ਤੁਹਾਡੀ ਅਭਿਲਾਸ਼ਾਵਾਂ ਆ। ਇਸ ਕਰਕੇ ਸੰਤ ਪੌਲੁਸ ਨੇ ਨਹੀਂ ਕਿਹਾ ਮੈਂ ਆਪਣੇ ਸਰੀਰ ਨੂੰ ਰੋਜ਼ ਮਾਰਦਾ ਆ, ਰੋਜ਼ ਕੁੱਟਦਾ ਆ। ਉਹ ਆਪਣੀ ਖੁਆਇਸ਼ਾਂ ਨੂੰ ਮਾਰਦਾ ਸੀਗਾ, ਹਰ ਇੱਕ ਚੀਜ਼ ਨੂੰ, ਆਪਣੇ ਸਰੀਰ ਨੂੰ ਮਾਰਦਾ ਸੀਗਾ। ਮਾਰਨ ਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਹੁਣ ਆਪਣੇ ਆਪ ਨੂੰ ਚਪੇੜਾ ਮਾਰੀ ਜਾਓ। ਇਸ ਸੰਸਾਰ ਤੋਂ ਤੁਸੀਂ ਆਪਣੇ ਆਪ ਨੂੰ ਮਾਰਨਾ ਹੈ, ਫਿਰ ਤੁਸੀਂ ਰੈਪਚਰ ਵਿੱਚ ਜਾਓਗੇ।
क्योंकि ਜਿਹੜਾ ਮਨੁੱਖ ਪੂਰਾ ਪਰਫੈਕਟ ਹੋਊਗਾ, ਖੁਦਾਵੰਦ ਨੇ ਪਰਫੈਕਟ ਨੂੰ ਲੈ ਕੇ ਜਾਣਾ, ਕੋਈ ਭੁਲੇਖੇ 'ਚ ਨਾ ਰਵੇ, ਇੱਕ ਵੀ ਛੋਟੀ ਜੀ ਕਮੀ ਨਹੀਂ ਹੋਣੀ ਚਾਹੀਦੀ। ਪੂਰਾ ਪਰਫੈਕਟ ਮਨੁੱਖ ਖੁਦਾ ਦੇ ਰਾਜ 'ਚ ਜਾਵੇਗਾ, ਕਿਉਂਕਿ ਖੁਦਾ ਦੇ ਰਾਜ 'ਚ ਜਾਣ ਵਾਲਾ ਮਨੁੱਖ ਖੁਦਾ ਵਰਗਾ ਹੀ ਹੋਵੇਗਾ। ਤੁਸੀਂ ਛੋਟੇ ਲੋੜ ਹੋਵੋਗੇ ਉਸ ਸਥਾਨ ਦੇ ਵਿੱਚ, ਉਹ ਵੱਡਾ ਲੋੜ ਆ, ਤੁਸੀਂ ਛੋਟੇ ਲੋੜ ਹੋਵੋਗੇ, ਛੋਟੇ ਖੁਦਾ ਹੋਵੋਗੇ। ਇਸ ਕਰਕੇ ਆਪਣੀ ਅਭਿਲਾਸ਼ਾਵਾਂ ਨੂੰ ਮਾਰ ਦਿਓ, ਆਪਣੇ ਅੰਦਰ ਦੀ ਗੰਦਗੀ ਨੂੰ ਖਤਮ ਕਰੋ, ਕਿਉਂਕਿ ਤੁਸੀਂ ਅੱਡ ਕੀਤੇ ਗਏ ਹੋ। ਇਸ ਕਰਕੇ ਤੁਸੀਂ ਦੇਖਿਆ ਨਾ, ਮੈਂ ਤੁਹਾਨੂੰ ਕਿੰਨੇ ਐਗਜ਼ਾਮਪਲ ਦਿੱਤੇ। ਜਿਹੜਾ ਭਰਿਆ ਹੋਇਆ ਸੀ ਖੁਦਾ ਨੇ ਉਹਨੂੰ ਅੱਡ ਕਰ ਦਿੱਤਾ, ਖਾਲੀ ਨੂੰ ਅੱਡ ਕਰ ਦਿੱਤਾ। ਖੁਦਾਵੰਦ ਹਮੇਸ਼ਾ ਇਸੇ ਤਰ੍ਹਾਂ ਕਰਦਾ, ਤੇ ਇੱਕ ਦਿਨ ਨੂੰ ਵੀ ਇਸੇ ਤਰ੍ਹਾਂ ਕਰੇਗਾ। ਇਨਾਮ ਤਾਂ ਦੋਨਾਂ ਨੂੰ ਹੀ ਮਿਲਣਾ, ਇਨਾਮ ਖਾਲੀ ਨੂੰ ਵੀ ਮਿਲਣਾ, ਇਨਾਮ ਭਰੇ ਨੂੰ ਵੀ ਮਿਲਣਾ। ਇਹਨੇ ਵੀ ਇਨਾਮ ਨਹੀਂ ਮਿਲਣਾ। ਇੱਕ ਨੂੰ ਕਹਿਣਾ ਚੱਲ ਬਹਿ ਜਾ ਮੇਰੇ ਨਾਲ ਸਿੰਘਾਸਨ ਦੇ, ਇੱਕ ਨੂੰ ਕਹੇਗਾ ਤੂੰ ਖਾਲੀ ਆ, ਤੇਰੀ ਅੱਗ ਇੰਤਜ਼ਾਰ ਕਰ ਰਹੀ ਆ, ਜਾ ਚੀਕਾਂ ਮਾਰ ਜਾ ਕੇ, ਉੱਥੇ ਲਗਾਈ ਲਿਪਸਟਿਕਾਂ, ਉੱਥੇ ਕਰੀ ਹਰਾਮਕਾਰੀਆਂ, ਉੱਥੇ ਪਾਈ ਫਿਲਮਾਂ ਦੇ ਉੱਪਰ ਗਾਣੇ, ਉੱਥੇ ਫਿਲਮਾਂ ਦੇ ਗਾਣਿਆਂ ਤੇ ਨੱਚੀ, ਥੱਲੇ ਜਿਹੜੀ ਅੱਗ ਹੋ ਗਈ ਉਹਨੇ ਆਪਣੇ ਆਪ ਹੀ ਨਚਾਈ ਜਾਣਾ ਲੋਕਾਂ ਨੂੰ, ਉਹਨਾਂ ਦੀ ਹੱਡੀਆਂ ਐ ਨੱਚਣੀਆਂ ਐ ਆਪਣੇ ਆਪ ਹੀ। ਇਸ ਕਰਕੇ ਅੱਜ ਤੁਹਾਡੇ ਕੋਲ ਮੌਕਾ ਆ, ਇਹ ਨਾ ਸੋਚੋ ਇਸ ਥਾਂ ਦੇ ਵਿੱਚ ਭਾਈ ਕੌਣ ਖੜਾ ਆ, ਇਹ ਕਿਹੜਾ ਮਨੁੱਖ ਬੋਲ ਰਿਹਾ। ਤੁਸੀਂ ਉਸ ਆਵਾਜ਼ ਨੂੰ ਸੁਣੋ ਜੋ ਪਵਿੱਤਰ ਆਤਮਾ ਇਸ ਥਾਂ ਦੇ ਵਿੱਚੋਂ ਬੋਲ ਰਿਹਾ, ਕਿਉਂਕਿ ਮਨੁੱਖ ਨੂੰ ਨਾ ਦੇਖੋ। ਉਸ ਮਨੁੱਖ ਦੀ ਭਾਈ ਬ੍ਰਹਮ ਨੇ ਕਿਹਾ ਆਵਾਜ਼ ਨੂੰ, ਜੋ ਉਹਦੇ ਵਿੱਚੋਂ ਵਚਨ ਬਾਹਰ ਆ ਰਿਹਾ, ਉਹਨੂੰ ਪਕੜੋ। ਤੁਸੀਂ ਉਸ ਆਵਾਜ਼ ਨੂੰ ਸੁਣੋ ਜੋ ਪਵਿੱਤਰ ਆਤਮਾ ਇਸ ਥਾਂ ਦੇ ਵਿੱਚੋਂ ਬੋਲ ਰਿਹਾ ਹੈ। ਅੱਜ ਤੌਬਾ ਦਾ ਮੌਕਾ ਹੈਗਾ ਆ, ਅੱਜ ਤੌਬਾ ਕਰੋ ਆਪਣੇ ਗੁਨਾਹਾਂ ਤੋਂ, ਆਪਣੇ ਪਾਪਾਂ ਤੋਂ, ਜੇ ਤੁਸੀਂ ਬਚਣਾ ਆ। ਨਹੀਂ ਤਾਂ ਫਿਰ ਬਹੁਤ ਔਖਾ ਆ। ਤੁਹਾਨੂੰ ਪਤਾ ਹੈ ਸੰਸਾਰ ਦਾ ਨਾਸ਼ ਬੜਾ ਬੁਰੀ ਤਰ੍ਹਾਂ ਹੋਣਾ ਹੈ। ਬਹੁਤ ਲੋਕਾਂ ਨੇ ਨਰਕ ਦੀ ਅੱਗ ਦੇ ਵਿੱਚ ਚਲੇ ਜਾਣਾ ਹੈ। ਬਹੁਤ ਲੋਕ ਕਹਿੰਦੇ ਆ, ਤੁਹਾਨੂੰ ਪਤਾ ਦੋ ਕਿਆਮਤਾਂ ਆ, ਇੱਕ ਪਹਿਲੀ ਕਿਆਮਤ ਤੇ ਇੱਕ ਦੂਜੀ ਕਿਆਮਤ। ਜਿਹੜਾ ਪਹਿਲੀ ਕਿਆਮਤ 'ਚ ਜਾਵੇਗਾ ਉਹ ਧੰਨ ਮਨੁੱਖਾ, ਲੇਕਿਨ ਜਿਹੜਾ ਦੂਜੀ ਕਿਆਮਤ 'ਚ ਗਿਆ ਫਿਰ ਉਹ ਖਤਮ ਆ। ਇਸ ਕਰਕੇ ਆਪਣੇ ਆਪ ਨੂੰ ਇਸ ਸੰਸਾਰ ਤੋਂ ਅੱਡ ਕਰ ਲਵੋ। ਆਓ ਅਸੀਂ ਕੱਢਾਂਗੇ ਪਹਿਲਾ ਕੁਰਿੰਥੀਆਂ 9:26। ਪਹਿਲਾ ਕੁਰਿੰਥੀਆਂ 9:26। ਸੋ ਮੈਂ ਇਉਂ ਦੌੜਦਾ ਹਾਂ ਪਰ ਬਿਥੋਹਾ ਨਹੀਂ। ਉਹ ਕਹਿੰਦਾ ਮੈਂ ਇਉਂ ਦੌੜਦਾ ਹਾਂ ਪਰ ਬਿਥੋਹਾ ਨਹੀਂ, ਮੈਂ ਇਉਂ ਹੁਰੀ ਲੜਦਾ ਹਾਂ ਪਰ ਇਸ ਵਾਂਗੂ ਨਹੀਂ ਜੋ ਪੌਣ ਨੂੰ ਮਾਰਦਾ ਹੈ, ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁਰਦਾ ਅਤੇ ਆਪਣੇ ਆਪ ਆਪਣੇ ਵਸ ਵਿੱਚ ਲਿਆਉਂਦਾ ਹਾਂ। ਭਾਈ ਇਉਂ ਨਾ ਹੋਵੇ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਸੰਤ ਪੌਲੁਸ ਕਹਿੰਦਾ ਵੀ ਮੈਂ ਲੜਾਈ ਲੜ ਰਿਹਾ ਤੇ ਮੈਂ ਫੋਕੀ ਲੜਾਈ ਨਹੀਂ ਲੜ ਰਿਹਾ। ਤੁਹਾਨੂੰ ਪਤਾ ਜੀ ਬਹੁਤ ਲੋਕ ਕਹਿ ਦਿੰਦੇ ਆ ਨਹੀਂ ਨਹੀਂ ਰੈਪਚਰ ਥੋੜੀ ਹੋਣਾ ਹੈ। ਲੋਕਾਂ ਨੂੰ ਝੂਠੀਆਂ ਲੱਗਦੀਆਂ ਰੈਪਚਰ ਦੀ ਗੱਲਾਂ। ਉਹ ਕਹਿੰਦੇ ਲੈ ਕਿੱਦਾਂ ਹੋ ਸਕਦਾ ਵੀ ਪ੍ਰਭੂ ਯਿਸੂ ਮਸੀਹ ਮਰਿਆ ਹੋਵੇ ਤੇ ਜਿੰਦਾ ਹੋ ਗਿਆ ਹੋਵੇ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ, ਜੇ ਯਿਸੂ ਮਸੀਹ ਜਿਉਂਦਾ ਹੋਇਆ ਤੇ ਅੱਜ ਤਾਂ ਹੀ ਅਸੀਂ ਸਥਾਨ ਦੇ ਵਿੱਚ ਖੜੇ ਹਾਂ, ਬਿਮਾਰੀਆਂ ਤੋਂ ਲੜ ਰਹੇ ਹਾਂ, ਪਰੇਸ਼ਾਨੀਆਂ ਤੋਂ ਲੜ ਰਹੇ ਹਾਂ, ਕਿਉਂਕਿ ਖੁਦਾਵੰਦ ਸਾਡੀ ਅਗਵਾਈ ਕਰਦਾ ਆ। ਹੁਣ ਉਹ ਕਹਿੰਦਾ ਮੈਂ ਇਉਂ ਦੌੜਦਾ ਹਾਂ ਬਿਥੋਹਾ ਨਹੀਂ। ਕਹਿੰਦਾ ਬਿਥੋਹਾ ਥੋੜੀ ਮੈਂ ਦੌੜ ਰਿਹਾ ਆ, ਮੈਂ ਮਸੀਹ ਲੜਾਈ ਲੜ ਰਿਹਾ। ਕੋਈ ਵੀ ਮਨੁੱਖ ਲੜ ਰਿਹਾ, ਸੰਤ ਪੌਲੁਸ ਵੀ ਲੜ ਰਿਹਾ ਸੀ। ਇਹ ਮਸੀਹ ਲੜਾਈ ਐਵੇਂ ਨਹੀਂ ਆ ਵੀ ਹਵਾ 'ਚ ਮੁੱਕੇ ਮਾਰੀ ਜਾ ਰਹੇ ਅਸੀਂ, ਕੋਈ ਅੱਗੇ ਹੈ ਹੀ ਨਹੀਂ। ਇਹ ਕਹਿੰਦਾ ਇਹ ਉਦਾਂ ਨਹੀਂ ਆ, ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁਰਦਾ ਤੇ ਉਸ ਨੂੰ ਆਪਣੇ ਵਸ ਵਿੱਚ ਲਿਆਉਂਦਾ ਹਾਂ। ਭਈ ਇਉਂ ਨਾ ਹੋਵੇ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਪ੍ਰਵਾਨ ਨਾ ਹੋ ਜਾਵਾਂ। ਉਹ ਕਹਿੰਦਾ ਜੇ ਮੈਂ ਤੁਹਾਨੂੰ ਸਿਖਾ ਰਿਹਾ ਆ, ਸੰਤ ਪੌਲੁਸ ਕਹਿੰਦਾ, ਤੇ ਮੈਂ ਵੀ ਕਹਿੰਦਾ ਉਸ ਕੰਡੀਸ਼ਨ ਵਿੱਚੋਂ ਆਪਣੇ ਆਪ ਨੂੰ ਕੱਢ ਰਿਹਾ ਆ ਵੀ ਕਿਤੇ ਕੱਲ ਤੁਹਾਨੂੰ ਸਿਖਾਉਂਦਾ ਮੈਂ ਆਪ ਹੀ ਕਿਤੇ ਨਾਸ਼ ਨਾ ਹੋ ਜਾਵਾਂ। ਇਸ ਕਰਕੇ ਕੀ ਕਰਨਾ, ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ। ਤੁਹਾਨੂੰ ਪਤਾ ਜਿੰਨੇ ਖੁਦਾ ਦੇ ਲੋਕ ਆ ਜਦੋਂ ਉਸਨੂੰ ਸਿਖਾਉਂਦੇ ਆ, ਉਹ ਐਵੇਂ ਥੋੜੀ ਸਿਖਾਈ ਜਾਂਦੇ। ਜੇ ਮੈਂ ਸਥਾਨ 'ਚ ਖੜਾ ਆ ਤੇ ਮੈਂ ਆਪਣੇ ਵੱਲੋਂ ਥੋੜੀ ਖੜਾ ਕੀਤਾ ਗਿਆ, ਮੈਨੂੰ ਪਵਿੱਤਰ ਆਤਮਾ ਦੇ ਸਥਾਨ ਦੇ ਵਿੱਚ ਖੜਾ ਕੀਤਾ। ਮੈਂ ਸੰਸਾਰ ਤੋਂ ਆਪਣੇ ਆਪ ਨੂੰ ਅੱਡ ਕੀਤਾ ਹੋਇਆ, ਮੈਂ ਸੰਸਾਰ ਤੋਂ ਆਪਣੇ ਆਪ ਨੂੰ ਮਾਰਿਆ ਹੋਇਆ, ਤਾਂ ਮੈਂ ਤੁਹਾਨੂੰ ਕਹਿਣਾ ਆ ਕਿ ਸੰਸਾਰ ਦੇ ਵਿੱਚ ਕੁਝ ਨਹੀਂ ਆ। ਇਹ ਥੋੜੀ ਵੀ ਮੈਂ ਤੁਹਾਨੂੰ ਉਪਦੇਸ਼ ਕਰੀ ਜਾ ਰਿਹਾ ਸਥਾਨ ਦੇ ਵਿੱਚੋਂ ਇਦਾਂ ਕਰ ਲਓ ਉਦਾਂ, ਤੇ ਮੇਰਾ ਆਪਣਾ ਜੀਵਨ ਸਹੀ ਨਹੀਂ, ਇਦਾਂ ਨਹੀਂ ਹੈ। ਇੱਕ ਸੇਵਕ ਦਾ ਆਪਣਾ ਜੀਵਨ ਦੁੱਖਾਂ ਦੇ ਵਿੱਚ ਭਰਿਆ ਹੋਇਆ ਹੁੰਦਾ ਹੈ। ਇੱਕ ਸੇਵਕ ਇੱਕ ਢਾਲ ਦੀ ਤਰ੍ਹਾਂ ਹੁੰਦਾ। ਜਦੋਂ ਇੱਕ ਢਾਲ ਹੁੰਦੀ ਆ ਇਸ ਤਰ੍ਹਾਂ, ਤੁਸੀਂ ਇੱਥੇ ਥੱਲੇ ਖੜੇ ਹੋ ਤੇ ਉੱਪਰੋਂ ਸ਼ੈਤਾਨ ਤੀਰ ਮਾਰਦਾ ਹੈ, ਉਹ ਸੇਵਕ ਦੀ ਪਿੱਠ ਵਿੱਚ ਲੱਗਦੇ ਆ ਕੇ। ਉਹ ਸੇਵਕ ਨੂੰ ਉਹ ਦੁੱਖਾਂ ਵਿੱਚੋਂ ਨਿਕਲਣਾ ਪੈਂਦਾ ਹੈ। ਲੇਕਿਨ ਤੁਸੀਂ ਤਾਂ ਸੇਵਕੀ ਵਿੱਚ ਹੁੰਦੇ। ਜਿੱਦਾਂ ਕੋਈ ਕਾਬ ਮਾਂ ਕੀ ਕਰਦੀ ਆ, ਆਪਣੇ ਬੱਚਿਆਂ ਨੂੰ ਖੰਭਾਂ ਹੇਠ ਜਦੋਂ ਢੱਕਦੀ ਆ ਤੇ ਬਾਰਿਸ਼ ਦੇ ਵਿੱਚ ਉਹ ਗਰਮ ਰਹਿੰਦੇ ਆ, ਲੇਕਿਨ ਉਹ ਕਾਬ ਮਾਂ ਨੂੰ ਆਪ ਠੰਡ ਲੱਗਦੀ ਹੈ, ਤਕਲੀਫ ਹੁੰਦੀ ਹੈ। ਇਸੇ ਤਰ੍ਹਾਂ ਖੁਦਾਵੰਦ ਇੱਕ ਸੇਵਕ ਨੂੰ ਠਹਿਰਾਉਂਦਾ ਆ, ਉਹ ਤੁਹਾਡੇ ਲਈ
ਪ੍ਰਾਰਥਨਾ ਕਰੇ, ਤੁਹਾਡੇ ਦੁੱਖਾਂ ਪ੍ਰੋਬਲਮਾਂ ਨੂੰ ਆਪਣੇ ਉੱਪਰ ਲੈ ਲਵੇ, ਉਹਨਾਂ ਦੇ ਖੁਦਾ ਦੇ ਅੱਗੇ ਜਦੋਂ ਬੇਨਤੀ ਕਰਦਾ ਤੁਹਾਡੇ ਅੰਦਰੋਂ ਦੁੱਖ ਪਰੇਸ਼ਾਨੀ ਬਿਮਾਰੀਆਂ ਚਲੇ ਜਾਂਦੀਆਂ ਹੈ। ਇਸ ਕਰਕੇ ਖੁਦਾਵੰਦ ਇੱਕ ਸੇਵਕ ਨੂੰ ਠਹਿਰਾਉਂਦਾ ਹੈ। ਇਸ ਕਰਕੇ ਸੰਤ ਪੌਲਸ ਵੀ ਕਹਿ ਰਿਹਾ, ਕਹਿੰਦਾ ਮੈਂ ਬੇਥੋਹਾ ਨਹੀਂ ਆ ਵੀ ਐਵੇਂ ਬੇਥੋਹੇ ਵਰਗੋਂ ਮੈਂ ਮਤਲਬ ਵੀ ਆਪਣੀ ਮਰਜ਼ੀ ਦੇ ਨਾਲ ਨਹੀਂ ਕੁਝ ਕਰ ਰਿਹਾ ਵੀ ਹਵਾ 'ਚ ਮੁੱਕੇ ਮਾਰੀ ਜਾ ਰਿਹਾ, ਮੈਂ ਵੀ ਮੈਂ ਵਚਨ ਦੇ ਅਨੁਸਾਰ ਦੌੜਦਾ ਆ, ਆਪਣੇ ਸਰੀਰ ਨੂੰ ਮਾਰਦਾ ਆ, ਕੁੱਟਦਾ ਆ। ਜੇ ਸੰਤ ਪੌਲਸ ਦਾ ਨਾਮ ਬਾਈਬਲ ਦੇ ਵਿੱਚ ਆ ਤੇ ਉਹਦਾ ਜੀਵਨ ਵੀ ਦੇਖ ਲਓ, ਕਿੱਦਾਂ ਉਹਨੇ ਕੋੜੇ ਖਾਦੇ, 5 ਵਾਰੀ 39 ਕੋੜੇ ਖਾਦੇ। ਜਿਹੜੇ ਬੰਦੇ ਦੇ 5 ਵਾਰੀ ਕੋੜੇ ਪਏ ਉਹ 100 ਪਾਉਂਦਾ ਹੋਊਗਾ, ਦੇਖਿਓ ਕਦੇ ਨੋਟ ਕਰਕੇ। ਕਿਉਂਕਿ ਕਹਿੰਦੇ ਜੇ ਇੱਕ ਕੋੜਾ ਪੈ ਜਾਵੇ ਬੰਦੇ ਦੇ 1 ਤੋਂ 1.5 ਸਾਲ ਰਿਕਵਰੀ ਨੂੰ ਲੱਗਦੇ ਆ, ਠੀਕ ਹੋਣ 'ਚ 1 ਤੋਂ 1.5 ਸਾਲ ਲੱਗ ਜਾਂਦਾ ਹੈ। ਕਿਉਂਕਿ ਉਹ ਜਦੋਂ ਕੋੜਾ ਲੱਗਦਾ ਸੀਗਾ, ਇਜ਼ਰਾਈਲੀ ਜਦੋਂ ਰੋਮੀ ਲੋਕ ਕੋੜਾ ਮਾਰਦੇ ਸੀ, ਉਹ ਕੋੜਾ ਕੀ ਕਰਦਾ ਸੀ, ਸਾਰੇ ਮਾਂਸ ਨੂੰ ਬਾਹਰ ਕੱਢ ਦਿੰਦਾ ਸੀ, ਨਸਾਂ ਨੂੰ ਬਾਹਰ ਕੱਢ ਦਿੰਦਾ ਸੀ। ਉਹ ਕੋੜੇ ਦੇ ਅੰਦਰ ਕੱਚ ਲੱਗਿਆ ਹੁੰਦਾ ਸੀਗਾ, ਤਿੱਖੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਸੀ, ਤੇ 5 ਵਾਰੀ ਕੋੜੇ ਖਾ ਕੇ ਵੀ ਖੁਦਾ ਦਾ ਪ੍ਰਚਾਰ ਕਰ ਰਿਹਾ ਸੰਤ ਪੌਲਸ। ਸਮੁੰਦਰਾਂ ਵਿੱਚ ਰਿਹਾ, ਨੰਗਾ ਰਿਹਾ, ਬਿਨਾਂ ਕੱਪੜਿਆਂ ਤੋਂ ਰਿਹਾ, ਠੰਡ ਦੇ ਵਿੱਚ ਰਿਹਾ, ਬਹੁਤ ਕੁਝ ਹੋਇਆ। ਇਹ ਵੀ ਤਾਂ ਇੱਕ ਮਨੁੱਖ ਸੀਗਾ। ਇਸ ਕਰਕੇ ਆਪਣੇ ਜੀਵਨ ਨੂੰ ਬਲੀਦਾਨ ਵਾਲਾ ਜੀਵਨ ਬਣਾਓ। ਖੁਦਾਵੰਦ ਅੱਜ ਵੀ ਭੇਟਾਂ ਤੇ ਬਲੀਦਾਨ ਮੰਗਦਾ ਹੈ। ਉਹਨੇ ਬਲੀਦਾਨ ਚਾਹੀਦਾ ਮੇਕਅਪ ਦਾ, ਉਹਨੂੰ ਬਲੀਦਾਨ ਚਾਹੀਦਾ ਸਿਗਟਾਂ ਦਾ, ਸ਼ਰਾਬਾਂ ਦਾ, ਹਰ ਚੀਜ਼ ਦਾ ਬਲੀਦਾਨ ਕਰਕੇ ਆਪਣੇ ਆਪ ਨੂੰ ਫਿਰ ਸਮਰਪਿਤ ਕਰੋ। ਜਦੋਂ ਆਹ ਚੀਜ਼ਾਂ ਤੁਹਾਡੇ ਉੱਪਰ ਉਤਰ ਜਾਣਗੀਆਂ, ਇਹ ਸੰਸਾਰੀ ਕੱਪੜੇ ਤੁਸੀਂ ਲਾ ਦੋਗੇ, ਫਿਰ ਉਹ ਤੁਹਾਨੂੰ ਪਵਿੱਤਰਤਾਈ ਵਾਲੇ ਕੱਪੜੇ ਪਹਿਨਾਵੇਗਾ, ਤੇ ਜਿਹੜਾ ਪਵਿੱਤਰਤਾਈ ਵਾਲੇ ਕੱਪੜੇ ਪਾਵੇਗਾ ਉਹੀ ਭੋਜ ਵਿੱਚ ਜਾਵੇਗਾ, ਉਹੀ ਰੈਪਚਰ ਦੇ ਵਿੱਚ ਜਾਵੇਗਾ। ਕਿਉਂਕਿ ਤੁਹਾਨੂੰ ਪਤਾ ਬਾਈਬਲ 'ਚ ਲਿਖਿਆ ਹੈ, ਹਰਾਮ ਦੀ ਨਸਲ ਕਦੇ ਵੀ ਉੱਥੇ ਨਹੀਂ ਵੜੇਗੀ। ਹੁਣ ਹਰਾਮ ਦੀ ਨਸਲ ਵੀ ਕੋਈ ਹੈਗੀ ਆ, ਤਾਂ ਹੀ ਗੱਲ ਹੋ ਰਹੀ ਕਿ ਹਰਾਮ ਦੀ ਨਸਲ ਕਦੇ ਵੀ ਖੁਦਾ ਦੀ ਹੈਕਲ ਦੇ ਵਿੱਚ ਸਥਾਨ 'ਚ ਨਹੀਂ ਵੜੇਗੀ। ਉੱਥੇ ਉਹੀ ਜਾਣਗੇ ਜਿਨ੍ਹਾਂ ਨੇ ਵਚਨ ਦੇ ਅਨੁਸਾਰ ਜੀਵਨ ਬਤੀਤ ਕੀਤਾ। ਇਸ ਕਰਕੇ ਆਪਣਾ ਜੀਵਨ ਵਚਨ ਦੇ ਅਨੁਸਾਰ ਕਰੋ। ਹੁਣ ਤੁਹਾਨੂੰ ਪਤਾ ਯੂਸਫ ਨੇ ਆਪਣੇ ਆਪ ਨੂੰ ਅੱਡ ਕਰ ਲਿਆ ਸੀਗਾ। ਉਹਨੇ ਕਿੱਦਾਂ ਅੱਡ ਕੀਤਾ? ਉਹਨੂੰ ਮੌਕਾ ਮਿਲਿਆ ਵੀ ਕਿਸੇ ਔਰਤ ਦੇ ਨਾਲ ਦੂਸ਼ਿਤ ਹੋਵੇ, ਮੌਕਾ ਸੀਗਾ, ਲੇਕਿਨ ਉਹਦੇ ਅੰਦਰ ਵਚਨ ਸੀ ਤੇ ਉਹਨੇ ਆਪਣੇ ਆਪ ਨੂੰ ਅੱਡ ਕਰ ਲਿਆ। ਹੁਣ ਪੌਲਸ ਸੀਗਾ, ਪੌਲਸ ਨੇ ਆਪਣੇ ਆਪ ਨੂੰ ਅੱਡ ਕੀਤਾ। ਸਾਰੀ ਉਹਨੇ ਆਪਣਾ ਜੋ ਵੀ ਉਹਦਾ ਰਾਜ ਪਾਠ ਸੀਗਾ, ਜੋ ਵੀ ਸਿਪਾਹੀਆਂ ਦੇ ਉੱਪਰ ਇਖਤਿਆਰ ਸੀਗਾ ਉਹਦਾ, ਉਹ ਸਭ ਕੁਝ ਛੱਡ ਕੇ ਮਸੀਹ ਦੇ ਪਿੱਛੇ ਲੱਗ ਗਿਆ। ਮਰੀਮ ਨੇ ਆਪਣੇ ਆਪ ਨੂੰ ਅੱਡ ਕੀਤਾ ਜਦੋਂ ਕੁਆਰੀ ਰਹੀ, ਉਹਨੇ ਆਪਣੇ ਆਪ ਨੂੰ ਕੁਆਰਾ ਰੱਖਿਆ। ਯੂਸਫ ਨਾਲ ਰਹਿੰਦੇ ਹੋਏ ਵੀ ਉਹ ਕੁਆਰੀ ਰਹੀ, ਉਹਨੇ ਆਪਣੇ ਆਪ ਨੂੰ ਅੱਡ ਕੀਤਾ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਦੂਸ਼ਿਤ ਨਹੀਂ ਕੀਤਾ। ਜਿੰਨੇ ਖੁਦਾ ਦੇ ਲੋਕ ਸੀ ਉਹਨਾਂ ਨੇ ਆਪਣੇ ਆਪ ਨੂੰ ਦੂਸ਼ਿਤ ਨਹੀਂ ਕੀਤਾ, ਅੱਡ ਕੀਤਾ। ਤੁਹਾਨੂੰ ਪਤਾ ਜਦੋਂ ਦਾਨੀਏਲ ਨੂੰ ਮੌਕਾ ਦਿੱਤਾ ਗਿਆ, ਜੇ ਤੁਸੀਂ ਦਾਨੀਏਲ ਦੀ ਪੁਸਤਕ ਪੜ੍ਹਦੇ ਹੋ, ਦਾਨੀਏਲ ਨੂੰ ਰਾਜੇ ਨੇ ਕਿਹਾ ਸੀਗਾ, ਸਾਰਿਆਂ ਨੂੰ ਕਿਹਾ ਸੀਗਾ ਵੀ ਜਿੰਨੇ ਵੀ ਮੇਰੇ ਅਹੁਦੇਦਾਰ ਆ ਇਹ ਵਧੀਆ ਵਧੀਆ ਖਾਣੇ ਖਾਣ, ਸ਼ਰਾਬਾਂ ਪੀਣ, ਲੇਕਿਨ ਉਹਨੇ ਕੀ ਜਾ ਕੇ ਕਿਹਾ, ਜਿਹੜਾ ਮੁਖਤਿਆਰ ਸੀਗਾ ਉਹਨੂੰ ਜਾ ਕੇ ਕਹਿੰਦਾ ਨਹੀਂ, ਮੈਂ ਯਹੋਵਾ ਦਾ ਡਰ ਪੈ ਮੰਨਣ ਵਾਲਾ ਮਨੁੱਖ ਹਾਂ, ਮੈਂ ਸ਼ਰਾਬ ਮੀਟ ਇਹ ਕੋਈ ਚੀਜ਼ਾਂ ਮੈਂ ਨਹੀਂ ਖਾਣੀਆਂ, ਮੈਂ ਉਹਨਾਂ ਦੇ ਨਾਲ ਖਾਣਾ ਹੀ ਨਹੀਂ ਖਾਣਾ। ਕਹਿੰਦਾ ਮੈਨੂੰ ਦਾਲ ਦਿੱਤੀ ਜਾਵੇ। ਕਹਿੰਦਾ ਫਿਰ ਦੇਖ ਲਓ ਵੀ ਦਾਲ ਦੇਣ ਦੇ 10 ਦਿਨ ਦੇ ਵਿੱਚ ਕਿਹਦੇ ਚਿਹਰੇ ਤੇ ਰੌਣਕ ਆਂਦੀ ਹੈ। ਤੇ ਕੀ ਹੋਇਆ? 10 ਦਿਨਾਂ ਬਾਅਦ ਸ਼ਰਦਕ, ਮੇਸ਼ਕ, ਅਬਦਨਗੋ, ਦਾਨੀਏਲ ਦੇ ਚਿਹਰੇ ਖਿੜੇ ਹੋਏ ਸੀਗੇ। ਜਿੱਦਾਂ ਬੜੀ ਤਾਕਤ ਉਹਨਾਂ ਦੇ ਅੰਦਰ, ਬੜਾ ਨੂਰ ਸੀ ਉਹਨਾਂ ਦੇ ਚਿਹਰੇ ਦੇ ਉੱਪਰ, ਲੇਕਿਨ ਜਿਹੜੇ ਸ਼ਰਾਬਾਂ ਪੀਂਦੇ ਸੀ, ਮੀਟ ਖਾਂਦੇ ਸੀ, ਰਾਜੇ ਦਾ ਸਮਾਨ ਫ੍ਰੀ 'ਚ ਖਾਂਦੇ ਸੀਗੇ, ਉਹ ਸਭ ਮੁਰਝਾਏ ਹੋਏ ਸੀਗੇ। ਤੇ ਦੇਖੋ ਕਿੱਦਾਂ ਖੁਦਾ ਦੇ ਲੋਕ ਤਿਆਗ ਕਰਦੇ ਆ। ਖੁਦਾ ਦੇ ਲੋਕ ਖਾਣ ਪੀਣ ਪਿੱਛੇ ਵੀ ਨਹੀਂ ਜਾਂਦੇ। ਅੱਜ ਬਹੁਤ ਲੋਕ ਖਾਣ ਪੀਣ ਪਿੱਛੇ ਕੀ ਕਰਦੇ? ਮਸੀਹ ਲੋਕ ਲੰਗਰ ਲਗਾਇਆ, ਕੋਈ ਨਹੀਂ, ਗੁਰੂ ਦਾ ਲੰਗਰ ਖਾ ਲੋ, ਮੰਦਰ 'ਚ ਲੰਗਰ ਲੱਗਾ, ਪ੍ਰਸ਼ਾਦ ਲੱਗਾ, ਖਾ ਲੋ। ਇਹ ਸਭ ਦੁਸ਼ਟ ਆਤਮਾ ਕਰਵਾਉਂਦਾ। ਖਾਣ ਦੇ ਪਿੱਛੇ ਜੀਭਾਂ ਹੀ ਕੰਟਰੋਲ 'ਚ ਨਹੀਂ ਹੈ। ਫਿਰ ਕਹਿੰਦੇ ਜੀ ਅਸੀਂ ਮਸੀਹ ਹਾਂ। ਉਹ ਮਸੀਹ ਦਾ ਮਤਲਬ ਕੀ ਸਮਝਦਾ ਲੋ? ਮਸੀਹ ਦਾ ਮਤਲਬ ਹੁੰਦਾ ਮਰਿਆ ਹੋਇਆ। ਇਸ ਸੰਸਾਰ ਤੋਂ ਤੁਸੀਂ ਮਰੇ ਹੋਏ ਹੋਣੇ ਚਾਹੀਦੇ ਹੋ। ਮਰੇ ਹੋਏ ਨੇ ਰੈਪਚਰ 'ਚ ਜਾਣਾ, ਯਾਦ ਰੱਖਿਓ, ਕੋਈ ਭਲੇਖੇ 'ਚ ਨਾ ਰਵੇ। ਅੱਜ ਲੋਕੀ ਕਹਿੰਦੇ ਜੋ ਮਿਸ਼ਨਾਂ ਦੇ ਵਿੱਚ ਭੈਣ ਤੇ ਬੜੀ ਆਤਮਿਕ ਆ, ਉਹਦੇ ਅੰਦਰ ਵਰਦਾਨ ਆ, ਉਹ ਭਾਵੇਂ ਲੱਖ ਵਰਦਾਨ ਹੋਣ, ਕੋਈ ਲਾਭ ਨਹੀਂ। ਕੋਈ ਭੈਣ ਭਾਈ ਜੇ ਵਚਨ ਤੋਂ ਹੀ ਬਾਹਰ ਆ, ਜਿੰਨੀ ਮਰਜ਼ੀ ਪ੍ਰਾਰਥਨਾ ਕਰਦਾ ਹੋਵੇ, ਗੈਰ ਭਾਸ਼ਾ ਬੋਲਦਾ ਹੋਵੇ, ਨਬੂਵਤ ਕਰਦਾ, ਕੋਈ ਫਾਇਦਾ ਨਹੀਂ ਜਦੋਂ ਤੁਸੀਂ ਵਚਨ ਦੇ ਦਾਇਰੇ ਵਿੱਚ ਹੀ ਨਹੀਂ ਹੋ। ਕੁਝ ਵੀ ਕਰੋ, ਨਰਕ ਤੁਹਾਡਾ ਇੰਤਜ਼ਾਰ ਕਰ ਰਿਹਾ ਆ। ਤੇ ਨਰਕ ਦੇ ਵਿੱਚ ਜਿਹੜਾ ਬੰਦਾ ਚਲੇ ਗਿਆ, ਭਾਈ ਬ੍ਰੈਨਮ ਨੇ ਕਿਹਾ, ਉਹ ਮੌਤ ਵਿੱਚ ਚਲਾ ਜਾਵੇਗਾ, ਉਸ ਮੌਤ ਤੋਂ ਕਦੇ ਬਾਹਰ ਨਹੀਂ ਆਵੇਗਾ। ਉੱਥੇ ਬੜਿਆਂ ਨੇ ਕਹਿਣਾ ਮੰਮੀ ਪਾਪਾ ਬਚਾ ਲਾ, ਪਾਪਾ ਵੀ ਉੱਥੇ ਤੇ ਮੰਮੀ ਵੀ ਉੱਥੇ ਹੀ ਆ, ਬਚਾਣਾ ਕਿੰਨੇ ਆ?
किसने नहीं बचाना। इस करके जो मैं तुहानू कह रहा है ना, सोचो भी ये भाई इत्थे खड़ के बोल रहा, इस आवाज नू सुनो जो मेरे अंदरों बोल रही है। ये ना सोचो भी इत्थे कौन खड़ा है, इस संदेश नू सुनो, इस संदेश नू ग्रहण करो। भाई ब्रैनम ने कहा जो यीशु मसीह पताल दे विच गया ते ओ इब्राहिम दे कोल चला गया नीचे, ते इब्राहिम नू ओने जाके दरवाजा खड़काया, क्योंकि तुहानू पता वो नीचे हुंदे सी उदों सारे, क्योंकि बाइबल बयान करदी आ पताल दे विच अमीर मनुख सी, पताल दे विच ही इब्राहिम सीगा जिन्हों ने लाजर नू अपनी गोद च चक्किया सीगा। ते यीशु मसीह पताल दे विच गया ते भाई ब्रैनम ने कहा ते ओने कहा अपनी पत्नी नू, कहंदी सारा, इब्राहिम कहंदा इधर आ, ये ओही आ जिहदे वास्ते तू रोटी बनाई सी। फिर उधरों दानियल आ गया, दानियल कहंदा ये ओही आ जिन्हें मैनू शेरां दे घोरने चों बचाया सी, जिन्हें उस मूर्ति नू जो दर्शन देखिया सीगा, दानियल ने दर्शन देखिया सी, एक मूर्ति दे उपर एक भारा पत्थर गिर गया ते चूर चूर कर दिता, कहंदा ये ओही सिरे दा पत्थर आ। ते यीशु मसीह उन्हां नू स्थान दे विचों लैके चला गया, ਉਹ ਕਹਿੰਦਾ ਚਲੋ ਉੱਪਰ ਚੱਲੀਏ। ਇਸ ਕਰਕੇ ਖੁਦਾ ਦੇ ਲੋਕਾਂ ਦਾ ਸਥਾਨ ਉੱਪਰ ਆ। ਤੁਸੀਂ ਦੇਖੋ ਕਿੱਦਾਂ ਜੀਵਨ ਸਮਰਪਿਤ ਆ। ਅੱਜ ਲੋਕੀ ਸੋਚਦੇ ਭਾਵੇਂ ਕੋਈ ਸੋਚਦਾ ਹੋਵੇ ਬੰਦਾ ਕਬਰ 'ਚ ਚਲਾ ਗਿਆ, ਇਹ ਖਤਮ ਨਹੀਂ ਹੋਇਆ। ਉਹ ਤਾਂ ਬੰਦਾ ਖੁਦਾ ਦੇ ਰਾਜ 'ਚ ਬੈਠਾ ਜਾ ਕੇ, ਉਹ ਤਾਂ ਖੁਦਾ ਦੇ ਕੋਲ ਚਲਾ ਗਿਆ, ਕਿਉਂਕਿ ਜਿਹੜਾ ਬੰਦਾ ਖੁਦਾ ਨੂੰ ਮੰਨਦਾ ਉਹ ਕਦੇ ਵੀ ਮਰਦਾ ਨਹੀਂ। ਤੁਸੀਂ ਅਮਰ ਹੋ, ਤੇ ਜੇ ਤੁਸੀਂ ਅਮਰ ਹੋ ਤੇ ਫਿਰ ਤੁਸੀਂ ਸੰਸਾਰ ਤੋਂ ਮਰੇ ਹੋਏ ਵੀ ਹੋ। ਜੇ ਤੁਸੀਂ ਸੰਸਾਰ ਤੋਂ ਮਰੇ ਨਹੀਂ ਹੈ ਫਿਰ ਤੁਸੀਂ ਕਦੇ ਅਮਰ ਨਹੀਂ ਹੋ ਸਕਦੇ। ਇਸ ਕਰਕੇ ਆਪਣੇ ਆਪ ਨੂੰ ਰੈਪਚਰ ਵਿੱਚ ਜੇ ਤਿਆਰ ਕਰਨਾ ਤੇ ਪਹਿਲਾਂ ਛੋਟੀ ਮੋਟੀ ਪ੍ਰੋਬਲਮਾਂ ਚੋਂ ਨਿਕਲਣਾ ਤਾਂ ਸਿੱਖ ਲਓ। ਮਾੜੀ ਜਿਹੀ ਕੰਡੀਸ਼ਨ ਆਈ ਤੁਸੀਂ ਦਿਲ ਛੱਡ ਦਿੰਦੇ ਹੋ। ਕਿੱਥੇ ਚਲਾ ਗਿਆ ਤੁਹਾਡਾ ਖੁਦਾ ਜਿਹੜਾ ਸਮੁੰਦਰ ਤੋਂ ਦੋ ਭਾਗ ਕਰ ਦਿੰਦਾ ਹੈ, ਜਿਹੜਾ ਅੱਗ ਦੇ ਰੂਪ ਦੇ ਵਿੱਚ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਆ, ਉਹ ਅੱਜ ਵੀ ਤੁਹਾਡੀ ਅਗਵਾਈ ਕਰਦਾ ਹੈ। ਇਸ ਕਰਕੇ ਚਿੰਤਾ ਨਾ ਕਰੋ, टेंशन ना लो भी साडे जीवन च की किद्दां होगा। कहो प्रभु जी जो मर्जी हो जावे, मेरा जीवन तेनू समर्पित है, मैं परवाह नहीं करदा, मैं परवाह नहीं करदी, मेरी अगवाई कर ली तू खड़ा आ। ते तुहानू पता खुदावंद कख तो भी चक के फिर ऊपर राजा बना दिंदा है। ओदे अंदर इन्नी पावर आ। ये शैतान ने सोचिया सीगा भी अयूब नू मैं बीमारियां पातीआं, अयूब दे शरीर ते फोड़े निकल गए वड्डे वड्डे, ਉਹ ਠੀਕਰੀ ਲੈ ਕੇ ਖੁਰਕ ਰਿਹਾ ਸੀਗਾ ਫੋੜਿਆਂ ਨੂੰ। ਉਹਦੀ ਪਤਨੀ ਕਹਿੰਦੀ ਹੁਣ ਤਾਂ ਆਪਣੇ ਸਵਾਮੀ ਨੂੰ, ਆਪਣੇ ਪਰਮੇਸ਼ਵਰ ਨੂੰ ਬੁਰਾ ਭਲਾ ਬੋਲ। ਉਹ ਕਹਿੰਦਾ ਚੱਲੀਏ ਤੀਵੀਏ, ਜਿਨੇ ਦਿੱਤਾ ਉਹਨੇ ਲੈ ਲਿਆ, ਉਹਦਾ ਹੀ ਨਾਮ ਮੁਬਾਰਕ ਹੋਵੇ। ਇਹਨੂੰ ਕਹਿੰਦੇ ਵਿਸ਼ਵਾਸੀ। ਇਹ ਵਿਸ਼ਵਾਸੀ ਨਹੀਂ ਹੁੰਦਾ ਮੁਸੀਬਤ ਆ ਗਈ ਲੈ संदेश च आए तो साढ़े नाल हो गया मिशना च बरकतां मिली, जाओ ले लो मिशना च बरकतां, फिर मिशना दे विच मौत भी मिलेगी। जीवन तां संदेश दे विच ही आ, मिशना दे विच मौत, अनंत अग मिलेगी। इस करके जे जीवन चाहते हो संदेश दे अनुसार जीवन व्यतीत करो। तुहानू पता जिन्हां ने नूह दे संदेश नू नहीं मन्निया उस समय, क्योंकि नूह नबी सी उस समय दा, जिन्हां लोकां ने नहीं मन्निया वो डुब के मर गए सारे सारे डुब के मर गए, एक नहीं बचिया। खोल दे पापा, खोल दे पापा, पापा किथे सुनदा फिर, पापा तो फिर बह गया संघासन ते जाके, फिर किसने नहीं सुनना। अज मौका हैगा आ, अपने अपने जीवन समर्पित कर दो। ये ना सोचो कोई नहीं प्रचार सुनिया बहुत वधिया पास्टर प्रचार करता, इधरों सुनिया इधरों कढ़ता, कोई गल नहीं। ये ना सोचो ये जीवन दी गल्लां आ, बार बार नहीं मिलनी, बार बार नहीं। जिद्दन रैप्चर हो गया वचन तां उठा लिया जाना है, फिर की होना है? फिर मूर्ख कुआरियां गईयां तेल लैण वास्ते, फिर वो काम हो जाना है। इस करके अपने अपने जीवन को समर्पित कर दो, रैप्चर के लिए अपने आप को तैयार करो। को खुदावंद मेरी अगवाई करो, अपने आप ही अगवाई करूगा। तुहानू कुछ नहीं आंदा, भावें तुहानू प्रार्थना करनी नहीं आंदी, तुहानू कुछ भी ना करना आंदा होवे, तुसी अपने जीवन को समर्पित कर दो, वो अपने आप ही तुहाडी अगवाई करेगा। जो तुसी अपनी अगवाई आप करते हो फिर खुदा काम नहीं करता, वो कहता तू कर ला पहले जो करना। अपने बोझ, अपनी परेशानियां, चाहे तुसी कर्जे थले हो, बीमारियां थले हो, परेशानियां थले हो, उन्हें हरेक चीज ते फतेह पाई आ। कहो प्रभु यीशु मसीह मेरा जीवन तेनू समर्पित करदा आ, मैं अपना जीवन तेनू समर्पित कर दी, मेरे ते दया कर। ते देखो करदा कि नहीं करदा, ओनू करन दा मौका ही नहीं दिंदे आपां। ਉਹ ਤੁਹਾਨੂੰ ਜੇ ਕੋਈ ਤੁਹਾਨੂੰ ਬਰਬਾਦ ਵੀ ਕਰ ਦਵੇ ਨਾ, ਮਿੱਟੀ 'ਚ ਵੀ ਮਿਲਾ ਦੇਵੇ ਕੋਈ ਆ ਕੇ ਸ਼ੈਤਾਨ, ਉਹ ਤੁਹਾਨੂੰ ਫੇਰ ਖੜਾ ਕਰ ਦੂਗਾ। ਇੰਨੀ ਪਾਵਰ ਆ ਯਿਸੂ ਮਸੀਹ ਦੇ ਅੰਦਰ। ਇਸ ਕਰਕੇ ਆਪਣੇ ਆਪ ਦੇ ਹੌਸਲੇ ਬੁਲੰਦ ਕਰੋ, ਇੱਕ ਵਧੀਆ ਸਿਪਾਹੀ ਬਣੋ।
ਗਾਣਾ ਨਹੀਂ ਆਪਾਂ ਗਾਉਂਦੇ ਯਿਸੂ ਦਾ ਸਿਪਾਹੀ ਆ, ਤੇ ਯਿਸੂ ਦਾ ਸਿਪਾਹੀ ਕਹਿਣ ਨਾਲ ਨਹੀਂ ਬਣਨਾ। ਸਿਪਾਹੀਆਂ ਦੀ ਫਿਰ ਤੁਹਾਨੂੰ ਪਤਾ ਪਰਖ ਵੀ ਹੁੰਦੀ ਆ, ਲੜਾਈ 'ਚ ਵੀ ਭੇਜੇ ਜਾਂਦੇ ਆ, ਫਿਰ ਪਤਾ ਲੱਗਦਾ ਸਿਪਾਹੀ ਆ। ਵਰਦੀ ਪਾਉਣ ਨਾਲ ਸਿਪਾਹੀ ਨਹੀਂ, ਪਰਖ ਦੇ ਵਿੱਚੋਂ ਨਿਕਲਣ ਤੇ ਪਤਾ ਲੱਗਦਾ ਸਿਪਾਹੀ ਆ ਕਿ ਨਹੀਂ, ਕਿਉਂਕਿ ਕਈ ਸਿਪਾਹੀ ਭੱਜ ਵੀ ਜਾਂਦੇ ਨਾ, ਤੁਸੀਂ ਦੇਖਿਆ ਏਦਾਂ ਹੈ। ਇਸ ਕਰਕੇ ਹਮੇਸ਼ਾ ਵਚਨ ਦੇ ਦਾਇਰੇ ਵਿੱਚ ਰਹਿਣਾ। ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪ੍ਰਭੂ ਯਿਸੂ ਮਸੀਹ, ਅਨੰਤ ਕਾਲ ਦੇ ਪਿਤਾ, ਸ਼ਾਂਤੀ ਦੇ ਰਾਜਕੁਮਾਰ, ਸੱਚਮੁੱਚ ਮੇਰੇ ਮਹਾਨ ਪਿਤਾ। ਕੋਈ ਵੀ ਮਨੁੱਖ ਤੇ ਮਾਸ ਤੇ ਲਹੂ ਪ੍ਰਭੂ ਜੀ ਤੇਰੇ ਵਚਨ ਨੂੰ ਖੋਲ ਨਹੀਂ ਸਕਦਾ ਪਵਿੱਤਰ ਆਤਮਾ ਜੀ, ਕਿਉਂਕਿ ਮੇਰੇ ਮਹਾਨ ਪਿਤਾ ਤੂੰ ਆਪਣੇ ਵਚਨ ਦਾ ਆਪ ਅਨੁਵਾਦਕ ਹੈ ਲਾਰਡ। ਤੇ ਪ੍ਰਭੂ ਯਿਸੂ ਮਸੀਹ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਅੱਜ ਦਾ ਵਚਨ ਪ੍ਰਭੂ ਯਿਸੂ ਮਸੀਹ ਇਹਨਾਂ ਜਵਾਨ ਭੈਣ ਭਾਈਆਂ ਦੇ ਅੰਦਰ ਗਿਆ ਹੈ ਖੁਦਾਵੰਦਾ, ਇਹ ਸਭ ਆਪਣੇ ਜੀਵਨ ਨੂੰ ਤੈਨੂੰ ਸਮਰਪਿਤ ਕਰਨਗੇ ਖੁਦਾਵੰਦਾ। ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ, ਕਿਉਂਕਿ ਬਾਰ-ਬਾਰ ਮੌਕੇ ਨਹੀਂ ਦਿੰਦਾ ਤੂੰ ਖੁਦਾਵੰਦਾ। ਸੰਤ ਪੌਲੁਸ ਨੇ ਵੀ ਕਿਹਾ ਜੇ ਤੁਹਾਡੇ ਤੇ ਦਇਆ ਹੋਈ ਆ, ਕਿਰਪਾ ਹੋਈ ਆ, ਤੇ ਤੁਸੀਂ ਬਾਰ-ਬਾਰ ਪਾਪ ਨਾ ਕਰੋ। ਕਹਿੰਦਾ ਕੀ ਅਸੀਂ ਬਾਰ-ਬਾਰ ਪਾਪ ਕਰੀ ਜਾਈਏ? ਨਹੀਂ। ਇਸ ਕਰਕੇ ਜਦੋਂ ਤੁਸੀਂ ਉਹਦੇ ਲਹੂ ਦੇ ਹੇਠ ਆ ਗਏ ਹੋ ਤਾਂ ਕਦੇ ਵੀ ਪਾਪ ਨਾ ਕਰੋ, ਹਮੇਸ਼ਾ ਉਹਦੀ ਦਇਆ ਦੇ ਹੇਠ ਰਹੋ, ਪ੍ਰਾਰਥਨਾ ਦੇ ਵਿੱਚ ਰਹੋ। ਤੇ ਖੁਦਾਵੰਦ ਪ੍ਰਭੂ ਜੀ ਇਹਨਾਂ ਸਭਨਾਂ ਲੋਕਾਂ ਤੇ ਦਇਆ ਕਰ। ਮੈਂ ਵਿਸ਼ਵਾਸ ਕਰਦਾ ਅੱਜ ਦਾ ਸੰਦੇਸ਼ ਇਹਨਾਂ ਦੇ ਜੀਵਨਾਂ ਨੂੰ ਬਦਲ ਦੇਵੇਗਾ ਖੁਦਾਵੰਦਾ। ਦਇਆ ਕਰ, ਕਿਰਪਾ ਕਰ। ਜਿੰਨੇ ਬਿਮਾਰ ਹਨ, ਪਰੇਸ਼ਾਨ ਹਨ, ਬੋਝ ਤੇ ਭਾਰ ਹੇਠ ਦੱਬੇ ਹਨ ਖੁਦਾਵੰਦਾ, ਤੂੰ ਕਿਹਾ ਹੇ ਭਾਰ ਤੇ ਬੋਝ ਹੇਠ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਸੱਚਮੁੱਚ ਖੁਦਾਵੰਦਾ ਆਰਾਮ ਸਿਰਫ ਤੇਰੇ ਕੋਲ ਹੈ ਪ੍ਰਭੂ ਜੀ। ਤੇ ਪ੍ਰਭੂ ਯਿਸੂ ਮਸੀਹ ਇਹਨਾਂ ਲੋਕਾਂ ਨੂੰ ਵੀ ਪ੍ਰਭੂ ਜੀ ਇਹਨਾਂ ਪਰੇਸ਼ਾਨੀਆਂ ਦੁੱਖਾਂ ਤੋਂ ਆਰਾਮ ਦੇ ਖੁਦਾਵੰਦਾ। ਇਹਨਾਂ ਦੇ ਹੌਸਲਿਆਂ ਨੂੰ ਬੁਲੰਦ ਕਰ ਪ੍ਰਭੂ ਯਿਸੂ ਮਸੀਹ। ਇਹਨਾਂ ਨੂੰ ਉਹ ਮਾਸ ਖਵਾ ਪ੍ਰਭੂ ਜੀ ਜਿਸ ਮਾਸ ਨੂੰ ਖਾ ਕੇ ਇਹ ਤਗੜੇ ਹੋ ਜਾਣ ਤੇ ਸੰਸਾਰ ਦੀ ਛੱਲ ਜਿੰਨੀ ਮਰਜ਼ੀ ਉੱਚੀ ਹੋਵੇ ਪ੍ਰਭੂ ਜੀ ਇਹ ਉਹਨੂੰ ਵੀ ਝੱਲ ਲੈਣ ਖੁਦਾਵੰਦਾ। ਤੇ ਖੋ ਕਿ ਖੁਦਾਵੰਦ ਪ੍ਰਭੂ ਜੀ ਤੇਰੇ ਲੋਕਾਂ ਨੂੰ ਤੂੰ ਮਜ਼ਬੂਤੀ ਦਿੰਦਾ, ਇਹਨਾਂ ਨੂੰ ਮਜ਼ਬੂਤੀ ਦੇ। ਸਾਰਿਆਂ ਤੇ ਦਇਆ ਕਰ ਪ੍ਰਭੂ ਯਿਸੂ ਮਸੀਹ। ਸਾਰਾ ਆਦਰ ਜਲਾਲ ਮਹਿਮਾ ਯਿਸੂ ਮਸੀਹ ਦੇ ਨਾਮ ਨੂੰ ਦਿੰਦਾ ਹਾਂ। ਆਮੀਨ। ਹਾਲੇਲੂਇਆ।